ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦੇ ਧੰਨਵਾਦੀਆਂ ਵੀਰ ਜਸਪ੍ਰੀਤ ਸਿੰਘ, ਵੀਰ ਮਨਮੀਤ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਉਦਮ ਕੀਤਾ ਕਿ ਆਸਟ੍ਰੇਲੀਆ ਤੋਂ ਮੈਲਬੌਰਨ ਦੀ ਸੰਗਤ ਦੇ ਦਰਸ਼ਨ ਅੱਜ ਕਰ ਰਹੇ ਹਾਂ। ਆਵਾਜ਼ ਠੀਕ ਆ ਰਹੀ ਹੈ ਵੀਰ ਜੀ? ਹਾਂਜੀ ਭਾਈ ਸਾਹਿਬ ਜੀ, ਆਵਾਜ਼ ਠੀਕ ਆ ਰਹੀ ਜੀ, ਬਿਲਕੁਲ ਠੀਕ ਹੈ। ਸੋ ਜੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਜੀਵੀਏ ਗੁਰਬਾਣੀ ਨਾਲ, ਜੋ ਮੈਨੂੰ ਹੁਕਮ ਕੀਤਾ ਹੈ ਵੀਰਾਂ ਨੇ ਕਿ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ ਕਿ ਗੁਰਬਾਣੀ ਨੂੰ ਜ਼ਿੰਦਗੀ ਦੇ ਵਿੱਚ ਜਿਉਣਾ ਕਿਵੇਂ ਹੈ, ਸਾਡੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਕਿਸ ਤਰ੍ਹਾਂ ਹੋਵੇ ਤੇ ਇਹਦੀ ਇੰਪੋਰਟੈਂਸ ਅੱਜ ਦੇ ਸੰਦਰਭ ਦੇ ਵਿੱਚ ਕਿਸ ਤਰ੍ਹਾਂ ਹੈ। ਵੈਸੇ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਜੀਵੀਏ ਗੁਰਬਾਣੀ ਨਾਲ ਇੱਕ ਸੁਨੇਹਾ ਹੈ ਕਿ ਗੁਰਬਾਣੀ ਇਜ਼ ਮੈਂਟ ਫॉर ਲਿਵਿੰਗ। ਗੁਰਬਾਣੀ ਜਿਉਣ ਵਾਸਤੇ ਹੈ। ਸਾਡੇ ਬਜ਼ੁਰਗਾਂ ਨੂੰ ਇਹ ਗੱਲ ਬਹੁਤ ਦ੍ਰਿੜ ਸੀ। ਜੇ ਅਸੀਂ ਕੁਝ ਸਮਾਂ ਪਿਛਾਂਹ ਜਾਈਏ ਤਾਂ ਇਹ ਗੱਲ ਸਾਡੇ ਬਜ਼ੁਰਗਾਂ ਦੇ ਜੀਵਨ ਦਾ ਆਧਾਰ ਸੀ ਕਿ ਅਸੀਂ ਗੁਰਬਾਣੀ ਨੂੰ ਜਿਉਂਦੇ ਸਾਂ। ਤੇ ਗੁਰਬਾਣੀ ਜਦੋਂ ਪੜ੍ਹਦੇ ਸਾਂ, ਗੁਰਬਾਣੀ ਜਦੋਂ ਸਿਮਰਦੇ ਸਾਂ, ਉਦੋਂ ਵੀ ਸਾਡਾ ਮਨੋਰਥ ਇਹੀ ਹੁੰਦਾ ਸੀ ਕਿ ਅਸੀਂ ਗੁਰਬਾਣੀ ਦੇ ਸੁਨੇਹਿਆਂ ਨੂੰ ਦ੍ਰਿੜ ਕਰ ਰਹੇ ਹੁੰਦੇ ਸੀ। ਬਟ ਅੱਜ ਇਹ ਸੁਨੇਹੇ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਕਲਯੁਗ ਦਾ ਪ੍ਰਭਾਵ ਤਾਂ ਹੈ ਹੀ, ਪਰ ਜਿਹੜਾ ਆਲਾ ਦੁਆਲਾ ਜਿੱਥੇ ਅਸੀਂ ਵਿਚਰ ਰਹੇ ਹਾਂ ਉੱਥੇ ਸਾਡੇ ਉੱਤੇ ਸਾਡੀ ਮਨ ਦੀ ਬਾਣੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਮਨ ਬਾਣੀ ਜਿਹੜੀ ਹੈ ਇਹ ਗੁਰਬਾਣੀ ਦੇ ਉੱਪਰ ਆ ਰਹੀ ਹੈ। ਮਨ ਬਾਣੀ ਇੰਨੀ ਪ੍ਰਭਾਵਿਤ ਹੈ ਕਿ ਉਹਦਾ ਅਸਰ ਸੂਖ ਇੰਨਾ ਕਿ ਗੁਰਬਾਣੀ ਭਾਵੇਂ ਅਸੀਂ ਪੜ੍ਹ ਰਹੇ ਹਾਂ, ਪਰ ਅਸੀਂ ਆਪਣੇ ਮਨ ਦੀ ਬਾਣੀ ਨੂੰ ਸਪੋਰਟ ਦੇਣ ਲਈ ਗੁਰਬਾਣੀ ਪੜ੍ਹ ਰਹੇ ਹਾਂ। ਸਾਡੇ ਮਨ ਦੀਆਂ ਜੋ ਇੱਛਾਵਾਂ ਨੇ, ਜੋ ਸਾਡੇ ਮਨ ਵਿੱਚੋਂ ਖਾਹਿਸ਼ਾਂ ਨੇ, ਗੁਰਬਾਣੀ ਦੀ ਵਰਤੋਂ ਉਹ ਮਨ ਦੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਲਈ ਕਰ ਰਹੇ ਹਾਂ। ਇਹਦੇ ਨਾਲ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਪਰੰਪਰਾਵਾਂ ਐਸਟੈਬਲਿਸ਼ ਹੋ ਗਈਆਂ ਜਿਹੜੀਆਂ ਲੱਗਦੀਆਂ ਗੁਰਮਤ ਨੇ, ਪਰ ਉਹ ਗੁਰਮਤ ਨਹੀਂ ਹਨ। ਗੁਰਬਾਣੀ ਦੀ ਵਰਤੋਂ ਮਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਜਿਹੜੀ ਹੈ ਬਿਲਕੁਲ ਹੀ ਟਰੈਕ ਤੋਂ ਬਾਹਰ ਚਲੀ ਜਾਂਦੀ ਹੈ। ਗੁਰਬਾਣੀ ਦਾ ਪ੍ਰਕਾਸ਼ ਗੁਰੂ ਸਾਹਿਬ ਨੇ ਸੰਸਾਰੀ ਜੀਵਾਂ ਦੇ ਉਧਾਰ ਲਈ ਕੀਤਾ, ਨਾ ਕਿ ਸੰਸਾਰੀ ਜੀਵਾਂ ਦੀਆਂ ਮਨ ਦੀਆਂ ਲੋੜਾਂ ਪੂਰੀਆਂ ਕਰਨ ਨੂੰ ਕੀਤਾ ਹੈ। ਗੁਰਬਾਣੀ ਵਿੱਚ ਬਹੁਤ ਫਰਮਾਨ ਮਿਲਦੇ ਨੇ ਜਿੱਥੇ ਗੁਰੂ ਸਾਹਿਬ ਬਾਰ-ਬਾਰ ਇਸ਼ਾਰਾ ਕਰਦੇ ਨੇ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਬਹੁਤ ਥਾਵਾਂ ਤੇ ਗੱਲ ਬਾਰ-ਬਾਰ ਵੱਖ-ਵੱਖ ਰੂਪ ਵਿੱਚ ਆਉਂਦੀ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਪਰ ਇਹ ਮਤਲਬ ਕਿ ਇਹ ਪ੍ਰਪਾਟੀ ਚੱਲੀ ਕਦੋਂ? ਆਪਾਂ ਅੱਜ ਵਿਚਾਰ ਕਰਾਂਗੇ ਵੀ ਸਾਡੇ ਬਜ਼ੁਰਗਾਂ ਨੂੰ ਇਸ ਗੱਲ ਦੀ ਸੋਝੀ ਹੋਈ ਨਹੀਂ ਸੀ, ਇੱਧਰ ਨੂੰ ਦਿਮਾਗ ਹੀ ਨਹੀਂ ਸੀ ਚੱਲਦਾ ਕਿ ਗੁਰਬਾਣੀ ਦੀ ਵਰਤੋਂ ਅਸੀਂ ਆਪਣੀਆਂ ਸੰਸਾਰੀ ਲੋੜਾਂ ਦੀ ਪੂਰਤੀ ਲਈ ਕਰਨੀ ਹੈ, ਜਿਹੜਾ ਕਿ ਅੱਜ ਸਾਡਾ ਵੱਡਾ ਸਮਾਜ ਕਰ ਰਿਹਾ ਹੈ। ਗੁਰੂ ਘਰ ਵਿੱਚ, ਗੁਰਦੁਆਰਾ ਸਾਹਿਬ ਵਿੱਚ ਜਾ ਕੇ ਗੁਰਸਿੱਖ ਕਦੀ ਆਪਣੀਆਂ ਸੰਸਾਰੀ ਲੋੜਾਂ ਦੀ ਪੂਰਤੀ ਲਈ ਅਰਦਾਸ ਨਹੀਂ ਸਨ ਕਰਿਆ ਕਰਦੇ। ਅੱਜ ਆਪਾਂ ਉਹਦੇ ਹਿਸਟੋਰੀਕਲ ਰੈਫਰੈਂਸਿਸ ਸ਼ੇਅਰ ਕਰਾਂਗੇ ਵੀ ਇਹ ਗੱਲ ਐਵੇਂ ਮਨੋਕਲਪਿਤ ਨਹੀਂ ਹੈ। ਸਾਨੂੰ ਆਦਤ ਪਾਈ ਗਈ ਕਿ ਗੁਰਦੁਆਰੇ ਜਾ ਕੇ ਆਪਣੀਆਂ ਸੰਸਾਰੀ ਲੋੜਾਂ ਦੀ ਪੂਰਤੀ ਲਈ ਅਰਦਾਸ ਕਰਿਆ ਕਰੋ। ਤੁਸੀਂ ਕਿਉਂ ਨਹੀਂ ਸੰ ਕਰਦੇ? ਕਿਉਂਕਿ ਅਕਾਲ ਪੁਰਖ ਤੇ ਭਰੋਸਾ ਹੀ ਇੰਨਾ ਸੀ ਕਿ ਇਹਦੀਆਂ ਲੋੜਾਂ ਨੇ ਤਾਂ ਅਕਾਲ ਪੁਰਖ ਨੇ ਆਪਣੇ ਆਪ ਪੂਰੀਆਂ ਕਰ ਹੀ ਦੇਣੀਆਂ ਨੇ। ਮੰਗਣ ਵਾਲੀ ਚੀਜ਼ ਹੋਰ ਹੈ, ਗ੍ਰਹਿਣ ਕਰਨ ਵਾਲੀ ਚੀਜ਼ ਹੋਰ ਹੈ। ਤੇ ਗੁਰਬਾਣੀ ਸਾਧਨ ਨਹੀਂ ਸੀ ਮਨ ਦੀਆਂ ਲੋੜਾਂ ਪੂਰੀਆਂ ਕਰਨ ਦਾ। ਗੁਰਬਾਣੀ ਜਿਉਣ ਦੇ ਵਾਸਤੇ ਗੁਰੂ ਪਾਤਸ਼ਾਹ ਨੇ ਇਸ ਸੰਸਾਰ ਦੇ ਉੱਤੇ ਉਤਾਰੀ ਸੀ। ਸਾਡਾ ਅੱਜ ਦਾ ਜੋ ਵਿਸ਼ਾ ਹੈ, ਅਸੀਂ ਇਹਦੇ ਦੁਆਲੇ ਹੀ ਗੱਲ ਕਰਾਂਗੇ
ਗੁਰਬਾਣੀ ਨੂੰ ਜਿਉਣਾ ਕਿਉਂ ਜ਼ਰੂਰੀ ਹੈ, ਇਹਦਾ ਕੀ ਮਨੋਰਥ ਹੈ। ਸੋ ਗੁਰਬਾਣੀ ਜਾਂ ਮਨ ਦੀ ਬਾਣੀ, ਇਹਦੇ ਆਧਾਰ ਤੇ ਸਾਡੇ ਸੰਸਕਾਰ ਬਣਦੇ ਹੈ। ਸੰਸਕਾਰ ਪੂਰਬਲੇ ਜਨਮਾਂ ਦੇ ਵੀ ਹੁੰਦੇ ਹੈ ਤੇ ਜਿਹੜਾ ਪਲ ਲੰਘ ਗਿਆ ਉਹ ਵੀ ਪੂਰਬਲਾ ਬਣ ਜਾਂਦਾ ਹੈ। 2 ਪਲ ਪਹਿਲਾਂ ਮੈਂ ਕਿਹੜੇ ਕੰਮ ਕਰਕੇ ਹਟਿਆ ਉਹ ਮੇਰੇ ਲਈ ਹੁਣ ਪੂਰਬਲਾ ਹੈ। ਪੂਰਬਲਾ ਇੱਕ ਬਹੁਤ ਵੱਡਾ ਵਾਈਡਰ ਸਪੈਕਟਰਮ ਹੈ ਵੀ ਬਸ ਨਿਮਕ ਪਹਿਲਾਂ ਜੋ ਸੀ ਉਹ ਇਸ ਪਲ ਮੇਰੇ ਲਈ ਪੂਰਬਲਾ ਹੈ। ਸਾਡੇ ਉੱਤੇ ਕਿਹੜੀ ਬਾਣੀ ਦਾ ਪ੍ਰਭਾਵ ਰਿਹਾ ਹੈ, ਮਨ ਦੀ ਬਾਣੀ ਦਾ ਕਿ ਗੁਰਬਾਣੀ ਦਾ। ਗੁਰਬਾਣੀ ਵਿੱਚੋਂ ਗੁਰਮਤ ਉਪਜਦੀ ਹੈ, ਮਨ ਬਾਣੀ ਵਿੱਚੋਂ ਮਨਮਤ ਉਪਜਦੀ ਹੈ। ਇਹ ਦੋਨਾਂ ਦਾ ਕਿੰਨਾ ਪ੍ਰਭਾਵ ਰਿਹਾ, ਉਹਦੇ ਨਾਲ ਸਾਡੇ ਸੰਸਕਾਰ ਬਣ ਜਾਂਦੇ ਨੇ। ਸੰਸਕਾਰ ਫਿਰ ਸਾਰੀ ਕਿਰਿਆ ਨੂੰ ਸੰਸਕਾਰ ਹੀ ਚਲਾਉਂਦੇ ਨੇ। ਬੰਦਾ ਸੁੱਤੇ ਸੁੱਧ ਕੰਮ ਕਰਦਾ ਹੈ ਸੰਸਕਾਰਾਂ ਦੇ ਵਿੱਚੋਂ। ਹੁਣ ਇਹ ਸੰਸਕਾਰ ਬਿਲਟ ਕਿਵੇਂ ਹੁੰਦੇ ਨੇ? ਸੰਸਕਾਰ ਬਣਾਉਣ ਦੇ ਲਈ ਇਹ 4 ਸੰਸਥਾਵਾਂ ਕੰਮ ਕਰਦੀਆਂ ਨੇ। ਪਹਿਲੀ ਸੰਸਥਾ ਤਾਂ ਹੈ ਪਰਿਵਾਰ। ਜਿਵੇਂ ਵੀਰ ਜੀ ਨੇ ਕਿਹਾ ਕਿ ਅਸੀਂ ਸਾਰੇ ਪਰਿਵਾਰ ਜੁੜੇ ਹਾਂ, ਗੁਰਮਤਿ ਦੀ ਵਿਚਾਰ ਦੇ ਲਈ ਹਫ਼ਤਾਵਾਰੀ ਜੁੜਦੇ ਹਾਂ। ਇਹ ਤੁਹਾਡਾ ਇੱਕ ਪ੍ਰਯੋਜਨ ਹੈ, ਤੁਹਾਡਾ ਇੱਕ ਉਦਮ ਹੈ ਜਿਹਦੇ ਵਿੱਚ ਤੁਸੀਂ ਪਰਿਵਾਰਾਂ ਵਿੱਚ ਗੁਰਮਤਿ ਦੀ ਪੋਜ਼ਿਟਿਵਿਟੀ ਲੈ ਕੇ ਆ ਰਹੇ ਹੋ ਤਾਂ ਕਿ ਉਹ ਸੰਸਕਾਰ ਸਾਡੇ ਆਪਣੇ ਤੇ ਸਾਡੇ ਬੱਚਿਆਂ ਦੇ ਪ੍ਰਬਲ ਹੋ ਜਾਣ। ਸੋ ਫੈਮਿਲੀ ਇੱਕ ਸੰਸਥਾ ਹੈ ਜਿਹੜੀ ਸੰਸਕਾਰ ਬਣਾਉਣ ਵਿੱਚ ਕੰਮ ਕਰਦੀ ਹੈ। ਦੂਜੀ ਸੰਸਥਾ ਹੈ ਵਿਦਿਅਕ ਅਦਾਰੇ। ਵਿਦਿਅਕ ਅਦਾਰਿਆਂ ਦਾ ਮਾਹੌਲ ਕਿਹੋ ਜਿਹਾ ਹੈ? ਐਕੈਡਮੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੁਹਾਡੇ ਪੜ੍ਹਾਉਣ ਵਾਲੇ ਅਧਿਆਪਕ ਕਿਹੋ ਜਿਹੇ ਨੇ, ਤੁਹਾਡੇ ਸਕੂਲ ਦਾ ਪ੍ਰਬੰਧ ਕਰਨ ਵਾਲਾ ਉਹ ਪੂਰਾ ਢਾਂਚਾ ਕਿੱਦਾਂ ਦਾ ਹੈ। ਇਹ 2 ਸੰਸਥਾਵਾਂ ਤੋਂ ਬਾਅਦ ਫਿਰ ਸੁਸਾਇਟੀ ਆਉਂਦੀ ਹੈ, ਸਮਾਜ ਜਿੱਥੇ ਅਸੀਂ ਵਿਚਰਦੇ ਹਾਂ। ਤੇ ਚੌਥਾ ਵੱਡਾ ਹਿੱਸਾ ਹੁੰਦਾ ਹੈ ਸੋਸ਼ਲ ਮੀਡੀਆ, ਸਮਾਜਿਕ ਪ੍ਰਚਾਰ ਕੀ ਹੋ ਰਿਹਾ, ਜਿਹਨੂੰ ਮਤਲਬ ਕਿ ਅਸੀਂ ਇਹ 3-4 ਦੇ ਵਿੱਚੋਂ ਮੈਕਸਿਮਮ ਸਾਡਾ ਐਕਸਪੋਜ਼ਰ ਹੈ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਹੈ। ਆਲਾ ਦੁਆਲਾ ਸੁਸਾਇਟੀ ਸਾਡੀ ਆ ਕਰੋਨਾ ਦੇ ਦੌਰ ਵਿੱਚ ਤਾਂ ਆਪਾਂ ਬਿਲਕੁਲ ਹੀ ਸੁੰਗੜ ਕੇ ਆਪਣੇ ਆਪ ਤੱਕ ਸਾਰੇ ਸੀਮਤ ਹੋ ਗਏ ਆ, ਪਰਿਵਾਰਾਂ ਤੋਂ ਬਾਹਰ ਨਹੀਂ ਨਿਕਲਦੇ। ਵਿਦਿਅਕ ਅਦਾਰਿਆਂ ਵਿੱਚ ਸਾਡਾ ਆਉਣਾ ਜਾਣਾ ਬੰਦ ਹੋ ਗਿਆ। ਪਰਿਵਾਰਾਂ ਵਿੱਚ ਭਾਵੇਂ ਅਸੀਂ ਰਹਿ ਰਹੇ ਹਾਂ, ਪਰਿਵਾਰਾਂ ਵਿੱਚ ਰਹਿ ਰਹੇ ਹਾਂ, ਬਟ ਪਰਿਵਾਰਾਂ ਵਿੱਚ ਰਹਿ ਕੇ ਵੀ ਸਾਡਾ ਪਰਿਵਾਰਾਂ ਨਾਲ ਲੈਣ ਦੇਣ ਨਹੀਂ ਹੈਗਾ। ਇਹ ਇੱਕ ਬਹੁਤ ਵੱਡੀ ਕਹਿ ਲਓ, ਇਹਨੂੰ ਵਿਡੰਬਣਾ ਕਹੋਗੇ ਸਾਡੀ, ਕਹਿ ਲਓ ਅਨਫੋਰਚੂਨੇਟਲੀ। ਕੀ ਹੈ ਕਿ ਪਰਿਵਾਰ ਵਿੱਚ ਅਸੀਂ ਤੇ ਸਾਡੇ ਬੱਚੇ ਰਹਿ ਜ਼ਰੂਰ ਰਹੇ ਹਾਂ, ਬਟ ਉਹ ਜਿਹੜੀ ਸਟਰਕਚਰ ਹੈ ਨਾ, ਉਹਦੀ ਬੌਂਡਿੰਗ ਬਹੁਤ ਵੀਕ ਹੋ ਚੁੱਕੀ ਹੈ। ਤੇ ਸੋਸ਼ਲ ਮੀਡੀਆ ਉੱਤੇ ਜਿਹੜਾ ਸਮਾਜਿਕ ਪ੍ਰਚਾਰ ਹੋ ਰਿਹਾ ਉਧਰ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਮੈਂ ਕੋਈ ਤੁਹਾਡੀਆਂ ਸਟੱਡੀਜ਼ ਆਸਟ੍ਰੇਲੀਅਨ ਦੇਖ ਰਿਹਾ ਸੀਗਾ, ਤੁਹਾਡਾ ਦਾ ਰਾਇਲ ਚਿਲਡਰਨ ਹਸਪੀਟਲ ਮੈਲਬੌਰਨ ਦਾ। ਇਹ ਇੱਕ ਛੋਟਾ ਜਿਹਾ ਮੈਂ ਉਹਨਾਂ ਦਾ ਇੱਕ ਅੱਜ ਬਰੋਸ਼ਰ ਪੜ੍ਹਿਆ ਤੇ ਉਹ ਚਾਈਲਡ ਹੈਲਥ ਪੋਲ ਦੇ ਉੱਤੇ ਕੀ ਗੱਲ ਕਰਦੇ ਨੇ ਕਿ ਵਾਟਸ ਹੈਪਨਿੰਗ ਇਨ ਆਵਰ ਹੋਮ, ਸਾਡੇ ਪਰਿਵਾਰਾਂ ਵਿੱਚ ਵਾਪਰ ਕੀ ਰਿਹਾ ਹੈ। ਅਸੀਂ ਪਰਿਵਾਰਾਂ ਵਿੱਚ ਬੈਠੇ ਤਾਂ ਪਰ ਸਾਡੇ ਬੱਚਿਆਂ ਦਾ ਬਹੁਤਾ ਸਮਾਂ ਸਕਰੀਨ ਦੇ ਉੱਤੇ ਹੈ। ਉਹ ਮਾਤਾ ਦੇ ਨਾਲ, ਪਿਤਾ ਨਾਲ, ਭੈਣ ਭਾਈ ਨਾਲ ਨਾ ਹੋ ਕੇ ਸਕਰੀਨ ਦੇ ਨਾਲ ਬਤੀਤ ਕਰ ਰਿਹਾ ਹੈ। ਇਹ ਥੋੜਾ ਜਿਹਾ ਡਾਟਾ ਜਿਹੜਾ ਮੈਂ ਹਰੇਡਲੀ ਦੇਖ ਸਕਿਆ ਕਿ ਆਸਟ੍ਰੇਲੀਆ ਦੇ ਵਿੱਚ 13 ਤੋਂ 18 ਸਾਲ ਦੀ ਉਮਰ ਦੇ ਲਗਭਗ 44% ਜਿਹੜੇ ਬੱਚੇ ਨੇ ਉਹ ਸਕਰੀਨ ਨੂੰ ਫੁੱਲੀ ਐਕਸਪੋਜ਼ਡ ਨੇ। ਇੱਥੋਂ ਤੱਕ ਕਿ 2 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ 14 ਘੰਟੇ ਜਿਹੜੇ ਨੇ ਉਹ ਸਕਰੀਨ ਤੇ ਆਵਰਸ ਸਕਰੀਨ ਟਾਈਮ ਪਰ ਵੀਕ, ਹਾਂਜੀ 14 ਘੰਟੇ ਹਫਤੇ ਵਿੱਚ ਐਕਸਪੋਜ਼ ਕਰਦੇ ਨੇ। ਤੇ ਮਤਲਬ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਐਕਸਪੋਜ਼ਰ ਵੀ ਉਸੇ ਤਰ੍ਹਾਂ ਹੈ ਕਿ 39 ਘੰਟਿਆਂ ਤੱਕ। ਜਦੋਂ ਪੇਰੈਂਟਸ ਐਕਸਪੋਜ਼ ਨੇ ਤੇ ਬੱਚੇ ਤਾਂ ਫ੍ਰੀ ਨੇ ਨਾ, ਫਿਰ ਉਹਨਾਂ ਨੇ ਵੀ ਤਾਂ ਆਪਣੇ ਆਪ ਨੂੰ ਉਸੇ ਮਾਹੌਲ 'ਚ ਲੈ ਕੇ ਜਾਣਾ ਜਿੱਥੇ ਪੇਰੈਂਟਸ ਨੇ ਜਿੱਥੋਂ ਜੋ ਉਹ ਕਰ ਰਹੇ ਨੇ ਉੱਥੇ ਵੀ ਉਹਨਾਂ ਨੇ ਲੈਣਾ। ਮਤਲਬ ਕਿ ਮੈਂ ਇਸ ਚੀਜ਼ ਨੂੰ ਨਿਗੇਟ ਨਹੀਂ ਕਰਾਂਗਾ ਕਿ ਇਹ ਗਲਤ ਹੈ, ਤੇ ਬਟ ਇਹਦੇ ਪ੍ਰੋ ਐਂਡ ਕੌਨਸ ਦੋਨੋਂ ਵਿਚਾਰਨੇ ਪੈਣੇ ਨੇ ਕਿ ਸਕਰੀਨ ਦੇ ਉੱਤੇ ਦੇਖਿਆ ਕੀ ਜਾ ਰਿਹਾ। ਦੇਖਿਆ ਕੁਝ ਵੀ ਜਾ ਰਿਹਾ ਹੋਵੇ, ਹੈਲਥ ਸਪੈਸ਼ਲਿਸਟ ਇਹ ਗੱਲ ਦੱਸਦੇ ਨੇ ਕਿ ਸਕਰੀਨ ਲੰਮੇ ਸਮੇਂ ਲਈ ਤੁਹਾਡੀ ਸਿਹਤ ਲਈ ਜਿਹੜੀ ਹੈ ਉਹ ਹਾਨੀਕਾਰਕ ਹੈ। ਪਰ ਜੇ ਉਹ ਸਕਰੀਨ ਦੇ ਉੱਤੇ ਜੋ ਦੇਖਿਆ ਜਾ ਰਿਹਾ ਉਹ ਵੀ ਗਲਤ ਹੈ, ਫਿਰ ਤੁਹਾਡੇ ਮਨ ਲਈ ਵੀ ਹਾਨੀਕਾਰਕ ਹੈ। ਕਿਉਂਕਿ ਜਿਹੜੀ ਇਹ ਸਟੱਡੀ ਮੈਂ ਦੇਖ ਰਿਹਾ ਤੁਹਾਡੀ ਚਾਈਲਡ ਹੈਲਥ ਪੋਲ ਆਸਟ੍ਰੇਲੀਅਨ ਗਵਰਨਮੈਂਟ ਦਾ ਜਿਹੜਾ ਰਾਇਲ ਚਿਲਡਰਨ ਹਸਪੀਟਲ ਮੈਲਬੌਰਨ ਵੱਲੋਂ, ਉਹਦੇ ਵਿੱਚ ਇਹ 2015 ਦੀ ਜਿਹੜੀ ਮੈਂਟਲ
ਹੈਲਥ ਹੈ ਚਿਲਡਰਨ ਤੇ ਐਡੋਲੈਸੈਂਟ ਦੀ, ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚ ਮੰਨਣਾ ਹੈ ਕਿ 7 ਵਿੱਚੋਂ ਇੱਕ ਬੰਦਾ ਮੈਂਟਲ ਡਿਸਆਰਡਰ ਨਾਲ ਮਤਲਬ ਕਿ ਇਫੈਕਟਡ ਹੈ। ਮਤਲਬ ਕਿ 2 ਪਰਿਵਾਰਾਂ ਚੋਂ ਇੱਕ ਬੰਦਾ ਇਹ ਜਿਹੜਾ ਦਿਮਾਗੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿਸੇ ਨਾ ਕਿਸੇ ਕਾਰਨ ਕਰਕੇ, ਕਿਉਂਕਿ 2 ਪਰਿਵਾਰਾਂ ਵਿੱਚ ਇੱਕ ਬੰਦੇ ਦਾ ਹੋਣਾ ਲਗਭਗ 15% ਹੋ ਗਿਆ, ਤੇ 8 ਵਿੱਚੋਂ ਜੇ ਤੁਹਾਡਾ ਇੱਕ 7 ਵਿੱਚੋਂ ਇੱਕ ਹੋ ਜਾਂਦਾ ਹੈ। ਸੋ ਇਹ ਚੀਜ਼ ਜਿਹੜੀ ਹੈ ਆਸਟ੍ਰੇਲੀਆ ਦੀ ਹੀ ਨਹੀਂ, ਇਹ ਸਮੁੱਚੇ ਗਲੋਬ ਦੇ ਉੱਤੇ ਇਹ ਸਾਰੇ ਵਿਸ਼ਵ ਦੇ ਵਿੱਚ ਇਦਾਂ ਦਾ ਹੀ ਵਰਤਾਰਾ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਤੱਕ ਇੱਧਰ ਨੂੰ ਬਹੁਤਾ ਧਿਆਨ ਸਰਕਾਰਾਂ ਦੇ ਨਹੀਂ ਗਿਆ, ਬਟ ਹੁਣ ਜਿਵੇਂ ਜਿਵੇਂ ਅਸੀਂ ਡਿਵੈਲਪ ਹੋ ਰਹੇ ਹਾਂ ਤੇ ਸਰਕਾਰਾਂ ਦੇ ਧਿਆਨ ਜਿਹੜੇ ਇਹ ਨਿੱਕੀਆਂ ਨਿੱਕੀਆਂ ਮਾਈਨਰ ਗੱਲਾਂ ਨੂੰ ਵੱਡੇ ਕਰਕੇ ਮਾਈਕਰੋਸਕੋਪ ਥੱਲੇ ਰੱਖ ਕੇ ਦੇਖਿਆ ਜਾਂਦਾ ਹੈ। ਇਹ ਜ਼ਰੂਰੀ ਹੈ ਔਰ ਇੰਪੋਰਟੈਂਟ ਹੈ ਤਾਂ ਕਿ ਸਾਡਾ ਜਿਹੜਾ ਫਿਊਚਰ ਹੈ ਉਹਨੂੰ ਅਸੀਂ ਚੰਗੇ ਢੰਗ ਨਾਲ ਸੰਭਾਲ ਲਈਏ। ਸੋ ਮੈਂ ਹੁਣ ਇਹਦੇ ਨਾਲ ਨਾਲ ਇਹ ਸਾਰੇ ਸਿਨੈਰੀਓ ਵੀ ਤੁਹਾਨੂੰ ਸਾਡੇ ਵਿਰਸੇ ਵੱਲ ਝਾਤ ਥੋੜੀ ਜਿਹੀ ਲੈ ਕੇ ਜਾਊਂਗਾ ਵੀ ਇਹ ਜਿਹੜੀ ਮਾਨਸਿਕ ਪਰੇਸ਼ਾਨੀਆਂ ਨੇ, ਐਂਗਜ਼ਾਇਟੀ ਹੈ ਨਾ, ਫਿਰ ਉਹ ਸੁਸਾਈਡ ਨੂੰ ਜਨਮ ਵੀ ਦਿੰਦੀ ਹੈ, ਫਿਰ ਸੋਸ਼ਲ ਬੌਂਡਿੰਗ ਵੀ ਤੋੜਦੀ ਹੈ, ਬੱਚਿਆਂ ਨੂੰ ਮਾਂ-ਬਾਪ ਤੋਂ ਕਈ ਗੱਲਾਂ ਲੁਕਾਉਣ ਦੇ ਲਈ ਪ੍ਰੇਰਿਤ ਕਰਦੀ ਹੈ, ਉਸ ਤੋਂ ਬਾਅਦ ਫਿਰ ਇਹ ਕ੍ਰਾਈਮ ਨੂੰ ਜਨਮ ਵੀ ਦੇ ਦਿੰਦੀ ਹੈ। ਇਹਦੇ ਨਾਲ ਕਈ ਤਰ੍ਹਾਂ ਦੇ ਮੈਂਟਲ ਔਰ ਫਿਜ਼ੀਕਲ ਡਿਸਆਰਡਰ ਪੈਦਾ ਹੁੰਦੇ ਨੇ, ਸੋਸ਼ਲ ਤੇ ਇਕੋਲੋਜੀਕਲ ਡਿਸਟਰਬੈਂਸਿਸ ਪੈਦਾ ਹੁੰਦੀਆਂ, ਜਿਹਦੇ ਨਾਲ ਹੌਲੀ ਹੌਲੀ ਸਾਰਾ ਢਾਂਚਾ ਹੀ ਹਿੱਲ ਸਕਦਾ ਹੈ। ਹੁਣ ਜੇ ਆ ਚਾਈਲਡ ਹੈਲਥ ਪੋਲ 'ਚ ਮੈਂ ਇੱਕ ਹੋਰ ਗ੍ਰਾਫ ਤੁਹਾਡਾ ਦੇਖਿਆ, ਇਹਦੇ ਵਿੱਚ ਦੇਖੋ ਸਮਾਰਟਫੋਨ ਓਨਰਸ ਆ ਤੁਹਾਡੇ ਪਰਿਵਾਰਾਂ 'ਚ, ਆਪਾਂ 30-35 ਪਰਿਵਾਰ ਜਿੰਨੇ ਵੀ ਅੱਜ ਜੁੜੇ ਆ ਆਪਣੇ ਪਰਿਵਾਰਾਂ ਵਿੱਚ, ਤੁਸੀਂ ਇਸ ਡਾਟੇ ਨੂੰ ਥੋੜਾ ਵੈਲੀਡੇਟ ਕਰਿਓ ਵੀ ਇਹ ਡਾਟੇ ਦੀ ਵੈਲੀਡੇਸ਼ਨ ਕਿੰਨੀ ਕੁ ਹੈ। ਭਾਵੇਂ ਉਹਨੇ ਕਲੇਮ ਕੀਤਾ ਹੈ ਕਿ ਇਹ ਲਗਭਗ 6300 ਪਰਿਵਾਰਾਂ ਦਾ ਡਾਟਾ ਹੈ। ਤੁਸੀਂ ਦੇਖ ਸਕਦੇ ਹੋ ਕਿ ਐਵਰੇਜ ਜਿਹੜਾ ਹੈਗਾ 63% ਬੱਚੇ ਓਨ ਕਰਦੇ ਨੇ ਆਪਣੀਆਂ ਸਕਰੀਨ ਸਮਾਰਟਫੋਨਸ ਨੂੰ, ਜਿਨ੍ਹਾਂ ਵਿੱਚੋਂ 13 ਤੋਂ 18 ਸਾਲ ਦੇ ਬੱਚਿਆਂ 'ਚ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ 94% ਬੱਚਿਆਂ ਕੋਲੇ ਆਪਣੇ ਸਮਾਰਟਫੋਨ ਤੇ ਟੈਬਲੇਟ ਆਸਟ੍ਰੇਲੀਆ ਦਾ ਡਾਟਾ ਹੈ ਇਹ ਹਨ। 3 ਸਾਲ ਤੋਂ ਘੱਟ ਵਾਲੇ ਵੀ 17% ਬੱਚੇ ਨੇ, 3 ਤੋਂ 6 ਸਾਲ ਤੱਕ ਹੋਰ 36% ਹੋ ਜਾਂਦੇ ਨੇ, 6 ਤੋਂ 13 ਤੱਕ 67% ਹੋ ਜਾਂਦੇ ਨੇ। ਹੁਣ ਇਹ ਜਿਹੜੀ ਚੀਜ਼ ਹੈ ਇਹਦੇ ਨਾਲ ਸਾਡੀਆਂ 3 ਸੰਸਥਾਵਾਂ ਨੇ, ਇੱਕ ਤਾਂ ਉਹ ਵੀਕ ਹੋ ਰਹੀਆਂ ਨੇ, ਪਰਿਵਾਰ, ਵਿਦਿਅਕ ਅਦਾਰੇ ਔਰ ਤੁਹਾਡੀ ਸੁਸਾਇਟੀ, ਤੇ ਜਿਹੜਾ ਚੌਥਾ ਪੱਖ ਹੈ ਸੋਸ਼ਲ ਮੀਡੀਆ ਦਾ, ਉਹ ਤੁਹਾਡੇ ਤੇ ਭਾਰੂ ਹੁੰਦਾ ਜਾ ਰਿਹਾ। ਹੁਣ ਇਹਦੇ ਅਸਰ ਮਾਰੂ ਕੀ ਤੇ ਕਿਵੇਂ ਹੋ ਰਹੇ ਨੇ ਉਹ ਆਪਾਂ ਦੇਖ ਚੁੱਕੇ ਹਾਂ ਕਿ ਆਸਟ੍ਰੇਲੀਅਨ ਗਵਰਨਮੈਂਟ ਦੱਸਦੀ ਹੈ ਕਿ 2015 ਦੇ ਵਿੱਚ ਸਾਡਾ 7 ਮਗਰ ਇੱਕ ਬੰਦਾ ਜਿਹੜਾ ਸੀਗਾ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਹੁਣ ਜਦੋਂ ਮੈਨੂੰ ਆਪਣੇ ਵਿਰਸੇ ਨਾਲ ਦੇਖਦਾ ਵੀ ਸਾਡੀਆਂ ਜਿਹੜੀਆਂ ਅੱਜ ਦੀਆਂ ਪਰੇਸ਼ਾਨੀਆਂ ਨੇ, ਕੀ ਇਹ ਪਰੇਸ਼ਾਨੀਆਂ ਇਹਨਾਂ ਪਰੇਸ਼ਾਨੀਆਂ ਨਾਲੋਂ ਵੱਡੀਆਂ ਨੇ? ਇਹਨੂੰ ਇਹ ਦੇਖੋ ਕਿਸੇ ਫਿਲਮ ਦੀ ਕਹਾਣੀ ਨਹੀਂ ਹੈ, ਇਹ ਕੋਈ ਕਲਪਨਾ ਨਹੀਂ ਹੈ, ਇਹ ਸਾਡਾ ਪਿਆਰ ਭਿੱਜਿਆ ਇਤਿਹਾਸ ਹੈ ਜਿੱਥੋਂ ਸਾਨੂੰ ਕਦਾਚਿਤ ਵੀ ਟੁੱਟਣਾ ਨਹੀਂ ਚਾਹੀਦਾ। ਇਹ ਟੁੱਟ ਜਾਣ ਕਾਰਨ ਹੀ ਸਾਰੀਆਂ ਡਿਸਟਰਬੈਂਸਿਸ ਪੈਦਾ ਹੋ ਰਹੀਆਂ ਨੇ। ਸੋਚੋ ਤਾਂ ਸਹੀ, ਮਤਲਬ ਕਿ ਮਾਂ ਦੀ ਝੋਲੀ ਵਿੱਚ ਬੱਚੇ ਦੇ ਟੋਟੇ ਟੋਟੇ ਕਰਕੇ ਪਾ ਦੇਣਾ ਤੇ ਬੱਚੇ ਦਾ ਫੇਰ ਵਾਹਿਗੁਰੂ ਉਚਰਨਾ ਤੇ ਮਾਂ ਦਾ ਫੇਰ ਸ਼ੁਕਰ ਹੈ ਉਚਾਰਨਾ, ਮਤਲਬ ਕਿ ਇਹ ਕੀ ਸੀਗੀ, ਵਾਟ ਲੈਵਲ ਆਫ ਐਜੂਕੇਸ਼ਨ ਇਟ ਵਾਜ਼। ਤੁਹਾਨੂੰ ਇਹ ਵਿਚਾਰਨਾ ਪਊਗਾ। ਕਿਸੇ ਵੀ ਹਕੂਮਤ ਵਿੱਚ ਕੰਮ ਕਰ ਰਹੇ ਹੋਵੋ, ਕਿਸੇ ਵੀ ਭੂਗੋਲਿਕ ਖਿੱਤੇ ਵਿੱਚ ਕੰਮ ਕਰ ਰਿਹਾ ਕੋਈ ਵੀ ਨਿਰਪੱਖ ਵਿਅਕਤੀ ਜਦੋਂ ਹਿਸਟਰੀ ਦੇ ਇਹਨਾਂ ਪੰਨਿਆਂ ਨੂੰ ਵਿਚਾਰੇਗਾ ਉਹਦੇ ਅੰਦਰ ਜ਼ਰੂਰ ਸਵਾਲ ਪੈਦਾ ਹੋਵੇਗਾ ਕਿ ਇਹ ਲੋਕ ਅਕਸਰ ਇਹਨਾਂ ਨੂੰ ਕਿਹੜੇ ਵਿਦਿਅਕ ਢਾਂਚੇ ਵਿੱਚੋਂ ਕੱਢਿਆ ਗਿਆ ਸੀ, ਇਹਨਾਂ ਦੀ ਘਾੜਤ ਕਿਵੇਂ ਹੋਈ ਸੀ, ਇਹਨਾਂ ਦੀ ਮੈਂਟਰਿੰਗ ਕਿਹਨੇ ਤੇ ਕਿਵੇਂ ਕੀਤੀ ਸੀ ਕਿ ਇਹ ਲੋਕ ਖੋਪੜ ਤਾਂ ਲਾ ਲੈਂਦੇ ਸਨ ਪਰ ਚਿਹਰੇ ਤੋਂ ਚੜ੍ਹਦੀ ਕਲਾ ਨਹੀਂ ਸੀ ਜਾਂਦੀ। ਮਤਲਬ ਕਿ ਇਹ ਕੁਝ ਸਵਾਲ ਨਹੀਂ ਜਿਹਨੂੰ ਭਾਈ ਵੀਰ ਸਿੰਘ ਹੋਰਾਂ ਨੇ ਲਿਖਿਆ ਕਿ ਸਿੱਖੀ ਹੈ ਨਿਵਾਸ ਚੜ੍ਹਦੀ ਕਲਾ, ਸੁਰਤ ਨੂੰ ਸਦਾ ਹੀ ਰੱਖਣਾ। ਮਤਲਬ ਕਿ ਅਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਹੋਈਏ, ਇਹ ਸਾਨੂੰ ਗੱਲ ਮਜਬੂਰ ਕਰਦੀ ਹੈ, ਸਾਨੂੰ ਹਿਲਾਉਂਦੀ ਹੈ ਵੀ ਅਕਸਰ ਨੂੰ ਉਹ ਦੇਖੋ ਹੈ ਤਾਂ ਐਜੂਕੇਸ਼ਨ ਹੀ ਹੈ ਨਾ, ਕੋਈ ਬੰਦਾ ਕਿਵੇਂ ਉਹਦਾ ਬਿਹੇਵੀਅਰ ਕੀ ਹੈ ਸਮਾਜ ਪ੍ਰਤੀ, ਉਹ ਕਿਵੇਂ ਕਰ ਰਿਹਾ, ਉਹਦੇ ਮਗਰ ਸਾਰਾ ਕੁਝ ਵਿਦਿਆ ਦਾ ਹੀ ਕੰਮ ਕਰ ਰਿਹਾ, ਉਹਦੀ ਮੈਂਟਰਿੰਗ ਹੀ ਉਹਦੀ ਘਾਟ ਹੀ ਸਾਰਾ ਅਦਾ ਕਰ ਰਹੀ ਹੈ। ਸੋ ਇੱਥੇ ਇੱਕ ਸਵਾਲ ਇਹ ਉੱਠਦਾ ਕਿ ਜੇ ਅੱਜ ਵਿਸ਼ਵ ਪੱਧਰ ਉੱਤੇ ਮਾਨਸਿਕ ਪਰੇਸ਼ਾਨੀਆਂ ਮਤਲਬ ਕਿ ਪ੍ਰੋਬਲਮ ਬਣ ਰਹੀਆਂ ਨੇ ਤੇ ਸਾਡੀ ਵਿਰਾਸਤੀ ਵਿਦਿਅਕ ਪ੍ਰਣਾਲੀ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਵੀ ਉਹ ਕਿਹੋ ਜਿਹੀ ਘਾਟ ਸੀ ਜਿੱਥੇ ਪਰੇਸ਼ਾਨੀ ਬਣਦੀ ਹੋਈ ਕੋਈ ਨਹੀਂ ਸੀਗੀ। ਐਡਾ ਵੱਡੇ ਦੁੱਖ
ਅੱਖਾਂ ਸਾਹਮਣੇ ਖੜੇ ਹੋਣ ਤੇ ਫਿਰ ਵੀ ਬੰਦਾ ਆਪਣਾ ਈਮਾਨ ਨਾ ਛੱਡੇ, ਆਪਣੇ ਸਿਧਾਂਤ ਨਾ ਛੱਡੇ ਤੇ ਭਾਣਾ ਮਿੱਠਾ ਕਰਕੇ ਮੰਨੇ। ਦਾ ਮਤਲਬ ਹੈ ਕਿ ਅਸੀਂ ਭਾਵੇਂ ਬਾਣੀ ਪੜ੍ਹ ਰਹੇ ਹਾਂ ਪਰ ਅਸੀਂ ਕੁਝ ਨਾ ਕੁਝ ਮਿਸ ਕਰ ਰਹੇ ਹਾਂ ਉਸ ਵਿਧੀ ਦਾ, ਜਿਹੜੀ ਵਿਧੀ ਸਾਨੂੰ ਸਾਡੇ ਬਜ਼ੁਰਗਾਂ ਨੇ ਦ੍ਰਿੜ ਕਰਾਈ ਸੀ। ਆਪਾਂ ਉਹਦੇ ਵੱਲ ਨੂੰ ਵਧਣਾ ਹੈ। ਭਾਈ ਵੀਰ ਸਿੰਘ ਹੋਰਾਂ ਨੇ, ਜੇ ਤੁਸੀਂ ਭਾਈ ਸਾਹਿਬ ਦੇ ਨਾਵਲ ਪੜ੍ਹੇ ਹੋਣ, ਉਹਨਾਂ ਨੇ ਆਪਣੇ ਨਾਵਲਾਂ ਵਿੱਚ ਇਹ ਗੱਲ ਬਹੁਤ ਦ੍ਰਿੜ ਕਰਵਾਈ ਹੈ, ਖਾਸ ਕਰਕੇ ਸਤਵੰਤ ਕੌਰ ਤੇ ਬਾਬਾ ਨੌ ਸਿੰਘ ਵਿੱਚ, ਕਿ ਹਰ ਸਿੱਖ ਲਈ ਆਪਣੇ ਬੱਚਿਆਂ ਨੂੰ ਗੁਰਮਤ ਦੀ ਰਹਿਣੀ ਦ੍ਰਿੜ ਕਰਵਾਉਣੀ ਇੱਕ ਪਰਮ ਧਰਮ ਸੀ। ਇਹ ਬਰਟਲੈਂਡ ਰਸਲ ਵੀ ਇਸ ਗੱਲ ਨੂੰ ਲਿਖਦਾ ਹੈ ਵੀ ਸਿੱਖੀ ਜਿੰਨੀ ਪ੍ਰਫੁੱਲਤ ਹੋਈ ਹੈ। ਬਰਟਲੈਂਡ ਰਸਲ ਬਾਰੇ ਤੁਸੀਂ ਸੁਣਿਆ ਹੋਣਾ, ਇਹ ਕੈਂਬਰਿਜ ਦਾ ਪ੍ਰੋਫੈਸਰ ਸੀਗਾ ਤੇ ਬੇਸਿਕਲੀ ਇਹ ਨਾਸਤਿਕ ਸੀਗਾ ਤੇ ਇਹਨੇ ਦੁਨੀਆ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਬਾਰੇ ਬਹੁਤ ਗਲਤ ਲਿਖਿਆ। ਈਵਨ ਕ੍ਰਿਸਚੀਅਨਸ ਬਾਰੇ, ਇਹਨੇ ਕ੍ਰਿਸਚੀਅਨਿਟੀ ਬਾਰੇ ਵੀ ਬਹੁਤ ਕੁਝ ਲਿਖਿਆ। ਔਰ ਉਹ ਕਹਿੰਦੇ ਨੇ ਕਿ ਇਹਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਈਸਾਈ ਬੱਚੇ ਗੁੰਮਰਾਹ ਹੋਏ, ਉਹਨਾਂ ਨੇ ਧਰਮ ਨੂੰ ਛੱਡਿਆ। ਤੇ ਇਹਨੇ ਬੜੀ, ਆਪਣੇ ਵਿਦਵਾਨ ਸੀਗਾ, ਇਹ ਨੋਬਲ ਲਾਰੇਟ ਹੈ ਜੀ। ਬਰਟਲੈਂਡ ਰਸਲ ਨੂੰ ਨੋਬਲ ਪ੍ਰਾਈਜ਼ ਮਿਲਿਆ ਉਹਦੀਆਂ ਲਿਖਤਾਂ ਦੇ ਉੱਤੇ। ਬਹੁਤ ਮਤਲਬ ਕਿ ਕਾਬਲ ਔਰ ਪ੍ਰਭਾਵਸ਼ਾਲੀ ਲਿਖਾਰੀ ਸੀਗਾ ਉਹ। ਤੇ ਉਹ ਕਹਿੰਦਾ ਵੀ ਉਸੇ ਪ੍ਰਭਾਵ ਦੇ ਵਿੱਚ ਉਹਨੇ ਸਿੱਖਾਂ ਤੇ ਲਿਖਣ ਦਾ ਮਨ ਵੀ ਬਣਾ ਲਿਆ ਵੀ ਜਿਵੇਂ ਧਰਮ ਹੈ ਇਹ ਗੁੰਮਰਾਹ ਕਰਦਾ ਬੰਦੇ ਨੂੰ, ਇਹ ਇਨਸਾਨੀਅਤ ਤੋਂ ਦੂਰ ਲਿਆਉਂਦਾ, ਇਹ ਉਹਦੇ ਅੰਦਰ ਕੱਟੜਤਾ ਪੈਦਾ ਕਰਦਾ ਹੈ। ਐਂਡ ਵਨ ਆਫ ਦਾ ਅਦਰ ਵੇ, ਉਹਦੇ ਮਨ 'ਚ ਕਈ ਤਰ੍ਹਾਂ ਦੀਆਂ ਮਿਸਕਨਸੈਪਸ਼ਨ ਸੀਗੀਆਂ ਬਰਟਲੈਂਡ ਰਸਲ ਦੇ ਮਨ, ਜਿਹਦੇ ਕਾਰਨ ਉਹਨੇ ਬਾਕੀ ਧਰਮਾਂ ਬਾਰੇ ਉਹ ਲਿਖਿਆ। ਤੇ ਉਹਨੂੰ ਸੀ ਸਿੱਖ ਧਰਮ ਵੀ ਇਦਾਂ ਦਾ ਇੱਕ ਧਰਮ ਹੈਗਾ ਤੇ ਮੈਂ ਹੁਣ ਇਹਦੇ ਤੇ ਵੀ ਲਿਖਾਂ ਵੀ ਇਹ ਵੀ ਦੁਨੀਆ ਵਿੱਚ ਆਪਣੇ ਆਪ ਨੂੰ ਬੜਾ ਜ਼ਿਕਰ ਕਰਦੇ ਆ ਕਿ ਅਸੀਂ ਧਰਮੀ ਆ। ਤੇ ਉਹ ਲਿਖਣ ਤੋਂ ਪਹਿਲਾਂ, ਜਿਵੇਂ ਤੁਸੀਂ ਤਾਂ ਰਹਿੰਦੇ ਹੋ ਵਿਦੇਸ਼ਾਂ ਦੇ ਵਿੱਚ, ਤੁਹਾਨੂੰ ਪਤਾ ਵੀ ਇਹ ਲੋਕ ਜਿਹੜੇ ਵਿਦਵਾਨ ਹੁੰਦੇ ਨੇ ਇਹ ਹੁੰਦੇ ਨਿਰਪੱਖ ਹੀ ਨੇ ਤੇ ਗੱਲ ਕਹਿਣ ਤੋਂ ਪਹਿਲਾਂ ਕੁਝ ਪੜ੍ਹਦੇ ਵੀ ਨੇ ਤੇ ਸੋਚਦੇ ਵੀ ਨੇ ਤੇ ਵਿਚਾਰਦੇ ਵੀ ਨੇ। ਬਰਟਲੈਂਡ ਰਸਲ ਅੱਧ ਦਰਜੇ ਦਾ ਨਸ਼ਈ ਸੀ, ਸਿਗਰਟ ਬਹੁਤ ਪੀਂਦਾ ਸੀ। ਜਦੋਂ ਉਹਨੇ ਗੱਲ ਸਿੱਖਾਂ ਬਾਰੇ ਕਰਨੀ ਸੀ ਤੇ ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਵੀ ਪੜ੍ਹ ਕੇ ਕੁਝ ਲਿਖੂਗਾ ਨਾ। ਤੇ ਜਦੋਂ ਕਹਿੰਦਾ ਮੈਂ ਪੜ੍ਹਿਆ ਤੇ ਮੈਨੂੰ ਇੰਜ ਲੱਗਿਆ ਵੀ ਜਿਹੜੀਆਂ ਗੱਲਾਂ ਮੈਂ ਕਹਿਣਾ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਮੇਰੇ ਤੋਂ ਪਹਿਲਾਂ ਕਹੀ ਜਾ ਰਹੇ। ਤੇ ਉਹਨੇ ਗਿਲਾ ਕੀਤਾ, ਕਹਿੰਦਾ ਗੁਰੂ ਗੋਬਿੰਦ ਸਿੰਘ ਇੰਗਲੈਂਡ ਦੀ ਧਰਤੀ ਤੇ ਪੈਦਾ ਹੋਏ ਹੁੰਦੇ ਤਾਂ ਅੱਜ ਇੰਗਲੈਂਡ ਦੀ ਇੱਟ ਨੇ ਸਿੱਖ ਹੋਣਾ ਸੀ। ਕਹਿੰਦਾ ਸਿੱਖਾਂ ਨੂੰ ਗੱਲ ਹੀ ਦੱਸਣੀ ਹੋਈ ਨਹੀਂ ਆਈ ਵੀ ਗੱਲ ਹੈ ਕੀ ਹੈ। ਕਹਿੰਦਾ ਐਡੀ ਵੱਡੀ ਵਿਚਾਰਧਾਰਾ, ਐਡਾ ਸੋਸ਼ਲਿਜ਼ਮ, ਐਡੀ ਗ੍ਰਾਸ ਰੂਟ ਤੇ ਪਕੜ ਇਸ ਆਈਡੀਓਲੋਜੀ ਦੀ। ਪਰ ਕਹਿੰਦਾ ਸਿੱਖ ਜਿਹੜੇ ਨੇ ਨਾ, ਇਹਨਾਂ ਨੇ ਇਸ ਗੱਲ ਨੂੰ ਅੱਗੇ ਵਧਾਉਣ ਲਈ ਇੰਨਾ ਜ਼ਰੂਰ ਕੀਤਾ 18ਵੀਂ ਸਦੀ ਤੱਕ ਕਿ ਹਰ ਸਿੱਖ ਆਪਣੇ ਬੱਚੇ ਨੂੰ ਗੁਰਮਤ ਰਹਿਣੀ ਦ੍ਰਿੜ ਕਰਾਉਣਾ ਆਪਣਾ ਪਰਮ ਧਰਮ ਸਮਝਦਾ ਸੀ। ਪਰ ਕਹਿੰਦਾ ਸਿੱਖਾਂ ਨੇ ਹੁਣ ਇਹ ਵੀ ਛੱਡ ਦਿੱਤਾ। ਕਹਿੰਦਾ 18ਵੀਂ ਸਦੀ ਵਿੱਚ ਜਿੰਨੀ ਸਿੱਖੀ ਪ੍ਰਫੁੱਲਤ ਹੋਈ ਇਹ ਸੀਨਾ ਬਸੀਨਾ ਹੋਈ। ਬਹੁਤ ਨੇੜਲੀ ਸੰਗਤ ਤੋਂ, ਮਾਤਾ ਪਿਤਾ ਤੋਂ, ਆਲੇ ਦੁਆਲੇ ਤੋਂ ਕੋਈ ਬਹੁਤ ਵੱਡਾ ਪ੍ਰਚਾਰ ਉਹ ਕਹਿੰਦਾ ਸਿੱਖਾਂ ਨੂੰ ਕਰਨ ਦਾ ਮੌਕਾ ਹੀ ਨਹੀਂ ਮਿਲਿਆ 18ਵੀਂ ਸਦੀ ਦੇ ਵਿੱਚ, ਕਿਉਂਕਿ ਪੱਤਾ ਪੱਤਾ ਦਾ ਸਿੰਘਾਂ ਦਾ ਵੈਰੀ ਸੀ। ਦੀਵਾਨ ਤਾਂ ਜਿਵੇਂ ਅੱਜ ਦੇਖੋ ਆਪਾਂ ਹੁਣ ਸੋਸ਼ਲ ਮੀਡੀਆ ਤੇ ਬੈਠੇ ਅੱਜ ਆ ਕਲਾਸ ਲੈ ਰਹੇ ਹਾਂ ਜਾਂ ਗੱਲਬਾਤ ਕਰ ਰਹੇ ਹਾਂ, ਇਸ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਬਹੁਤ ਚੈਨਲ ਚੱਲ ਰਹੇ ਨੇ। ਜਦੋਂ ਆ ਕਰੋਨਾ ਬੰਦ ਨਹੀਂ ਸੀ ਤਾਂ ਦੀਵਾਨਾਂ ਦੀ ਪੂਰੀ ਭਰਮਾਰ ਸੀ ਤੇ ਹਜੇ ਵੀ ਚੱਲ ਰਹੇ ਨੇ। ਪਰ 18ਵੀਂ ਸਦੀ ਵਿੱਚ ਇਸ ਤਰ੍ਹਾਂ ਨਹੀਂ ਸੀ। ਇਸ ਨੂੰ ਇਮੇਜਿਨ ਕਰੋ ਕਿ ਬਿਲਕੁਲ ਹੀ ਨਹੀਂ ਸੀ। ਤੁਸੀਂ 5 ਸਿੱਖ 4 ਸਿੱਖ ਇਕੱਠੇ ਹੋ ਕੇ ਕਿਤੇ ਦੀਵਾਨ ਦੀ ਮਤਲਬ ਹੀ ਕੋਈ ਨਹੀਂ ਸੀ, ਮਗਰ ਫੌਜਾਂ ਚੜੀਆਂ ਤੇ ਸਿੱਖਾਂ ਦੀ ਹਰ ਥਾਂ ਖੁਰਾ ਖੋਜ ਮਟਾਉਣ ਲਈ ਪਤਾ ਨਹੀਂ। ਹਾਂ ਵਿੱਚ ਸਮਾਂ ਆਇਆ ਜੋ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ, ਵਿੱਚ ਸਮੇਂ ਆਏ ਜਿੱਥੇ ਸਿੱਖਾਂ ਨੂੰ ਸਮਾਂ ਮਿਲਿਆ ਪ੍ਰਫੁੱਲਤ ਹੋਣ ਦਾ। ਬਟ ਵੱਡਾ ਸਮਾਂ 18ਵੀਂ ਸਦੀ ਦਾ ਉਹ ਸੀ ਜਿੱਥੇ ਦੁਸ਼ਮਣ ਸਾਨੂੰ ਸਾਡਾ ਖੁਰਾ ਖੋਜ ਮਟਾਉਣ ਲਈ ਸਾਡੀ ਧੌਣ ਤੇ ਖੜਾ ਰਹਿੰਦਾ ਸੀ। ਮਤਲਬ ਕਿ ਪਰ ਬਰਟਲੈਂਡ ਕਹਿੰਦਾ ਉਹ ਸਮੇਂ ਸਿੱਖੀ ਨੇ ਮੈਕਸਿਮਮ ਰਾਈਜ਼ ਕੀਤਾ। ਕਿਉਂ ਕੀਤਾ? ਕਿਉਂਕਿ ਜਿਹੜੇ ਪਰਿਵਾਰ ਸੀ ਨਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਬਹੁਤ ਨਿਭਾਈ, ਕੌਮ ਦੇ ਆਗੂਆਂ ਨੇ, ਮੈਂਟਰਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਇਹ ਹੁਣ ਪਰਿਵਾਰ ਇਹ ਕੰਮ ਛੱਡ ਚੁੱਕੇ ਨੇ। ਇਸ ਕਰਕੇ
ਇਹ ਕੰਮ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਪਰਿਵਾਰਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸਿਖਲਾਈ ਢਾਂਚਾ ਜਿਹੜਾ ਹੈ ਇਹਦੇ ਚ ਪਰਿਵਾਰ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ, ਸਮਾਜ ਦਾ, ਸੰਸਥਾਵਾਂ ਦਾ ਤਾਂ ਹੈ ਹੀ ਹੈ, ਪਰ ਪਰਿਵਾਰ ਜੇ ਵੀਕ ਹੋਣਗੇ ਤਾਂ ਇਹਦਾ ਅਸਰ ਅੰਦਾਜ਼ ਨਹੀਂ ਨਜ਼ਰ ਆਵੇਗਾ। ਹੁਣ ਸਿਖਲਾਈ ਢਾਂਚੇ 'ਚ ਦੋ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ, ਇੱਕ ਤਾਂ ਰਿਸੋਰਸਸ, ਇੱਕ ਮੈਂਟਰਿੰਗ। ਸਰਦਾਰ ਦਰਬਾਰਾ ਸਿੰਘ ਹੋਰਾਂ ਦਾ ਜ਼ਿਕਰ ਮੈਂ ਬਹੁਤ ਵਾਰੀ ਕਰਿਆ ਕਰਦਾ। ਸਰਦਾਰ ਦਰਬਾਰਾ ਸਿੰਘ ਇੱਕੋ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਸੀਂ ਵਿਸਾਰ ਦਿੱਤਾ, ਭੁੱਲੀ ਵਿਸਾਰੀ ਸ਼ਖਸੀਅਤ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਬੰਦਾ ਬਹਾਦਰ ਨੂੰ ਪੰਜਾਬ ਦੀ ਧਰਤੀ ਉੱਤੇ ਜ਼ੁਲਮ ਦਾ ਨਾਸ਼ ਕਰਨ ਲਈ ਤੋਰਿਆ ਤਾਂ ਉਹਨਾਂ ਦੇ ਨਾਲ ਭਾਈ ਵਿਨੋਦ ਸਿੰਘ ਹੋਰੀ ਪੰਜਾਂ ਸਿੰਘਾਂ ਵਿੱਚੋਂ ਇੱਕ ਸਨ। ਉਹਨਾਂ ਦੀ ਅਗਵਾਈ ਵਿੱਚ ਪੰਜਾਂ ਸਿੰਘਾਂ ਦਾ ਜਥਾ ਤੋਰਿਆ ਗਿਆ। ਭਾਈ ਵਿਨੋਦ ਸਿੰਘ ਹੋਰਾਂ ਨੂੰ ਬੁੱਢਾ ਦਲ ਦੇ ਪਹਿਲੇ ਜਥੇਦਾਰ ਵੀ ਗੁਰੂ ਪਾਤਸ਼ਾਹ ਨੇ ਖੁਦ ਥਾਪਿਆ। ਉਹਨਾਂ ਤੋਂ ਬਾਅਦ ਸਰਦਾਰ ਦਰਬਾਰਾ ਸਿੰਘ ਹੋਰੀ ਦੂਸਰੇ ਜਥੇਦਾਰ ਸਨ ਬੁੱਢਾ ਦਲ ਦੇ। ਅਕਾਲ ਤਖਤ ਸਾਹਿਬ ਦੇ ਤੀਸਰੇ ਜਥੇਦਾਰ ਸਨ ਭਾਈ ਦਰਬਾਰਾ ਸਿੰਘ ਜੀ, ਭਾਈ ਗੁਰਦਾਸ ਜੀ ਔਰ ਭਾਈ ਮਨੀ ਸਿੰਘ ਜੀ ਤੋਂ ਬਾਅਦ ਭਾਈ ਦਰਬਾਰਾ ਸਿੰਘ ਹੋਰਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਮੈਂਟਰਿੰਗ ਦਾ। ਗੁਰੂ ਸਾਹਿਬ ਤੋਂ ਬਾਅਦ ਗੁਰੂ ਸਾਹਿਬ ਜੀ ਉਹਦਾ ਕਮਾਂਡ ਸੀ, ਉਹ ਗੁਰੂ ਸਾਹਿਬ ਨੇ ਸਾਰਾ ਕਾਰਜ ਆਪ, ਉਹਨਾਂ ਦੇ ਗੁਰੂ ਸਾਹਿਬ ਦੀ ਮੈਂਟਰਿੰਗ ਦਾ ਵੀ ਇਹੀ ਆਈਡੀਓਲੋਜੀ ਸੀ ਜਿਹਨੂੰ ਭਾਈ ਦਰਬਾਰਾ ਸਿੰਘ ਹੋਰਾਂ ਨੇ ਬਹੁਤ ਵੱਡੇ ਪੱਧਰ ਤੇ ਬਾਅਦ ਪ੍ਰਫੁੱਲਤ ਕੀਤਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਭਾਈ ਵਿਨੋਦ ਸਿੰਘ ਹੋਰਾਂ ਨੂੰ ਜ਼ਿਆਦਾ ਵਕਤ ਨਹੀਂ ਮਿਲਿਆ। ਬਹੁਤ ਥੋੜਾ ਸਮਾਂ ਉਹਨਾਂ ਨੇ ਪੰਜਾਬ ਵਿੱਚ ਆ ਕੇ ਕੌਮ ਦੀ ਸੇਵਾ ਕੀਤੀ, ਸ਼ਹਾਦਤਾਂ ਹੋ ਗਈਆਂ। ਉਸ ਤੋਂ ਬਾਅਦ ਵੱਡਾ ਕੰਮ ਸਰਦਾਰ ਦਰਬਾਰਾ ਸਿੰਘ ਹੋਰਾਂ ਦੇ ਮੋਢਿਆਂ ਤੇ ਆਇਆ ਔਰ ਦਰਬਾਰਾ ਸਿੰਘ ਹੋਰਾਂ ਨੇ ਜੀਵਨ ਦੀ ਘਾਟ ਕਿਵੇਂ ਘੜੀ, ਜੇ ਅਸੀਂ ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹੋ ਤਾਂ ਉਹ 18ਵੀਂ ਸਦੀ ਦੇ ਉਹ ਸੀਨ ਖਿੱਚਦੇ ਨੇ ਨਵਾਬ ਕਪੂਰ ਸਿੰਘ ਦੇ, ਜੱਸਾ ਸਿੰਘ ਆਹਲੂਵਾਲੀ ਦੇ ਵਕਤ ਦੇ, ਵੀ ਉਹਨਾਂ ਦੀ ਪਕੜ ਗੁਰਮਤ ਦੇ ਵਿੱਚ ਗੁਰਸਿੱਖਾਂ ਦੀ ਆਪਸੀ ਪਿਆਰ ਕਿਤਨਾ ਮਜ਼ਬੂਤ ਸੀ ਤੇ ਉਹ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਿਲਦੇ ਸਨ, ਕਿਸ ਤਰ੍ਹਾਂ ਵਸਦੇ ਸਨ, ਕਿਸ ਤਰ੍ਹਾਂ ਅਕਾਲ ਪੁਰਖ ਨੂੰ ਬਿਲਕੁਲ ਆਪਣੇ ਅੰਗ ਸੰਗ, ਆਪਣੇ ਆਲੇ ਦੁਆਲੇ ਹਾਜ਼ਰ ਨਾਜ਼ਰ ਸਮਝਦੇ ਸਨ। ਉਹਦੇ ਚ ਦੋ ਚੀਜ਼ਾਂ ਦਾ ਬਹੁਤ ਵੱਡਾ ਰੋਲ ਸੀ, ਰਿਸੋਰਸਸ ਦਾ ਤੇ ਮੈਂਟਰਿੰਗ ਦਾ। ਕਿਹੜੀ ਵਿਦਿਅਕ ਸਮੱਗਰੀ ਉਹਨਾਂ ਨੇ ਆਪਣੇ ਪਰਿਵਾਰਾਂ ਵਿੱਚ, ਆਪਣੇ ਵਿਦਿਅਕ ਅਦਾਰਿਆਂ ਵਿੱਚ ਵਰਤੀ ਤੇ ਮੈਂਟਰਿੰਗ ਕਿਵੇਂ ਕੀਤੀ। ਮੈਂ ਹੌਲੀ ਹੌਲੀ ਇਹ ਦੋਨਾਂ ਚੀਜ਼ਾਂ ਦਾ ਵਿਸਥਾਰ ਵੱਲ ਅੱਗੇ ਵਧਾਂਗਾ। ਸੋ ਇੱਕ ਚੀਜ਼ ਤੁਸੀਂ ਇਸ ਨੂੰ ਇੱਕ ਵਾਰੀ ਆਪਣੇ ਮਾਈਂਡ ਵਿੱਚ ਸੰਭਾਲ ਕੇ ਰੱਖਿਓ ਸਾਰੀ ਗੱਲਬਾਤ ਦੌਰਾਨ। ਮੈਨੂੰ ਲੱਗਦਾ ਹੈ ਕਿ ਅਸੀਂ ਇਤਿਹਾਸ ਨੂੰ ਪੜ੍ਹਨਾ ਔਰ ਇਤਿਹਾਸ ਦਾ ਐਨਾਲਿਸਿਸ ਕਰਨਾ ਵੀ ਭੁੱਲ ਗਏ ਆ। ਸਾਨੂੰ ਇੰਨਾ ਕੀ ਹੀ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਰਾਜਾ ਸੀ ਸਿੱਖਾਂ ਦਾ, ਸਿੱਖਾਂ ਨੇ ਰਾਜ ਸਥਾਪਿਤ ਕੀਤਾ ਤੇ ਇੱਕ ਬਹੁਤ ਦਿਆਲੂ ਰਾਜਾ ਸੀ। ਇਹੋ ਜੀ ਗੱਲ ਸਾਨੂੰ ਸਕੂਲਾਂ ਦੇ ਪੱਧਰ ਤੇ ਜਿਹੜੇ ਪੰਜਾਬ 'ਚ ਪੜ੍ਹੇ ਨੇ, ਇੰਨੀ ਗੱਲ ਉਹਨਾਂ ਨੂੰ ਕਿਤੇ ਵੇਲੇ ਕਿਸੇ ਨਾ ਕਿਸੇ ਕਲਾਸ ਵਿੱਚ ਪੜ੍ਹਨ ਜਾਂ ਸੁਣਨ ਨੂੰ ਮਿਲ ਜਾਂਦੀ ਸੀ। ਹੁਣ ਉਹ ਵੀ ਨਹੀਂ ਮਿਲਦੀ। ਵਿਦੇਸ਼ਾਂ ਵਿੱਚ ਪੜ੍ਹਦਿਆਂ ਨੂੰ ਸ਼ਾਇਦ, ਮੈਨੂੰ ਨਹੀਂ ਪਤਾ ਵੀ ਤੁਹਾਡੀ ਧਰਤੀ ਤੇ ਕਿੱਦਾਂ ਦਾ ਮਾਹੌਲ ਆ, ਉੱਥੇ ਗੱਲ ਸੁਣਨ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ, ਕਿ ਦੁਨੀਆ ਦੇ ਵਿੱਚ ਕੋਈ ਐਸਾ ਖਿੱਤਾ ਕਦੀ ਵਸਿਆ ਸੀ ਕਰੀਬ 50 ਸਾਲਾਂ ਦੇ ਲਈ ਜਿਹਦੇ ਵਿੱਚ ਕੋਈ ਆਦਰਸ਼ਕ ਹਲੀਮੀ ਰਾਜ ਦਾ ਇੱਕ ਮਾਡਲ ਸੀ। ਪਿੱਛੇ ਜੇ ਭਾਵੇਂ BBC ਨੇ ਇਹ ਗੱਲ ਪ੍ਰਵਾਨ ਕੀਤੀ ਹੈ, ਜਿੱਥੇ ਉਹਨਾਂ ਨੇ ਇੱਕ ਐਨਾਲਿਸਿਸ ਕੀਤਾ ਹੈ ਜਿਹਦੇ ਵਿੱਚ ਸਾਰੇ ਜਾਣਦੇ ਹੋ ਕਿ ਮੇਰਾ ਖਿਆਲ ਹੈ ਬਹੁਤ ਹੀ ਪੁਰਾਣੀ ਗੱਲ, 3-4 ਮਹੀਨੇ ਪੁਰਾਣੀ ਗੱਲ ਹੈ, ਕਿ ਜਦੋਂ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਇਹ ਜਿਹੜਾ ਸਿੱਖ ਅੰਪਾਇਰ ਸੀ 1801 ਤੋਂ 49 ਦਾ, ਇਹ ਇੱਕ ਮਾਡਲ ਅੰਪਾਇਰ ਸੀ ਜਿਹੋ ਜਿਹਾ ਅੱਜ ਦਾ ਵਿਸ਼ਵ, ਜਿਹੋ ਜਿਹੇ ਅੱਜ ਦੇ ਲੋਕ ਲੋੜੀਂਦੇ ਨੇ ਉਹਨਾਂ ਵਿੱਚੋਂ ਦਿਸ ਇਜ਼ ਵਨ ਅਮੰਗ ਦਾ ਟਾਪ, ਜਿਹਦੇ ਵਿੱਚ ਹਰ ਨਾਗਰਿਕ ਬਰਾਬਰ ਸੀ, ਧਰਮ, ਲਿੰਗ, ਭੂਗੋਲਿਕ ਕੋਈ ਉਹਨਾਂ ਦੇ ਵਿੱਚ ਵੰਡ ਨਹੀਂ ਸੀ। ਐਜੂਕੇਸ਼ਨ ਦਾ ਲੈਵਲ ਬਹੁਤ ਉੱਚਾ ਸੀ, ਡਿਫੈਂਸ ਸਰਵਿਸਿਜ਼ ਬਹੁਤ ਵਧੀਆ ਸਨ, ਹੈਲਥ ਸਰਵਿਸਿਜ਼ ਬਹੁਤ ਵਧੀਆ ਸਨ, ਸੁਖਾਵਾਂ ਰਹਿਣ ਸਹਿਣ ਸੀ ਔਰ ਹਿਊਮਨ ਰਾਈਟਸ ਦਾ ਜਿਹੜਾ ਹੈਗਾ ਵਾਇਲੇਸ਼ਨ ਦਾ ਮਤਲਬ ਹੀ ਕੋਈ ਨਹੀਂ ਸੀ ਹੁੰਦਾ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਕਾਤਲਾਨਾ ਹਮਲਾ 2 ਵਾਰੀ ਹੋਇਆ ਤੇ ਉਹਨੂੰ ਰਣਜੀਤ ਸਿੰਘ ਨੇ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ। ਮਤਲਬ ਕਿ ਦਿਸ ਦਾ ਲੈਵਲ ਆਫ ਐਡਮਿਨਿਸਟ੍ਰੇਸ਼ਨ ਕਿ ਹਾਂ ਜੰਗੇ ਮੈਦਾਨ ਚ ਰਣਜੀਤ ਸਿੰਘ ਉਤਰਦਾ ਸੀ ਤੇ ਫਿਰ ਮਿਆਨ, ਜਦੋਂ ਕਿਰਪਾਨ ਮਿਆਨ ਤੋਂ ਬਾਹਰ ਨਿਕਲਦੀ ਸੀ ਉਦੋਂ ਤਾਂ ਆਹੂ ਲਾਉਂਦੀ ਸੀ ਰੱਜ ਰੱਜ ਕੇ, ਪਰ ਤਾਕਤ ਦੇ ਉੱਤੇ ਬੈਠ ਕੇ ਮਤਲਬ ਕਿ ਜਿਹੜੇ ਜ਼ਾਲਮ ਲੋਕ ਸਨ ਉਹਨਾਂ ਨੂੰ ਵੀ ਸਜ਼ਾ ਦੇਣ ਦਾ ਢੰਗ ਇਦਾਂ ਦਾ ਸੀ ਕਿ ਜੇ ਮਹਾਰਾਜੇ ਉੱਤੇ ਕਾਤਲਾਨਾ ਹਮਲਾ ਕੀਤਾ ਹੈ ਤਾਂ ਵੀ ਮੌਤ ਦੀ ਸਜ਼ਾ ਨਹੀਂ ਸੀ ਸੁਣਾਏਗੀ, ਕਿਸੇ ਹੋਰ ਨੂੰ ਤੇ ਗੱਲ ਰਹਿਣ ਦੀ ਦਿਓ ਨਾ।
ਮਤਲਬ ਕਿ ਕਦੀ ਮੌਤ ਦੀ ਸਜ਼ਾ ਕਿਸੇ ਮਨੁੱਖ ਨੂੰ ਵੀ ਨਹੀਂ ਸੀ ਮਿਲੀ। ਦਿਸ ਇਜ਼ ਦਾ ਐਕਸਟ੍ਰੀਮ ਕਲਾਈਮੈਕਸ ਕਿ ਉਸ ਰਾਜ ਦੇ ਮਹਾਰਾਜੇ ਉੱਤੇ ਕਾਤਲਾਨਾ ਹਮਲਾ ਕਰਨ ਵਾਲੇ ਬੰਦੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਗਈ। ਸੋ ਇਹ ਜਿਹੜਾ ਹਲੀਮੀ ਰਾਜ ਸੀ, ਇਸ ਚੀਜ਼ ਨੂੰ ਮਤਲਬ ਕਿ ਮੈਂ ਸਮਝਦਾ ਵੀ ਸਾਡੇ ਸਮਾਜ ਨੇ ਬਹੁਤ ਹੌਲਿਆਂ ਕਰਕੇ ਪੜ੍ਹਿਆ ਤੇ ਐਨਾਲਿਸਿਸ ਦਾ ਬਿਲਕੁਲ ਹੀ ਨਹੀਂ ਅਸੀਂ ਕੀਤਾ। ਇਹ ਗੱਲ ਗੋਰੇ ਲਿਖਦੇ ਨੇ, ਗੋਰੀਆਂ ਕਲਮਾਂ ਦਾ ਲਿਖਿਆ ਇਤਿਹਾਸ ਬੋਲਦਾ ਹੈ ਕਿ Punjab of Sikh Empire was a developed nation in early 19th century, having education and defense services better than Europe. Economy was much better than Europe, acknowledged by the employment of intellectual and warriors from England, America, Italy, Japan, Greece, Austria, New Zealand. ਇਹ ਉਹ ਦੇਸ਼ ਨੇ ਜਿੱਥੋਂ ਦੇ ਲੋਕਾਂ ਨੇ ਰੱਜ ਰੱਜ ਕੇ ਨੌਕਰੀਆਂ ਕੀਤੀਆਂ ਖਾਲਸਾ ਦਰਬਾਰ ਵਿੱਚ। ਕੋਈ ਇੱਕ ਅੱਧਾ ਨਹੀਂ ਸੀਗਾ। ਤੁਸੀਂ ਅੱਜ ਆਸਟ੍ਰੇਲੀਆ ਵਿੱਚ ਬੈਠੇ ਹੋ, ਮਤਲਬ ਕਿ ਮੈਨੂੰ ਕਹਿ ਲੈਣ ਦੇਣਾ ਕਾਰਨ ਕੀ ਨੇ। ਤੁਹਾਨੂੰ ਵਧੀਆ ਸਹੂਲਤਾਂ ਮਿਲਦੀਆਂ ਨੇ, ਉੱਥੇ ਦੇ ਸਿੱਕੇ ਦੀ ਕੀਮਤ ਪੰਜਾਬ ਦੇ ਸਿੱਕੇ ਨਾਲੋਂ ਕਈ ਗੁਣਾ ਵੱਧ ਹੈ। ਇਮੈਜਿਨ ਕਰੋ, ਜਦੋਂ ਆਸਟ੍ਰੇਲੀਆ, ਇਟਲੀ, ਗ੍ਰੀਸ, ਅਮਰੀਕਾ, ਜਾਪਾਨ ਦੇ ਲੋਕ ਆ ਕੇ ਪੰਜਾਬ ਵਿੱਚ ਨੌਕਰੀ ਕਰਦੇ ਹੋਣਗੇ ਤੇ ਉਦੋਂ ਕਾਰਨ ਕੀ ਹੋਣਗੇ? ਕੀ ਕਾਰਨ ਹੋਣਗੇ ਉਦੋਂ? ਪੰਜਾਬ ਦੇ ਸਿੱਕੇ ਦੀ ਕੀਮਤ ਉਹਨਾਂ ਦੇ ਸਿੱਕੇ ਤੋਂ ਕਈ ਗੁਣਾ ਜ਼ਿਆਦਾ ਸੀ। ਇੱਥੋਂ ਦੀ ਹੈਲਥ ਤੇ ਡਿਫੈਂਸ ਸਰਵਿਸਿਜ਼ ਉਹਨਾਂ ਨਾਲੋਂ ਬੈਟਰ ਸਨ। ਅਸੀਂ ਕਦੀ ਇਸ ਇਤਿਹਾਸ ਨੂੰ ਪੜ੍ਹਦਿਆਂ ਮਨ ਵਿੱਚ ਇਹ ਕਲਪਨਾ ਲਈ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰਨਾ। ਕਦੀ ਇਹ ਕਲਪਨਾ ਲਈ ਹੈ, ਕਦੀ ਇੱਧਰ ਨੂੰ ਤੁਰੇ ਆ ਵੀ ਆਖਰ ਉਹ ਢੰਗ ਤਰੀਕਾ ਸਾਡੇ ਬਜ਼ੁਰਗਾਂ ਦਾ ਪੜ੍ਹਾਉਣ ਦਾ ਕੀ ਸੀ ਕਿ ਉਹਨਾਂ ਨੇ ਐਡੀ ਤਾਕਤਵਰ ਜਿਹੜੀ ਹੈ ਰਿਆਸਤ ਖੜੀ ਕੀਤੀ ਸੀ, ਜਿਹਨੂੰ ਵਿਸ਼ਵ ਦੇ ਵਿੱਚ ਅੱਜ ਦੀ ਪਿੱਠ ਬੋਲਦੀ ਹੈ। ਉਹ ਵਿਦਿਅਕ ਢਾਂਚਾ ਕੀ ਸੀ, ਉਹ ਪਰਿਵਾਰਾਂ ਨੂੰ ਕਿਵੇਂ ਘੜਿਆ। ਤੇ ਉਹਨਾਂ ਨੇ ਐਵੇਂ ਕਹਿਣ ਦੀ ਗੱਲ ਹੈ, ਸਤਲੁਜ ਤੋਂ ਲੈ ਕੇ ਖੈਬਰ ਦਰਿਆ ਤੇ ਤਿੱਬਤ ਦੀਆਂ ਪਹਾੜੀਆਂ ਤੋਂ ਲੈ ਕੇ ਸਿੰਧ, ਕੋਈ ਛੋਟਾ ਜਿਹਾ ਖਿੱਤਾ ਥੋੜਾ ਸੀਗਾ ਇਹ, ਵੀ ਕੋਈ ਨਿੱਕਾ ਜਿਹਾ ਕੋਈ ਸਟੇਟ ਸੀ ਇਹ। ਤੇ ਜਿੱਥੋਂ ਤੱਕ ਅੱਜ ਦੁਨੀਆ ਦੀ ਵਰਲਡ ਪਾਵਰ ਕਹਿਣ ਵਾਲੇ ਲੋਕ ਵੀ ਪਠਾਣਾ ਨੂੰ ਹੱਥ ਪਾਣੋਂ ਕੰਬਦੇ ਨੇ, ਹਰੀ ਸਿੰਘ ਨਲੂਏ ਨੇ ਉਹਨਾਂ ਦੇ ਵਿਹੜੇ ਵਿੱਚ ਜਾ ਕੇ ਖੁੰਬ ਠੱਪੀ ਸੀ ਤੇ ਖੈਬਰ ਦਰਿਆ ਜਾ ਕੇ ਜਿਹੜਾ ਆਪਾਂ ਕਹਿੰਦੇ ਆ ਵੀ ਉੱਥੇ ਕਿਲਾ ਜਮਰੌਦ ਦਾ ਖੜਾ ਕੀਤਾ। ਮਤਲਬ ਕਿ ਇਹ ਤੁਹਾਡਾ ਇਤਿਹਾਸ ਹੈ ਜਿਹਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ ਵੀ ਕਿਹੜੀ ਮਿੱਟੀ ਦੇ ਉਹ ਲੋਕ ਬਣੇ ਸਨ ਤੇ ਉਹਨਾਂ ਦੀ ਦੇਖੋ ਹਰ ਕੰਮ ਐਜੂਕੇਸ਼ਨ ਦੁਆਲੇ ਘੁੰਮਦਾ ਹੈ। ਕਿਹੋ ਜਿਹੀ ਐਜੂਕੇਸ਼ਨ ਉਹਨਾਂ ਨੂੰ ਦਿੱਤੀ ਸੀ ਕਿ ਅਸੀਂ ਇੰਨੇ ਸਟਰੋਂਗ ਸਾਂ। ਮੈਂ ਤੁਹਾਨੂੰ ਇੱਕ ਆਪਣੀ ਹੱਡਬੀਤੀ ਸ਼ੇਅਰ ਕਰਦਾ, ਜਿਹਨੇ ਇਹ ਗੱਲ ਦਾ, ਮੈਂ ਆਪਣੇ ਮਨ ਦੇ ਵਿੱਚ ਹੀ ਇਸ ਗੱਲ ਦਾ ਐਨਾਲਿਸਿਸ ਕਰਦਾ ਰਹਿਣਾ ਤੇ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਜਿੱਥੋਂ ਮੈਨੂੰ ਬਹੁਤ ਹਲੂਣਾ ਮਿਲਿਆ, ਜਿੱਥੋਂ ਮੈਂ ਸੋਚਿਆ ਕਿ ਵੀ ਅਸੀਂ ਮਤਲਬ ਕਿ ਬੜੀ ਬੁਰੀ ਤਰ੍ਹਾਂ ਪਛੜੇ ਆ ਆਪਣੇ ਵਿਰਸੇ ਨੂੰ ਸਮਝਣ ਦੇ ਲਈ। ਮੈਂ ਕੈਂਬਰਿਜ ਦੇ ਵਿੱਚ ਬਤੌਰ ਵਿਜ਼ਿਟਿੰਗ ਸਾਇੰਟਿਸਟ ਕੰਮ ਕਰਦਾ ਸੀ ਤੇ ਇੱਕ ਦਿਨ ਮੈਂ ਸਵੇਰੇ ਅਰਲੀ ਮਾਰਨਿੰਗ ਸੈਰ ਨੂੰ ਨਿਕਲਿਆ ਤੇ ਮੈਨੂੰ, ਜਿਵੇਂ ਤੁਹਾਨੂੰ ਪਤਾ ਵੀ ਗੋਰਿਆਂ ਦੀ ਫਿਤਰਤ ਹੈ, ਜੋ ਸਾਹਮਣੇ ਮਿਲਦੇ ਨੇ ਨਾ ਸਮਾਈਲ ਦੇਣੀ, ਹੱਸ ਕੇ ਮਿਲਣਾ। ਮੈਨੂੰ ਆਸਟ੍ਰੇਲੀਆ ਦਾ ਨਹੀਂ ਪਤਾ ਪਰ ਯੂਕੇ ਵਿੱਚ ਇਹ ਕਲਚਰ ਬਹੁਤ ਕਾਮਨ ਹੈ ਕਿ ਤੁਸੀਂ ਜਾਣਦੇ ਹੋ ਨਹੀਂ ਜਾਣਦੇ, ਤੁਹਾਨੂੰ ਹੱਸ ਕੇ ਜ਼ਰੂਰ ਤੁਹਾਡੇ ਕੋਲ ਦੀ ਲੰਘਣਗੇ। ਤੇ ਕਈ ਨਹੀਂ ਵੀ ਲੰਘਦੇ, ਸਾਰੇ ਨਹੀਂ ਹੁੰਦੇ, ਬਟ ਮੈਜੋਰਿਟੀ। ਤੇ ਮੈਂ ਉਹ ਸੈਰ ਕਰਦਾ ਭੱਜਿਆ ਜਾ ਰਿਹਾ ਸੀ ਤੇ ਮੈਨੂੰ ਅੱਗੋਂ ਇੱਕ ਬਜ਼ੁਰਗ ਗੋਰਾ ਮੇਰੇ ਕੋਲ ਲੰਘਿਆ ਤੇ ਉਹਨੇ ਮੈਨੂੰ ਐਂ ਸਮਾਈਲ ਦਿੱਤੀ, ਐਂ ਮੈਨੂੰ ਵਿਸ਼ ਕੀਤੀ ਬੜਾ ਝੁੱਕ ਕੇ, ਜਿਵੇਂ ਮੈਨੂੰ ਬਹੁਤ ਪੁਰਾਣਾ ਜਾਣਦਾ ਹੋਵੇ। ਮੈਂ ਬੜਾ ਹੈਰਾਨ ਹੋਇਆ ਵੀ ਸਮਾਈਲ ਤਾਂ ਗੋਰੇ ਅਕਸਰ ਕਰਦੇ ਨੇ, ਬਟ ਇਹ ਬਜ਼ੁਰਗ ਦੀ ਸਮਾਈਲ ਵਿੱਚ ਕੀ ਹੈ ਜਿਹੜਾ ਇਹ ਇੰਨੇ ਪਿਆਰ ਨਾਲ ਮਤਲਬ ਕਿ ਸਮਾਈਲ ਦੇ ਰਿਹਾ ਤੇ ਗ੍ਰੀਟਿੰਗਸ ਕਰ ਰਿਹਾ ਅੱਗੋਂ। ਖੈਰ ਉਹ ਕੋਲ ਦੀ ਲੰਘ ਗਿਆ ਤੇ ਮੈਂ ਖੜਾ ਹੋ ਕੇ ਮਗਰ ਦੇਖਿਆ ਵੀ ਸ਼ਾਇਦ ਮੇਰੇ ਵੱਲ ਦੇਖੇਗਾ, ਰੁਕੇਗਾ। ਉਹ ਲੰਘ ਗਿਆ ਆਪਣੇ ਹਿਸਾਬ ਨਾਲ। ਤੇ ਅੱਛਾ ਹੋਇਆ ਕਿ ਇਹ ਸਾਡੀ ਰੂਟੀਨ ਹੀ ਬਣ ਗਈ। ਉਧਰੋਂ ਉਹਨੇ ਸਵੇਰ ਨੂੰ ਦੌੜਦਿਆਂ ਆਉਣਾ, ਇੱਧਰੋਂ ਮੈਂ ਜਾਣਾ, ਅਸੀਂ ਰਸਤੇ 'ਚ ਮਿਲਣਾ ਤੇ ਉਹਨੇ ਹਰ ਵਾਰੀ ਬੜਾ ਮਿੱਠੀ ਸਮਾਈਲ, ਬੜਾ ਉਤਸ਼ਾਹ, ਉਹਦੀ ਬੋਡੀ ਦੇ ਵਿੱਚੋਂ ਬੜੀ ਪੋਜ਼ਿਟਿਵਿਟੀ ਨਿਕਲਣੀ ਤੇ ਉਹਨੇ ਲੰਘ ਜਾਣਾ। ਤੇ ਮੇਰੇ ਵਾਸਤੇ ਦਿਨੋਂ ਦਿਨ ਸਵਾਲ ਬਣਦਾ ਗਿਆ ਵੀ ਬੰਦਾ ਹੈ ਕੌਣ ਹੈ, ਮੈਨੂੰ ਇਹ ਜਾਣਦਾ ਹੈ ਕੀ ਗੱਲ ਕੀ ਹੈ। ਤੇ 2 ਹਫ਼ਤੇ ਲੰਘੇ, ਇੰਜ ਹੋ ਗਿਆ ਜਿਵੇਂ ਅਸੀਂ ਦੋਨੋਂ ਨਾ ਉਸ ਥਾਂ,
ਉਸ ਨੀਅਤ ਥਾਂ ਉੱਤੇ ਇੱਕ ਦੂਜੇ ਨੂੰ ਉਡੀਕਦੇ ਹੋਈਏ। ਉਹ ਸਾਡਾ ਨੇਮ ਹੀ ਬਣ ਗਿਆ ਵੀ ਰੋਜ਼ ਅਸੀਂ ਉੱਥੇ ਮਿਲਣਾ ਤੇ ਉਹਨੇ ਮੈਨੂੰ ਸਲੂਟ ਕਰਨਾ, ਮੈਂ ਉਹਨੂੰ ਸਲੂਟ ਕਰਨਾ, ਅਸੀਂ ਲੰਘ ਜਾਣਾ। ਇੱਕ ਦਿਨ ਮੇਰੇ ਮਨ ਵਿੱਚ ਆਇਆ, ਐਤਵਾਰ ਦਾ ਦਿਨ ਸੀ, ਮੈਂ ਯੂਨੀਵਰਸਿਟੀ ਨਹੀਂ ਸੀ ਜਾਣਾ ਉਸ ਦਿਨ, ਤੇ ਉਹ ਅੱਗੋਂ ਭੱਜਿਆ ਆਵੇ ਤੇ ਮੈਂ ਹੱਥ ਖੜੇ ਕਰਕੇ ਉਹਦੇ ਰਸਤੇ 'ਚ ਖੜ ਗਿਆ। ਮੈਂ ਕਿਹਾ ਵੀ ਅੱਜ ਭਾਈ ਤੂੰ ਰੋਕ ਹੀ ਜਾ, ਫਿਰ ਹੁਣ ਪੁੱਛ ਹੀ ਲਈਏ ਵੀ ਤੂੰ ਕੌਣ ਹੈ ਤੇ ਆਪਣਾ ਕੀ ਮਤਲਬ ਕਿ ਸੰਜੋਗ ਕੀ ਨੇ ਆਪਣੇ, ਆਪਾਂ ਕਿਵੇਂ ਜਾਣਦੇ ਆ। ਤੇ ਉਹ ਵੀ ਖੜ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਭਾਈ ਟਾਈਮ ਹੈ ਤੇਰੇ ਕੋਲੇ, 2 ਮਿੰਟ ਬੈਠੀ ਆਪਾਂ ਗੱਲ ਕਰਨੀ ਹੈ। ਕਹਿੰਦਾ ਜੀ ਮੈਂ ਟਾਈਮ ਹੀ ਹੈ ਮੇਰੇ ਕੋਲ, ਮੈਂ ਫ੍ਰੀ ਹਾਂ। ਤੇ ਅਸੀਂ ਉਹ ਕੈਂਬਰਿਜ ਦੀਆਂ ਸੜਕਾਂ ਤੇ ਕੋਲੇ ਪਾਰਕ, ਕੈਂਬਰਿਜ ਬਹੁਤ ਪਾਰਕ ਨੇ ਜਿਨ੍ਹਾਂ ਨੂੰ ਮੌਕਾ ਮਿਲਿਆ ਵਿਜ਼ਿਟ ਕਰਨ ਦਾ, ਉੱਥੇ ਬਹੁਤ ਸੋਹਣਾ ਛੋਟਾ ਜਿਹਾ ਸ਼ਹਿਰ ਹੈ। ਤੇ ਅਸੀਂ ਉਹ ਸੜਕ ਦੇ ਕੰਢੇ ਇੱਕ ਪਾਰਕ 'ਚ ਬੈਠ ਗਏ ਤੇ ਮੇਰੇ ਮਨ 'ਚ ਨਾ ਬਹੁਤ ਸਵਾਲ ਸੀ। ਮੈਂ ਤੁਹਾਨੂੰ ਸਾਰੇ ਜਿਹੜੀ ਅਸੀਂ ਲਗਭਗ 2.5-3 ਘੰਟੇ ਬੈਠੇ ਤੇ ਮੈਂ ਤੁਹਾਨੂੰ ਸਿਰਫ ਇੱਕ ਸਵਾਲ ਹੀ ਡਿਸਕਸ ਕਰਨਾ ਜਿਹੜਾ ਮੇਰਾ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ। ਮੈਂ ਉਸ ਗੋਰੇ ਨੂੰ ਕਿਹਾ, ਮੈਂ ਕਿਹਾ ਵੀ ਮੈਂ ਕੈਂਬਰਿਜ ਵਿੱਚ ਪਿਛਲੇ 4 ਮਹੀਨਿਆਂ ਤੋਂ ਕੰਮ ਕਰ ਰਿਹਾ ਤੇ ਮੈਂ ਯੂਨੀਵਰਸਿਟੀ ਆਫ ਕੈਂਬਰਿਜ ਇੱਕ ਚੀਜ਼ ਨੋਟ ਕੀਤੀ ਹੈ ਕਿ ਇੱਥੋਂ ਦੇ ਵਿਦਿਆਰਥੀ ਡਿਸਿਪਲਿਨ ਬਹੁਤ ਨੇ, ਸਾਰਾ ਕੁਝ ਬੜਾ ਹੀ ਆਰਗੇਨਾਈਜ਼ਡ ਹੈ, ਬਹੁਤ ਆਰਗੇਨਾਈਜ਼ਡ ਹੈ। ਤੇ ਹਰ ਵਿਦਿਆਰਥੀ ਦਾ ਟਾਈਮ ਟੇਬਲ ਹੈ, ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ, ਮੈਨੂੰ ਨਹੀਂ ਪਤਾ ਆਸਟ੍ਰੇਲੀਆ ਦੇ ਅਕੈਡਮੀਆਂ 'ਚ ਵਿਚਰਨ ਦਾ ਮੈਨੂੰ ਮੌਕਾ ਨਹੀਂ ਮਿਲਿਆ ਕਿਸ ਤਰ੍ਹਾਂ ਹੈ, ਬਟ ਕੈਂਬਰਿਜ ਦੇ ਵਿੱਚ ਹਰ ਵਿਦਿਆਰਥੀ ਦਾ ਆਪਣਾ ਟਾਈਮ ਟੇਬਲ ਹੈ। ਔਰ ਇਹ ਗੱਲ ਉਹ ਮਾਣ ਨਾਲ ਕਹਿੰਦੇ ਨੇ ਕਿ ਅਸੀਂ ਬੱਚਾ ਛੋਟੀ ਉਮਰ ਦਾ ਹੀ ਹੁੰਦਾ ਜਦੋਂ 7-8 ਸਾਲ ਦਾ, ਤੇ ਅਸੀਂ ਉਹਦਾ ਟਾਈਮ ਟੇਬਲ ਨਿਯਤ ਕਰ ਦਿੰਦੇ ਹਾਂ ਤੇ ਇਹ ਉਹਦੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਵੀ ਕਿੰਨੇ ਵਜੇ ਕੀ ਕਰਨਾ ਹੈ, ਕਿ ਪ੍ਰਾਈਮ ਇੰਪੋਰਟੈਂਸ ਕੈਂਬਰਿਜ ਦੇ ਵਿੱਚ ਇਸ ਚੀਜ਼ ਨੂੰ ਦਿੰਦੇ ਆ। ਮੈਂ ਸਵਾਲ ਕੀਤਾ, ਮੈਂ ਕਿਹਾ ਤੁਹਾਡੇ ਲੋਕਾਂ ਦੇ ਇੰਨੇ ਵਧੀਆ ਟਾਈਮ ਟੇਬਲ, ਤੁਸੀਂ ਮਤਲਬ ਕਿ ਸਾਰਾ ਕੁਝ, ਸਾਰਾ ਢਾਂਚਾ ਹੀ ਆਰਗੇਨਾਈਜ਼ਡ ਹੈ, ਵੀ ਤੁਸੀਂ ਇਹ ਕਰ ਕਿਵੇਂ ਲਿਆ? ਕਿਉਂਕਿ ਮੈਂ ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਪੜ੍ਹਦੇ ਆ, ਕਦੀ ਨਹੀਂ ਦੇਖਿਆ ਵੀ ਸਾਡਾ ਸਿਸਟਮ ਕਦੀ ਐਂ ਆਰਗੇਨਾਈਜ਼ਡ ਹੋਵੇ। ਵੀ ਤੁਸੀਂ ਇਹ ਕੀਤਾ ਕਿਵੇਂ ਹੈ, ਮੈਨੂੰ ਇਹ ਸਮਝਾਓ ਵੀ ਇਹ ਤੁਸੀਂ ਮੈਂ ਇੱਥੇ ਕੰਮ ਕਰਨ ਆਇਆ ਤੇ ਮੇਰੀ ਬੜੀ ਇਹ ਤੀਬਰ ਇੱਛਾ ਹੈ ਕਿ ਮੈਂ ਜਾ ਕੇ ਆਪਣੀ ਯੂਨੀਵਰਸਿਟੀ ਪੰਜਾਬ ਦੇ ਵਿੱਚ ਵੀ ਇਦਾਂ ਦਾ ਮਾਹੌਲ ਜੇ ਬਣਾ ਸਕਾਂ ਜਾਂ ਮੈਨੂੰ ਸਮਝ ਆ ਸਕੇ ਵੀ ਇਹ ਲੋਕ ਇੰਨੇ ਆਰਗੇਨਾਈਜ਼ਡ ਕਿਵੇਂ ਨੇ ਤੇ ਈਰਖਾ ਕਿਸੇ ਨਾਲ ਨਹੀਂ ਕਰਦੇ, ਜੈਲਸੀ ਕਿਸੇ ਨਾਲ ਨਹੀਂ ਕਰਦੇ, ਹਰ ਬੰਦਾ ਆਪਣੇ ਕੰਮ 'ਚ ਮਤਲਬ ਰੱਖਦਾ ਹੈ। ਤੇ ਇਹ ਚੀਜ਼ ਤੁਹਾਡੀ ਓਵਰਆਲ ਯੂਕੇ ਦੀ ਗਰੋਥ ਵਿੱਚ ਬੜਾ ਵੱਡਾ ਹਿੱਸਾ ਪਾਉਂਦੀ ਹੈ, ਪਰ ਸਾਡੇ ਕਲਚਰ 'ਚ ਇਹ ਨਹੀਂ ਹੈ। ਤੇ ਉਸ ਗੋਰੇ ਨੇ ਮੈਨੂੰ ਇੱਕ ਸਵਾਲ ਕੀਤਾ, ਕਹਿੰਦਾ ਯੂ ਨੋ ਮਿਸਟਰ ਚਾਰਲਸ ਮੈਟਕੈਲਫ? मैं क्या, आर यू टॉकिंग अबाउट द गाय who was envoyed to महाराजा रणजीत ਸਿੰਘ 1809? ਮੈਂ ਸੰਧੀ ਕਿਤੇ ਪੜ੍ਹੀ ਸੀ 1809 ਦੇ ਵਿੱਚ, ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਆਂ ਕਿ ਉਹ 1809 ਦੀ ਸੰਧੀ ਅੰਗਰੇਜ਼ਾਂ ਤੇ ਸਾਡੀ ਸਿੱਖ ਅੰਪਾਇਰ ਦੀ ਹੋਈ ਸੀ। ਤੁਸੀਂ ਉਸੇ ਬੰਦੇ ਬਾਰੇ ਗੱਲ ਕਰਦੇ ਹੋ ਜਿਹਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸੰਧੀ ਦੇ ਉੱਤੇ ਦਸਤਖਤ ਕੀਤੇ ਸੀ? ਕਹਿੰਦਾ ਬਿਲਕੁਲ। ਕਹਿੰਦਾ ਇਹ ਚਾਰਲਸ ਮੈਟਕੈਲਫ ਜੀ ਨੇ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਸੀ। ਉਹ ਸੰਧੀ ਦਾ ਮਤਲਬ ਕੀ ਸੀ ਕਿ ਹੁਣ ਸਤਲੁਜ ਤੇ ਜਮਨਾ ਦੇ ਵਿਚਾਲੇ ਦਾ ਜਿਹੜਾ ਹਿੱਸਾ ਹੈ ਇਹ ਸਿੱਖ ਰਿਆਸਤਾਂ ਦਾ ਹੋਇਆ ਤੇ ਅੰਗਰੇਜ਼ ਹਕੂਮਤ ਸਿੱਖਾਂ ਨਾਲ ਕੋਈ ਭੇੜ ਨਹੀਂ ਕਰੇਗੀ ਤੇ ਸਿੱਖ ਇੰਨੀ ਕਿਰਪਾ ਕਰਨ ਕਿ ਇਹ ਤੋਂ ਅੱਗੇ ਨਾ ਵਧਣ, ਵੀ ਸਤਲੁਜ ਤੇ ਜਮਨਾ ਵਿੱਚ ਅੰਗਰੇਜ਼ ਨਹੀਂ ਆਉਣਗੇ, ਤੁਸੀਂ ਜਮਨਾ ਕ੍ਰਾਸ ਨਾ ਕਰਿਓ। ਕਿਉਂਕਿ ਇੰਡੀਆ ਨੂੰ ਗੋਰਿਆਂ ਨੇ 1757 ਵਿੱਚ ਦੱਬ ਲਿਆ ਸੀ, ਪਹਿਲਾ ਈਸਟ ਇੰਡੀਆ ਕੰਪਨੀ ਦਾ ਕਬਜ਼ਾ 1757 ਵਿੱਚ ਸਾਊਥ ਵਿੱਚ ਹੋ ਗਿਆ ਸੀ ਤੇ 1809 ਤੱਕ ਇਹ ਬਹੁਤ ਕਾਬਜ ਹੋ ਗਏ ਸੀ। ਤੇ ਇਧਰੋਂ ਸਿੱਖ ਫੌਜਾਂ ਨੇ ਅੱਗੇ ਕੂਚ ਕਰਨਾ ਸ਼ੁਰੂ ਕਰ ਲਿਆ ਸੀ, ਸਤਲੁਜ ਜਮਨਾ ਤੱਕ ਦਾ ਇਲਾਕਾ ਸੰਭਾਲ ਲਿਆ ਸੀ ਤੇ ਅੰਗਰੇਜ਼ ਨੂੰ ਡਰ ਲੱਗਦਾ ਸੀ ਹੁਣ ਇਹ ਜਮਨਾ ਕ੍ਰਾਸ ਵੀ ਕਰ ਗਏ ਤੇ ਫਿਰ ਗਾਹਾਂ ਤਾਂ ਫਿਰ ਸਾਨੂੰ ਵਿਪਤਾ ਖੜੀ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਸਿੱਖ ਫੌਜਾਂ ਦੀ ਜਿਹੜੀ ਕਮਾਂਡ ਹੈ ਇਹ ਬੜੀ ਜ਼ਬਰਦਸਤ ਹੈ, ਜਿੱਧਰ ਨੂੰ ਕੂਚ ਕਰਦੀਆਂ ਨੇ ਫਿਰ ਇਹ ਨਿਸ਼ਾਨ ਲਹਿਰਾਉਂਦੀਆਂ ਜਾਂਦੀਆਂ। ਤੇ ਬਹੁਤ ਵੱਡੀ ਸੰਧੀ ਹੈ ਬ੍ਰਿਟਿਸ਼ ਤੇ ਇੰਡੋ ਐਂਗਲੋ ਸਿੱਖ ਜਿਹੜੇ ਰਿਲੇਸ਼ਨਸ ਨੇ ਉਹਨਾਂ ਵਿੱਚ 1809 ਦੀ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਮੰਨ ਲਈ ਕਿ ਅਸੀਂ ਜਮਨਾ ਤੇ ਸਤਲੁਜ ਦੇ ਵਿਚਾਲਾ ਇਲਾਕਾ ਸਾਡਾ ਹੋਇਆ, ਅਗਾਂਹ ਅਸੀਂ ਦਖਲ ਨਹੀਂ ਦੇਵਾਂਗੇ ਤੇ ਗੋਰੇ ਇੱਧਰ ਦਖਲ ਨਾ ਦੇਣ। ਤੇ ਮੈਨੂੰ ਉਹ ਗੋਰਾ ਪ੍ਰੋਫੈਸਰ, ਉਹ ਜਿਹੜਾ ਗੋਰਾ ਸੀ ਉਹ ਵੀ ਪ੍ਰੋਫੈਸਰ ਰਿਟਾਇਰ ਹੋਇਆ ਸੀ, ਮੈਨੂੰ ਉਹਨੇ ਦੱਸਿਆ ਕਿ ਮੈਂ ਵੀ ਕੈਂਬਰਿਜ ਯੂਨੀਵਰਸਿਟੀ ਤੋਂ ਪ੍ਰੋਫੈਸਰ ਰਿਟਾਇਰ ਹੋਇਆ। ਸਾਡੀ ਨੇੜਤਾ ਹੋਰ ਵੱਧ ਗਈ ਕਿ ਮੈਂ ਵੀ ਉੱਥੇ ਪੜ੍ਹਾ ਰਿਹਾ ਸੀ ਤੇ ਅਸੀਂ ਇੱਕੋ ਫੈਕਲਟੀ ਦੇ ਵਿੱਚੋਂ ਸਾਂ। ਤੇ ਉਹਨੇ ਮੈਨੂੰ ਇਹ ਗੱਲ ਕਹੀ, ਕਹਿੰਦਾ ਡਾਕਟਰ ਸਿੰਘ ਵੀ ਬੋਰੋਡ ਦਿਸ ਡਿਸਿਪਲਿਨ ਫਰੋਮ ਪੰਜਾਬ। ਕਹਿੰਦਾ ਜਿਹੜਾ ਡਿਸਿਪਲਿਨ ਤੂੰ ਕੈਂਬਰਿਜ ਦਾ ਅੱਜ ਦੇਖ ਕੇ ਮੈਨੂੰ ਪੁੱਛ ਰਿਹਾ ਤੁਸੀਂ ਪੜ੍ਹਾਇਆ ਕਿੱਥੋਂ ਹੈ, ਉਹਨੇ ਜਵਾਬ ਦਿੱਤਾ, ਕਹਿੰਦਾ ਵੀ ਬੋਰੋਡ ਇਟ ਫਰੋਮ ਪੰਜਾਬ। ਤੇ ਮੇਰੇ ਸਵਾਲਾਂ ਦੀ ਝੜੀ ਸੀ, ਹੂ ਬੋਰੋਡ, ਵੈਨ ਬੋਰੋਡ, ਹਾਊ ਬੋਰੋਡ, ਕਿਵੇਂ ਲਿਆਏ।
ਤਾਂ ਫਿਰ ਉਹਨੇ ਇਹ ਚਾਰਲਸ ਮੈਟਕੈਲਫ ਦਾ ਜ਼ਿਕਰ ਕੀਤਾ। ਕਹਿੰਦਾ 1809 ਦੇ ਵਿੱਚ ਮੈਟਕੈਲਫ ਲਾਹੌਰ ਗਿਆ, 1808 ਦੇ ਵਿੱਚ, 1809 ਦੇ ਵਿੱਚ ਇਹਨੇ ਅੰਮ੍ਰਿਤਸਰ ਵਿੱਚ ਜਾ ਕੇ ਸੰਧੀ ਕੀਤੀ। 1 ਸਾਲ ਡਾਇਲੋਗ ਚੱਲਦਾ ਰਿਹਾ ਮੈਟਕੈਲਫ ਤੇ ਰਣਜੀਤ ਸਿੰਘ ਦਾ। ਮੈਟਕੈਲਫ ਤੁਹਾਡੀ ਜਾਣਕਾਰੀ ਲਈ ਕੈਨੇਡਾ ਦਾ ਗਵਰਨਰ ਜਨਰਲ ਵੀ ਰਿਹਾ, ਇੰਡੀਆ ਦਾ ਗਵਰਨਰ ਜਨਰਲ ਵੀ ਰਿਹਾ, ਤੇ 19 ਸਾਲਾਂ ਦਾ ਸੀ। ਇੰਨਾ ਕਾਬਲ ਸੀ ਕਿ ਜਨਰਲ ਲੇਕ ਕਮਾਂਡਰ ਇਨ ਚੀਫ ਸੀਗਾ ਬ੍ਰਿਟਿਸ਼ ਆਰਮੀ ਦਾ ਇੰਡੀਆ ਦੇ ਵਿੱਚ, ਇੰਡੀਅਨ ਬ੍ਰਿਟਿਸ਼ ਆਰਮੀ ਦਾ। ਤੇ ਜਨਰਲ ਲੇਕ ਨੇ ਮੈਟਕੈਲਫ ਨੂੰ ਜਦੋਂ 19 ਸਾਲਾਂ ਦਾ ਸੀ ਤੇ ਆਪਣਾ ਪੋਲੀਟੀਕਲ ਅਸਿਸਟੈਂਟ ਭਰਤੀ ਕਰ ਲਿਆ ਸੀ। ਇੰਨਾ ਦਿਮਾਗੀ ਬੰਦਾ ਸੀ ਉਹ। ਗੋਰਾ ਮੈਨੂੰ ਮੈਟਕੈਲਫ ਦੀਆਂ ਸਿਫਤਾਂ ਦੱਸ ਰਿਹਾ ਵੀ ਮੈਟਕੈਲਫ ਕੋਈ ਮਾਮੂਲੀ ਆਦਮੀ ਨਹੀਂ ਸੀ। 1808 ਤੋਂ ਗੱਲਬਾਤ ਕਰਦਾ ਆ ਰਿਹਾ ਸੀ ਰਣਜੀਤ ਸਿੰਘ ਨਾਲ, ਤੇ 1809 ਵਿੱਚ ਉਹਨੇ ਰਣਜੀਤ ਸਿੰਘ ਨੂੰ ਰਾਜੀ ਕਰ ਲਿਆ ਸੀ ਕਿ ਆਪਾਂ ਸੰਧੀ ਕਰ ਲਈਏ, ਤੇ ਉੱਥੇ ਹਸਤਾਖਰ ਰਣਜੀਤ ਸਿੰਘ ਦੇ ਕਰਵਾ ਕੇ ਵਾਪਸ ਪਰਤਿਆ ਸੀ। ਬਾਅਦ ਚ ਗਵਰਨਰ ਜਨਰਲ ਆਫ ਇੰਡੀਆ ਵੀ ਬਣਿਆ। ਤੇ ਇਹ ਮੈਟਕੈਲਫ ਨੇ ਜਦੋਂ 1809 ਵਿੱਚ ਅੰਮ੍ਰਿਤਸਰੋਂ ਵਾਪਸ ਪਰਤਿਆ ਤਾਂ ਇਹਨੇ ਇੰਗਲੈਂਡ ਵਿੱਚ ਆ ਕੇ ਦੱਸ ਦਿੱਤਾ ਸੀ ਕਿ ਜਿਹੜਾ ਖਾਲਸਾ ਰਾਜ ਹੈ ਨਾ, ਅਸੀਂ ਜਿਹੋ ਜਿਹਾ ਡਿਸਿਪਲਨ ਉੱਥੋਂ ਦੇ ਵਿਦਿਅਕ ਅਦਾਰਿਆਂ ਦਾ, ਉੱਥੋਂ ਦੇ ਰਾਜ ਦਾ, ਉਹੋ ਜਿਹਾ ਅਸੀਂ ਇੰਗਲੈਂਡ ਦੇ ਵਿੱਚ ਪੈਦਾ ਕਰਨਾ ਹੈ। ਮੈਨੂੰ ਇੱਕ ਗੋਰਾ ਦੱਸ ਰਿਹਾ ਕਿ 1809 ਦੇ ਵਿੱਚ ਜਦੋਂ ਮੈਟਕੈਲਫ ਦਾ ਪਹਿਲਾ ਦੌਰਾ ਅੰਮ੍ਰਿਤਸਰ ਵਿੱਚ ਹੋਇਆ ਤੇ ਉਦੋਂ ਪਹਿਲਾਂ ਉਹ ਲਾਹੌਰ ਵਿਜ਼ਿਟ ਕਰਦਾ ਰਿਹਾ, ਗੱਲਬਾਤ ਕਰਦਾ ਰਿਹਾ ਰਣਜੀਤ ਸਿੰਘ ਨਾਲ, ਤਾਂ ਇਸ 1 ਸਾਲ ਦੇ ਵਿੱਚ ਜਾਂ ਇਹਨਾਂ ਦੌਰਿਆਂ ਦੇ ਵਿੱਚ ਉਹਨੇ ਮਨ ਬਣਾ ਲਿਆ ਸੀ ਕਿ ਜਿਹੋ ਜਿਹਾ ਡਿਸਿਪਲਨ ਪੰਜਾਬ ਦਾ, ਅਸੀਂ ਇਹਨੂੰ ਇੱਥੋਂ ਪੰਜਾਬ ਤੋਂ ਲਿਜਾ ਕੇ ਇੰਗਲੈਂਡ ਦੇ ਵਿਦਿਅਕ ਅਦਾਰਿਆਂ ਤੇ ਇੰਗਲੈਂਡ ਦੇ ਸਿਆਸੀ ਢਾਂਚੇ ਵਿੱਚ ਰੱਖਣਾ ਜਾ ਕੇ, ਤਾਂ ਕਿ ਅਸੀਂ ਵੀ ਇਸ ਖਿੱਤੇ ਵਾਂਗੂ ਖੁਸ਼ਹਾਲ ਹੋ ਸਕੀਏ। ਤੇ ਮੈਨੂੰ ਉਸ ਗੋਰੇ ਨੇ ਦੱਸਿਆ ਕਿ ਉਸ ਵਕਤ ਮੈਟਕੈਲਫ ਕਹਿੰਦਾ ਹੈ ਕਿ ਆ ਘੜੀ ਦੇਖੀ, ਇਹਨੂੰ ਪਛਾਣਦੇ ਹੋ ਕਿੱਥੇ ਲੱਗੀ ਹੋਈ ਹੈ? ਇਹ ਜੋ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਡਿਊਟੀ ਤੋਂ ਅੰਦਰ ਦਾਖਲ ਹੋਏ ਨਾ, ਖੱਬੇ ਹੱਥ ਘੜੀ ਲੱਗੀ ਹੋਈ ਹੈ। ਇਹ ਭਾਈ ਲਹਿਣਾ ਸਿੰਘ ਦੀ ਬਣਾਈ ਹੋਈ ਘੜੀ ਹੈ, ਜਿਹੜੀ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ ਸੀ। ਤੇ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਦਰਸ਼ਨ ਡਿਊਟੀ ਤੋਂ ਅੰਦਰ ਐਂਟਰ ਕਰਦਿਆਂ ਖੱਬੇ ਹੱਥ ਸੰਗਤਾਂ ਹੀ ਲਵਾ ਦਿੱਤੀ ਸੀ। ਮੈਨੂੰ ਉਸ ਗੋਰੇ ਨੇ ਦੱਸਿਆ, ਜਿਹੜਾ ਕਿ ਮੈਂ ਆਪਣੇ ਪੰਜਾਬ ਵਿੱਚ ਪੜ੍ਹਦੇ ਆ, ਆਪਣੇ ਗੁਰਦੁਆਰਿਆਂ ਦੀ ਸਟੇਜ ਤੋਂ ਜਾਂ ਸਾਡੇ ਮੈਂਟਰਸ ਕੋਲੋਂ, ਆਪਣੇ ਆਲੇ ਦੁਆਲੇ, ਮੈਨੂੰ ਇਹ ਗੱਲਾਂ ਕਦੀ ਵੀ ਸੁਣਨ ਨੂੰ ਨਹੀਂ ਸੀ ਮਿਲੀਆਂ ਜਿਹੜੀਆਂ ਮੈਨੂੰ ਅੱਜ ਉਸ ਗੋਰੇ ਨੇ ਦੱਸੀਆਂ। ਕਹਿੰਦਾ ਮੈਟਕੈਲਫ ਨੇ ਉੱਥੇ ਦੇਖਿਆ ਕਿ ਪੰਜਾਬ ਦੇ ਪਿੰਡ ਦੀ ਸੱਥ ਵਿੱਚ, ਪੰਜਾਬ ਦੇ ਗੁਰਦੁਆਰਿਆਂ ਵਿੱਚ, ਪੰਜਾਬ ਦੇ ਸਕੂਲਾਂ ਵਿੱਚ ਘੜੀਆਂ ਲੱਗੀਆਂ ਹੋਈਆਂ। ਕਹਿੰਦਾ ਸਾਡੇ ਤਾਂ ਘੜੀ ਦਾ ਰਿਵਾਜ ਹੀ ਕੋਈ ਨਹੀਂ ਸੀ। ਇਮੈਜਿਨ ਕਰੋ। ਮੈਨੂੰ ਗੋਰਾ ਦੱਸਦਾ ਹੈ ਕਿ ਸਾਨੂੰ ਸਕੂਲਾਂ 'ਚ ਜਦੋਂ ਮੈਂ ਪੜ੍ਹਦਾ ਸੀ ਪੜ੍ਹਾਇਆ ਜਾਂਦਾ ਸੀ ਕਿ ਸਾਨੂੰ ਮੈਟਕੈਲਫ ਨੇ ਜਗਾਇਆ ਸੀ। ਉਹ ਕਮਲਿਓ, ਇੱਕ ਰਾਜ ਹੈ ਦੁਨੀਆ ਦੇ ਖਿੱਤੇ ਵਿੱਚ ਜਿੱਥੇ ਰਣਜੀਤ ਸਿੰਘ ਸਿੱਖਾਂ ਦਾ ਰਾਜਾ ਰਾਜ ਕਰਦਾ ਹੈ। ਪਿੰਡ ਵਿੱਚ ਸੱਤ ਵਿੱਚ ਘੜੀਆਂ ਲੱਗੀਆਂ। ਉਹਨਾਂ ਦੇ ਧਰਮ ਸਥਾਨ ਨੂੰ ਉਹ ਧਰਮਸ਼ਾਲਾ ਬੋਲਦੇ ਆ, ਧਰਮਸ਼ਾਲਾਵਾਂ ਵਿੱਚ ਘੜੀਆਂ ਲੱਗੀਆਂ, ਸਕੂਲਾਂ 'ਚ ਘੜੀਆਂ ਲੱਗੀਆਂ। ਉਹਨਾਂ ਦਾ ਕੇਂਦਰੀ ਸਥਾਨ ਹੈ ਦਰਬਾਰ ਸਾਹਿਬ। ਇੱਕ ਨਿਯਤ ਸਮੇਂ ਤੇ ਕੀਰਤਨ ਸ਼ੁਰੂ ਹੁੰਦਾ ਹੈ, ਨਿਯਤ ਸਮੇਂ ਤੇ ਚੌਂਕੀ ਬਦਲਦੀ ਹੈ। ਉਸੇ ਹੀ ਸਮੇਂ ਤੇ ਚੌਂਕੀ ਬਦਲਦੀ ਹੈ, ਅਗਲੀ ਚੌਂਕੀ ਸ਼ੁਰੂ ਹੁੰਦੀ ਹੈ। ਰਹਿਰਾਸ ਦਾ ਦੀਵਾਨ ਲੱਗਦਾ, ਸੋਦਰ ਦੀ ਚੌਂਕੀ ਲੱਗਦੀ ਹੈ। ਅੰਮ੍ਰਿਤ ਵੇਲੇ ਇੱਕ ਖਾਸ ਸਾਜ਼ ਵੱਜਦਾ, ਇੱਕੋ ਹੀ ਸਮੇਂ ਤੇ ਵੱਜਦਾ। ਦਿਨ ਵਿੱਚ ਤਾਂ ਉਹ ਲੋਕ ਸੂਰਜ ਦੀਆਂ ਘੜੀਆਂ ਨਾਲ ਸਮਾਂ ਨਾਪ ਲੈਂਦੇ ਨੇ, ਰਾਤ ਨੂੰ ਕਿਵੇਂ ਨਾਪਦੇ ਨੇ? ਮੈਟਕੈਲਫ ਹੈਰਾਨ ਹੁੰਦਾ ਸੀ ਵੀ ਦਿਨ 'ਚ ਤਾਂ ਇਹ ਸੂਰਜੀ ਘੜੀਆਂ ਨਾਲ ਟਾਈਮ ਦੇਖ ਲੈਂਦੇ ਆ, ਰਾਤ ਨੂੰ ਅੱਧੀ ਰਾਤ ਕਿੱਥੋਂ ਦੇਖ ਲੈਂਦੇ ਆ ਟਾਈਮ? ਇਹ ਉਸੇ ਵੇਲੇ ਨਰਸਿੰਘਾ ਵੱਜਦਾ ਹੈ ਤੇ ਮਹਾਰਾਜ ਦਾ ਸਰੂਪ ਉੱਥੋਂ ਚੱਲਦਾ ਤੇ ਪ੍ਰਕਾਸ਼ ਹੁੰਦਾ ਤੇ ਕੀਰਤਨ ਦੀ ਚੌਂਕੀ। ਇਹ ਇੰਨੇ ਪਾਬੰਦ ਨੇ ਸਮੇਂ ਦੇ। ਇਹ ਥੋੜਾ ਵੀ ਜਦੋਂ ਮਰਜ਼ੀ ਉੱਠ ਖੜੇ, ਜਦੋਂ ਮਰਜ਼ੀ ਕੁਛ ਕਰ ਲਿਆ। ਕਹਿੰਦਾ ਇੰਨੇ ਆਰਗੇਨਾਈਜ਼ਡ, ਕਹਿੰਦਾ ਅਸੀਂ ਤਾਂ ਦੁਨੀਆ 'ਚ ਧੱਕਾ ਹੀ ਕਰੀ ਜਾਂਦੇ ਆ, ਬਟ ਉਹਨਾਂ ਨੇ ਤਾਂ ਸਿਸਟਮ ਹੀ ਇਹੋ ਜਿਹਾ ਖੜਾ ਕਰ ਲਿਆ ਹੋਇਆ। ਕਹਿੰਦਾ ਇਹ ਮੈਟਕੈਲਫ ਨੇ ਸਾਨੂੰ 1809 ਵਿੱਚ ਕਹਿਤਾ ਸੀ ਵੀ ਜੇ ਕੋਈ ਰਾਜ ਕਰਨਾ ਹੈ ਤਾਂ ਉਸ ਰਾਜ ਤੋਂ ਸਿੱਖਿਆ ਲਵੋ ਤੇ ਉਦਾਂ ਦਾ ਸਿਸਟਮ, ਸਾਡਾ ਆਰਗੇਨਾਈਜ਼ ਸਿਸਟਮ ਐਸਟੈਬਲਿਸ਼ ਕਰੋ। ਸੋ ਤੁਸੀਂ ਮਤਲਬ ਕਿ ਗੱਲ ਮੈਂ ਤੁਹਾਨੂੰ ਸਿਰਫ ਸੁਣਾਉਣ ਲਈ ਨਹੀਂ ਕਰ ਰਿਹਾ, ਸਾਨੂੰ ਇੰਟਰੋਸਪੈਕਸ਼ਨ ਕਰਨੀ ਪੈਣੀ ਹੈ, ਸਾਨੂੰ ਕ੍ਰਿਟੀਕਲ ਐਨਾਲਿਸਿਸ ਕਰਨਾ ਪੈਣਾ ਹਿਸਟਰੀ ਦਾ, ਕਿ ਅਸੀਂ ਇਸ ਇਤਿਹਾਸ ਨੂੰ ਮੁੜ ਸਰਜੀਤ ਕਰਨਾ ਹੈ।
ਕਿ ਲੋਕ ਤੁਹਾਨੂੰ ਦੇਖਣ, ਲੋਕ ਤੁਹਾਡੇ ਬਜ਼ੁਰਗਾਂ ਨੂੰ ਦੇਖਦੇ ਨੇ, ਭਾਵੇਂ ਤੁਸੀਂ ਜਾਂ ਤੁਹਾਡਾ ਆਲਾ ਦੁਆਲਾ ਉਹਦਾ ਮੁੱਲ ਨਹੀਂ ਪਾ ਸਕਿਆ, ਪਰ ਜਿਹੜਾ BBC ਦਾ ਲੇਟੈਸਟ ਸਰਵੇ ਹੈ ਉਹਨੇ ਗੱਲ ਜੱਗ ਜ਼ਾਹਰ ਕਰ ਦਿੱਤੀ ਹੈ ਕਿ ਇਹ 1801 ਤੋਂ 1849 ਦਾ ਜਿਹੜਾ ਸਿੱਖ ਅੰਪਾਇਰ ਸੀ, ਇਹ ਇੱਕ ਰੋਲ ਮਾਡਲ ਅੰਪਾਇਰ ਸੀ। ਦੁਨੀਆ ਅੱਜ ਇਹੋ ਜਿਹੇ ਅੰਪਾਇਰ ਨੂੰ ਲੋਚਦੀ ਹੈ, ਜਿਹਨੂੰ ਆਪਾਂ ਅੱਜ ਸੋਸ਼ਲ ਵੈਲਫੇਅਰ ਗਵਰਨਮੈਂਟਸ ਕਹਿੰਦੇ ਆ ਨਾ ਵੈਸਟ ਦੀਆਂ, ਉਹ ਸੋਸ਼ਲ ਵੈਲਫੇਅਰ ਗਵਰਨਮੈਂਟ ਸੀ। ਫਿਰ ਮੈਨੂੰ ਉਸ ਗੋਰੇ ਨੇ ਦੱਸਿਆ, ਫਿਰ ਮੇਰਾ ਅਗਲਾ ਸਵਾਲ ਸੀ, ਮੈਂ ਕਿਹਾ ਪੰਜਾਬ ਵਿੱਚੋਂ ਚਲਾ ਕਿਵੇਂ ਗਿਆ? ਇਹ ਪੰਜਾਬ ਵਿੱਚੋਂ ਇਹ ਸਾਡਾ ਇਹ ਵਿਦਿਅਕ ਢਾਂਚਾ ਖੁਰਦ-ਬੁਰਦ ਹੋਇਆ ਕਿਵੇਂ? ਫਿਰ ਉਸ ਗੋਰੇ ਨੇ ਮੈਨੂੰ ਇਹ ਗੱਲ ਦੱਸੀ ਕਿ ਇਹ ਵੀ ਇੱਕ ਬਹੁਤ ਵੱਡੀ ਕਹਾਣੀ ਹੈ, ਬਹੁਤ ਵੱਡੀ ਗਾਥਾ ਹੈ ਕਿ ਸਾਡਾ ਇੱਕ ਵਿਦਵਾਨ GW ਲੈਟਨਰ, ਜਿਹਨੂੰ ਇਹ ਕੰਮ ਸੌਂਪਿਆ ਗਿਆ ਸੀ, ਉਹਨੇ 33 ਸਾਲ ਲਏ ਇਸ ਕੰਮ ਨੂੰ ਕਰਨ ਨੂੰ। ਕਹਿੰਦਾ ਰਾਣੀ ਨੂੰ ਇਹ ਗੱਲ 1809 ਵਿੱਚ ਮੈਟਕੈਲਫ ਨੇ ਦੱਸ ਦਿੱਤੀ ਸੀ ਕਿ ਉਹਨਾਂ ਦਾ ਵਿਦਿਅਕ ਢਾਂਚਾ ਬਹੁਤ ਸਟਰੋਂਗ ਹੈ, ਤੇ ਇਸ ਕੰਮ ਦੀ ਪਲੈਨਿੰਗ ਕਹਿੰਦੇ ਅਸੀਂ 1809 'ਚ ਸ਼ੁਰੂ ਕਰ ਲਈ ਸੀ ਵੀ ਤੁਹਾਡਾ ਢਾਂਚਾ ਇੱਥੇ ਲੈ ਕੇ ਆਉਣਾ ਹੈ ਤੇ ਤੁਹਾਡਾ ਤਬਾਹ ਕਰਨਾ ਹੈ, ਕਿਉਂਕਿ ਤੁਹਾਡਾ ਤਬਾਹ ਕੀਤੇ ਬਿਨਾਂ ਤੁਹਾਨੂੰ ਕਾਬੂ ਕੀਤਾ ਜਾ ਨਹੀਂ ਸਕਦਾ। ਇਹ ਕੰਮ ਦੀ ਵਿਉਂਤਬੰਦੀ ਅਸੀਂ 1809 ਵਿੱਚ ਹੀ ਆਰੰਭ ਕਰ ਲਈ ਸੀ ਵੀ ਤੁਹਾਡਾ ਵਿਦਿਅਕ ਢਾਂਚਾ ਲਿਆ ਕੇ ਇੱਥੇ ਲਾਗੂ ਕਿਵੇਂ ਕਰਨਾ ਹੈ ਤੇ ਤੁਹਾਡੇ ਨੂੰ ਖੁਰਦ-ਬੁਰਦ ਕਿਵੇਂ ਕਰਨਾ ਹੈ। 1849 ਦੇ ਵਿੱਚ ਇੱਕ ਕਿੰਗਸ ਕਾਲਜ ਲੰਡਨ ਦਾ ਪ੍ਰੋਫੈਸਰ ਡਾਕਟਰ ਗੌਟਲਿਬ ਵਿਲੀਅਮ ਲੇਟਨਰ ਇਹੋ ਜਿਹਾ ਕਾਬਲ ਬੰਦਾ ਸੀ ਜਿਹੜਾ ਲਗਭਗ 50 ਭਾਸ਼ਾਵਾਂ ਤੇ ਕਮਾਂਡ ਰੱਖਦਾ ਸੀ, ਲਿੰਗੁਇਸਟਿਕ ਸੀ। ਇਹਨੂੰ ਈਸਟ ਇੰਡੀਆ ਕੰਪਨੀ ਨੇ ਹਾਇਰ ਕੀਤਾ ਵੀ ਲੈਟਨਰ ਤੇ ਤੋਂ ਵੱਡਾ ਵਿਦਵਾਨ ਸਾਡੇ ਕੋਲ ਹੈ ਕੋਈ ਨਹੀਂ, ਤੇ ਤੂੰ ਪੰਜਾਬ ਦੇ ਵਿਦਿਅਕ ਢਾਂਚੇ ਨੂੰ ਤਹਿਸ ਨਹਿਸ ਕਰਨਾ ਹੈ। ਕਿਉਂਕਿ 1849 ਵਿੱਚ ਈਸਟ ਇੰਡੀਆ ਕੰਪਨੀ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਲੈਟਨਰ ਦੱਸਦਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪੰਜਾਬ ਤੇ ਕਬਜ਼ਾ ਕੀਤਾ, ਪਰ ਪੰਜਾਬ ਅਜੇ ਜਿੱਤਿਆ ਨਹੀਂ ਹੈ, ਜਿੱਤਣਾ ਇਹਨੂੰ ਬਾਕੀ ਆ, ਜੇ ਤੇ ਕਬਜ਼ਾ ਹੀ ਹੋਇਆ ਹੈ। ਤੇ ਹੁਣ ਉਹ ਕਬਜ਼ੇ ਤੋਂ ਬਾਅਦ ਉਹਨੂੰ ਜਿੱਤਣ ਦੇ ਲਈ ਇਹ ਅਸਾਈਨਮੈਂਟ ਲੈਟਨਰ ਨੂੰ ਦਿੱਤੀ ਗਈ, ਤੇ ਲੈਟਨਰ ਨੂੰ ਕੀ ਕੰਮ ਦਿੱਤਾ ਗਿਆ ਕਿ ਭਾਈ ਤੂੰ ਪੰਜਾਬ ਦਾ ਵਿਦਿਅਕ ਢਾਂਚਾ ਤਹਿਸ ਨਹਿਸ ਕਰਨਾ, ਕਿਉਂਕਿ ਅਸੀਂ ਪੰਜਾਬ ਨੂੰ ਮੁਕੰਮਲ ਰਾਜ ਵਿੱਚ ਲੈਣਾ, ਆਪਣੇ ਸ਼ਾਮਿਲ ਕਰਨਾ, ਤੇ ਇਹ ਸ਼ਾਮਿਲ ਤਾਂ ਹੋਣਾ ਜੇ ਵਿਦਿਅਕ ਢਾਂਚਾ ਖਤਮ ਕੀਤਾ ਜਾਵੇ। ਤੇ ਵਿਦਿਅਕ ਢਾਂਚਾ ਖਤਮ ਕਰਨ ਦੇ ਲਈ ਲੈਟਨਰ ਨੂੰ ਜਦੋਂ ਇਹ ਗੱਲ ਦੱਸੀ ਤੇ ਲੈਟਨਰ ਕਹਿੰਦਾ ਵੀ ਮੈਂ ਇਸ ਨੂੰ ਇੱਕ ਵਾਰੀ ਸਟੱਡੀ ਕਰਾਂ ਵੀ ਉੱਥੇ ਹੈ ਕੀ ਹੈ। ਤੇ ਲੈਟਨਰ ਨੂੰ ਕੀ ਅਸਾਈਨਮੈਂਟ ਦਿੱਤੀ ਗਈ ਉਹ ਸਟੱਡੀ ਕਰਨ ਦੇ ਲਈ, ਕਿਉਂਕਿ ਅੰਮ੍ਰਿਤਸਰ ਸਾਡਾ ਕੇਂਦਰੀ ਸਥਾਨ ਸੀ। ਅੰਮ੍ਰਿਤਸਰ ਦੇ ਵਿੱਚ ਡਿਸਟ੍ਰਿਕਟ ਇੰਸਪੈਕਟਰ ਸਕੂਲਸ ਲੈਟਨਰ ਨੂੰ ਆ ਕੇ ਨਿਯੁਕਤ ਕੀਤਾ। ਜਿਸ ਤਰ੍ਹਾਂ ਸਾਡਾ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਹੁੰਦਾ ਹੈ, ਉਸ ਤਰ੍ਹਾਂ ਲੈਟਨਰ ਨੂੰ ਡਿਸਟ੍ਰਿਕਟ ਇੰਸਪੈਕਟਰ ਸਕੂਲਸ ਅੰਮ੍ਰਿਤਸਰ ਤਾਇਨਾਤ ਕੀਤਾ। ਤੇ ਉੱਥੇ ਲੈਟਨਰ ਨੇ ਕੁਝ ਗੱਲਾਂ ਆਬਜ਼ਰਵ ਕੀਤੀਆਂ, ਜਿਹੜੀ ਉਹਨੇ ਆਪਣੀ ਕਿਤਾਬ 'ਚ ਲਿਖੀਆਂ ਨੇ, The History of Indigenous Education Since Annexation and in 1882। ਕੀ ਕਹਿੰਦਾ? ਕਹਿੰਦਾ ਪੰਜਾਬ ਦੇ ਵਿਦਿਅਕ ਢਾਂਚੇ ਦਾ ਮੂਲ ਆਧਾਰ ਸੀ moral education was the foundation of the system। ਕਹਿੰਦਾ ਸਾਰੇ ਢਾਂਚੇ ਵਿੱਚ ਨੈਤਿਕ ਕਦਰਾਂ ਕੀਮਤਾਂ ਮਤਲਬ ਕਿ ਬੇਸਿਕ ਕਰੈਕਟ ਸੀਗਾ ਜਿਹੜਾ ਵਿਦਿਅਕ ਢਾਂਚਾ ਬੱਚਿਆਂ ਨੂੰ ਦਿੰਦਾ ਸੀ। ਲਿਖਦਾ ਹੈ ਲੈਟਨਰ, ਕਹਿੰਦਾ there was not a mosque, temple or ਧਰਮਸ਼ਾਲਾ, ਗੁਰਦੁਆਰੇ ਨੂੰ ਉਸ ਵੇਲੇ ਧਰਮਸ਼ਾਲਾ ਬੋਲਦੇ ਸਨ, that had not a school attached to it। ਕਹਿੰਦਾ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਧਾਰਮਿਕ ਸਥਾਨ ਨਹੀਂ ਸੀ ਜਿਹਦੇ ਨਾਲ ਸਕੂਲ ਨਾ ਹੋਵੇ। ਐਗਜ਼ਾਮਪਲ ਦਿੰਦਾ, ਕਹਿੰਦਾ here is a typical Sikh village ਚੂੜੀਆਂ ਕਲਾਂ in the Sialkot district in which everyone before annexation could read and write। 1849 ਵਿੱਚ ਜਦੋਂ ਅੰਗਰੇਜ਼ਾਂ ਨੇ ਕਬਜ਼ਾ, ਈਸਟ ਇੰਡੀਆ ਕੰਪਨੀ ਨੇ ਪਹਿਲਾ ਕਬਜ਼ਾ ਕੀਤਾ ਪੰਜਾਬ ਤੇ, ਕਹਿੰਦਾ ਇਸ ਪਿੰਡ ਵਿੱਚ ਹਰ ਬੰਦਾ ਪੜ੍ਹ ਲਿਖ ਸਕਦਾ ਸੀ। ਕਹਿੰਦਾ ਇਹ ਲੈਵਲ ਸੀ ਉਸ ਵੇਲੇ ਦੇ ਵਿਦਿਅਕ ਢਾਂਚੇ ਦਾ। ਫਿਰ ਕਹਿੰਦਾ ਮੈਨੂੰ ਕੰਮ ਦਿੱਤਾ ਗਿਆ, ਪਹਿਲਾਂ ਇਹਨੂੰ ਇੰਸਪੈਕਟਰ ਜਨਰਲ ਸਕੂਲਸ ਬਣਾਇਆ ਅੰਮ੍ਰਿਤਸਰ ਦਾ, ਫਿਰ ਇਹਨੂੰ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਾਇਆ, ਫਿਰ ਇਹਨੂੰ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ। ਉਸ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨ ਭਾਈ ਸਾਹਿਬ ਅਨਮਿਊਟ ਕਰਿਓ ਜੀ ਆਪਣੇ ਆਪ ਨੂੰ, ਮੇਰੇ ਕੋਲ ਮਿਊਟ ਹੋ ਗਿਆ। ਹਾਂਜੀ ਠੀਕ ਹੈ ਜੀ, ਹਾਂਜੀ ਹਾਂਜੀ, ਆਵਾਜ਼ ਕੱਟਦਾ ਨਹੀਂ ਕਿਸੇ ਜ਼ਿਆਦਾ ਪਿੱਛੇ? ਨਹੀਂ ਨਹੀਂ ਜੀ, ਠੀਕ ਹੈ ਠੀਕ ਹੈ। ਸੋ ਇਹਨੂੰ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ। ਉਸ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਦਾ ਇਹ ਉਹਨੂੰ ਲੀਡ ਕਰਦਾ ਰਿਹਾ, ਚੀਫ ਰਿਹਾ ਉਹਦਾ।
मतलब कि इस बंदे ने काम करदियां करदियां अपने काम नूं करन तो बाद जिहड़ी किताब विच जिहड़ी गल खुलासे कीते ने, मैं ਉਹਦੇ कुछ ਤੁਹਾਡੇ सामने अज ਉਹਦਾ सारांश ਤੁਹਾਡੇ ਨਾਲ शेयर करना भी इस बंदे ने ਜਦੋਂ 33 साल बाद अपनी किताब लिखी, देखो की गल निकल के आउंदी है कि 1870 ਦੇ ਵਿੱਚ ਇੰਗਲੈਂਡ ਐਲੀਮੈਂਟਰੀ ਐਜੂਕੇਸ਼ਨ ਐਕਟ ਪਾਸ ਕਰਦਾ ਹੈ, ਵਿਲੀਅਮ ਫੋਸਟਰ ਦਾ ਲਿਖਿਆ ਹੋਇਆ, ਜਿਹਦੇ ਵਿੱਚ ਇਹ ਗੱਲ ਪਲਾਨ ਕੀਤੀ ਜਾਂਦੀ ਹੈ ਕਿ 5 ਤੋਂ ਲੈ ਕੇ 12 ਸਾਲ ਦੇ ਹਰ ਵਿਅਕਤੀ ਨੂੰ ਇੰਗਲੈਂਡ ਤੇ ਵੇਲਜ਼ ਦੇ ਵਿੱਚ ਵਿਦਿਆ ਦੇਣ ਦੇ ਪ੍ਰਬੰਧ ਕੀਤੇ ਜਾਣਗੇ। ਤੇ ਇਹ ਪ੍ਰਬੰਧ ਖਾਲਸਾ ਦਰਬਾਰ ਵਿੱਚ 1809 ਵਿੱਚ ਲਾਗੂ ਸਨ। ਇਮੇਜਿਨ ਕਰੋ ਇਸ ਚੀਜ਼ ਨੂੰ ਕਿ ਇੰਗਲੈਂਡ 1870 ਦੇ ਵਿੱਚ ਸੋਚਦਾ ਹੈ ਕਿ 5 ਤੋਂ 12 ਸਾਲ ਦੇ ਹਰ ਬੱਚੇ ਨੂੰ ਵਿਦਿਆ ਦੇਣੀ ਬਹੁਤ ਜ਼ਰੂਰੀ ਹੈ। ਤੇ 1809 ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਬਣਾਏ ਪੰਜਾਬ ਦੇ ਵਿੱਚ ਹਰ ਬਜ਼ੁਰਗ, ਹਰ ਔਰਤ, ਹਰ ਨੌਜਵਾਨ ਪੜ੍ਹਿਆ ਲਿਖਿਆ ਸੀ, ਜਿਹਦਾ ਖੁਲਾਸਾ ਲੈਟਨ ਨੇ ਆਪਣੀ ਕਿਤਾਬ ਵਿੱਚ ਕੀਤਾ ਹੈ ਕਿ ਸਿਆਲਕੋਟ ਦਾ ਇੱਕ ਪਿੰਡ ਹੈ, ਇਹਦੇ ਵਿੱਚ ਹਰ ਬੰਦਾ ਪੜ੍ਹ ਲਿਖ ਸਕਦਾ ਹੈ। ਇਹ ਪਿੰਡ ਪਿੰਡ ਦੀ ਗਾਥਾ ਨਾਲ ਲਿਖਦਾ ਵੀ ਇੱਕ ਅੱਧਾ ਪਿੰਡ ਨਹੀਂ, ਇਹ ਘਰ ਘਰ ਦੀ ਗਾਥਾ ਕਿ ਲਗਭਗ ਲਿਟਰੇਸੀ 1809 ਦੇ ਵਿੱਚ ਇਹ ਸਿੱਖਾਂ ਨੇ ਉਸ ਲੈਵਲ ਤੇ ਕੀਤੀ ਹੋਈ ਸੀ। ਕਿ ਦਿਸ ਵਾਸ ਦਾ ਲੈਵਲ ਕਿ ਅਸੀਂ ਕਿੱਥੇ ਸੀ। ਹੁਣ ਅਸੀਂ ਕੀਤਾ ਕੀ? ਲੈਟਨ ਕਹਿੰਦਾ education was first degraded by us from an object of mental and moral culture to a means of purely worldly ambitions। ਅਸੀਂ ਵਿਦਿਅਕ ਅਦਾਰਿਆਂ ਵਿੱਚ ਇਹ ਗੱਲ ਪੜ੍ਹਾਉਣੀ ਸ਼ੁਰੂ ਕੀਤੀ ਕਿ ਬਈ ਗੱਲ ਇਦਾਂ ਹੈ ਵੀ ਪੜ੍ਹਨ ਦਾ ਮਤਲਬ ਇਹ ਹੈ ਵੀ ਤੁਸੀਂ ਦੁਨਿਆਵੀ ਸੁੱਖ ਕਿੰਨੇ ਗ੍ਰਹਿਣ, ਤੁਸੀਂ ਗ੍ਰਹਿਣ ਸਮਝਦੇ ਹੋ ਗੱਲ ਨੂੰ, ਵਰਲਡਲੀ ਐਂਬੀਸ਼ਨਸ ਹੁੰਦੀਆਂ ਕੀ ਨੇ ਤੇ ਮੋਰਲ ਕਲਚਰ ਹੁੰਦਾ ਕੀ ਹੈ। ਉਹ ਕਹਿੰਦਾ ਸਾਨੂੰ ਬਹੁਤ ਜ਼ੋਰ ਲੱਗਿਆ ਤੇ ਅਸੀਂ ਪੂਰਾ ਤਿਲ ਲਾਤਾ ਆਪਣਾ ਵੀ ਇਹਨਾਂ ਦੇ ਸਕੂਲਾਂ 'ਚ ਗੱਲ ਪੜ੍ਹਾ ਦਿਓ ਵੀ ਮੋਰਲ ਕਲਚਰ ਨੂੰ ਛੱਡੋ, ਦਫਾ ਕਰੋ ਇਹਨੂੰ। ਇੱਕ ਗੱਲ ਮੈਨੂੰ ਉੱਥੇ ਗੋਰੇ ਨੇ ਹੋਰ ਸੁਣਾਈ, ਕੈਂਬਰਿਜ ਦੇ ਲਾਂਚ ਬੈਠਿਆਂ, ਕਹਿੰਦਾ ਜਦੋਂ ਮੈਟਕੈਲਫ 1809 ਵਿੱਚ ਅੰਮ੍ਰਿਤਸਰ ਗਿਆ ਤਾਂ ਮੈਟਕੈਲਫ ਨੇ ਇੱਕ ਸਵਾਲ ਕੀਤਾ ਸੀ, ਕਹਿੰਦਾ ਜਿਹੜਾ ਸਾਡੇ ਬਹੁਤ ਪ੍ਰਚਲਿਤ ਜਿਵੇਂ ਦੰਦ ਗਾਥਾ ਹੁੰਦੀ ਹੈ ਨਾ, ਕਹਿੰਦਾ ਇੰਗਲੈਂਡ ਵਿੱਚ ਦੰਦ ਗਾਥਾ ਵਾਂਗੂ ਸੁਣਾਈ ਜਾਂਦੀ ਸੀ। ਕਹਿੰਦਾ ਮੈਟਕੈਲਫ ਨੇ ਰਣਜੀਤ ਸਿੰਘ ਨੂੰ ਇਹ ਗੱਲ ਕਹੀ ਵੀ ਤੁਹਾਡੀਆਂ ਡਿਫੈਂਸ ਸਰਵਿਸਿਜ਼ ਕਿਹੋ ਜਿਹੀਆਂ ਨੇ, ਤੁਹਾਡਾ ਪ੍ਰਬੰਧ ਕਿਹੋ ਜਿਹਾ ਹੈ। ਤੇ ਰਣਜੀਤ ਸਿੰਘ ਨੇ ਹੱਸ ਕੇ ਉਹਨੂੰ ਕਿਹਾ ਵੀ ਤੈਨੂੰ ਦਿਖਾ ਦਿੰਨੇ ਆ ਤੇ ਲੱਗੇਗਾ ਵਕਤ ਦਿਖਾਉਣ ਨੂੰ, ਤੇ ਤੈਨੂੰ ਹਫ਼ਤੇ ਬਾਅਦ ਇਹ ਗੱਲ ਦੱਸਾਂਗੇ ਸਾਡੇ ਪ੍ਰਬੰਧ ਕਿਹੋ ਜਿਹੇ ਨੇ। ਤੇ ਉਹਨੇ ਹੱਸਦੇ ਨੇ ਕਿਹਾ, ਕਹਿੰਦੇ ਵੀ ਕਿਸੇ ਪਿੰਡ ਵਿੱਚੋਂ ਨਾ ਕੋਈ ਅਵਾਰਾ ਕੁੱਤਾ ਫੜ ਲਿਆਓ। ਤੇ ਮੈਟਕੈਲਫ ਕਹਿੰਦਾ ਵੀ ਇਹ ਅਵਾਰਾ ਕੁੱਤੇ ਦਾ ਡਿਫੈਂਸ ਨਾਲ ਕੰਮ ਕੀ ਹੋਇਆ। ਮੈਨੂੰ ਉਹ ਗੋਰਾ ਇਹ ਗੱਲ ਦੱਸਦਾ ਵੀ ਦੇਖੋ ਵੀ ਸਾਡੀਆਂ ਧੁੰਮਾਂ ਪਈਆਂ ਕਿਵੇਂ ਸੀ ਇੰਗਲੈਂਡ ਦੇ ਵਿੱਚ। ਤੇ ਕਹਿੰਦੇ ਰਣਜੀਤ ਸਿੰਘ ਨੇ ਮੰਗਾ ਲਿਆ ਕੁੱਤਾ ਤੇ ਆਪਣੇ ਦਰਬਾਰੀਆਂ ਨੂੰ ਕਹਿੰਦਾ ਵੀ ਇੱਕ ਬੜਾ ਹੀ ਕੀਮਤੀ ਹਾਰ ਲੈ ਕੇ ਆਓ, ਜਿਹਦੀ ਕੀਮਤ ਅਣਮੁੱਲ ਹੋਵੇ, ਇਹੋ ਜਿਹਾ ਕੋਈ ਹਾਰ ਲੈ ਕੇ ਆਓ ਕੀਮਤੀ। ਕਹਿੰਦੇ ਲਿਆ ਕੇ ਮੈਟਕੈਲਫ ਨੂੰ ਕਹਿੰਦਾ ਕੁੱਤੇ ਦੇ ਗਲ 'ਚ ਪਾ ਦੇ। ਕਹਿੰਦੇ ਮੈਟਕੈਲਫ ਨੇ ਗਲ 'ਚ ਪਾਤਾ। ਰਣਜੀਤ ਸਿੰਘ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੁਣ ਕੁੱਤੇ ਨੂੰ ਛੱਡ ਦਿਓ, ਜਿਹੜੇ ਪਿੰਡ 'ਚੋਂ ਲਏ ਉੱਥੇ ਹੀ ਛੱਡਿਆਓ। ਤੇ ਮੈਟਕੈਲਫ ਨੂੰ ਕਹਿੰਦਾ ਹੁਣ ਆਪਾਂ 7ਵੇਂ ਦਿਨ ਉਸ ਪਿੰਡ ਵਿੱਚ ਚੱਲਾਂਗੇ। ਕਹਿੰਦੇ ਮੈਟਕੈਲਫ ਨੂੰ ਲੈ ਕੇ ਰਣਜੀਤ ਸਿੰਘ ਉਸ ਪਿੰਡ ਵਿੱਚ ਜਾ ਵੜਿਆ ਹਫ਼ਤੇ ਬਾਅਦ, ਤੇ ਉਹ ਇੰਨਾ ਕੀਮਤੀ ਕੈਂਠਾ ਉਸ ਕੁੱਤੇ ਦੇ ਗਲ ਵਿੱਚ ਉਦਾਂ ਹੀ ਲਟਕ ਰਿਹਾ ਸੀ, ਕਿਸੇ ਨੇ ਨਹੀਂ ਲਾਇਆ। ਮਤਲਬ ਕਿ ਉਹ ਗੋਰਾ ਕਹਿੰਦਾ ਸਾਡੇ ਰੌਂਗਟੇ ਖੜੇ ਕਰਦੇ, ਸਾਡੇ ਤਾਂ ਇੰਗਲੈਂਡ ਵੀ ਥਾਂ ਥਾਂ ਲੁੱਟਾਂ ਖਸੁੱਟਾਂ ਝੱਟ ਹੋ ਜਾਂਦੀਆਂ, ਬੰਦਾ ਮਾਰ ਦਿੰਦੇ ਸੀ। ਤਾਂ ਸਾਡੇ ਹੁਣ ਹੁੰਦਾ। ਕਹਿੰਦਾ ਜਦੋਂ ਮੈਟਕੈਲਫ ਨੇ ਦੇਖਿਆ ਵੀ ਇੰਨਾ ਕੀਮਤੀ ਹਾਰ ਅਵਾਰਾ ਕੁੱਤੇ ਦੇ ਗਲ 'ਚ ਪਾਇਆ, 7 ਦਿਨ ਹੋ ਗਏ ਲਾਇਆ ਕਿਸੇ ਨੇ ਨਹੀਂ। ਰਣਜੀਤ ਸਿੰਘ ਹੱਸ ਕੇ ਕਹਿੰਦਾ ਵੀ ਇਹ ਸਾਡੇ ਬੱਚੇ ਦੇ ਅੰਦਰ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਸੱਚ ਤੇ ਪਹਿਰਾ ਦੇਣ ਦੀ ਗਾਥਾ ਨਾ, ਸਾਡੇ ਵਿਦਿਅਕ ਅਦਾਰਿਆਂ ਨੂੰ ਸਾਡੇ ਅਧਿਆਪਕਾਂ ਨੇ ਐਂ ਘੜ ਦਿੱਤੀ ਹੈ, ਪਰਾਈ ਅਮਾਨ ਕਿਉਂ ਰੱਖੀਏ ਦਿੱਤੀ ਹੀ ਸੁੱਖ ਹੋਏ। ਅਸੀਂ ਪਰਾਈ ਅਮਾਨਤ ਵੱਲ ਅੱਖ ਚੱਕ ਕੇ ਵੇਖਦੇ ਹੀ ਕੋਈ ਨਹੀਂ। ਕਿ ਦਿਸ ਵਾਸ ਦਾ ਲੈਵਲ ਆਫ ਮੋਰਲ ਕਲਚਰ। ਤੇ ਕਹਿੰਦਾ ਸਾਡੇ ਵੀ ਬੜਾ ਵੱਡਾ ਕੰਮ ਸੀ ਕਿ ਐਡੇ ਉੱਚੇ ਸੁੱਚੇ ਮੋਰਲ ਕਲਚਰ ਨੂੰ ਲਿਆ ਕੇ ਦੁਨਿਆਵੀ ਸੁੱਖ ਆਰਾਮ ਤੇ ਮਤਲਬ ਕਿ ਛੜਯੰਤਰਾਂ ਵੱਲ ਉਹਦਾ ਧਿਆਨ ਕਰਨਾ। ਪਰ ਕਹਿੰਦਾ ਉਹਨੇ ਲਿਖਿਆ ਆਪਣੀ ਕਿਤਾਬ 'ਚ, ਕਹਿੰਦਾ ਐਜੂਕੇਸ਼ਨ ਵਾਜ ਫਸਟ ਡਿਗਰੇਡਡ ਬਾਈ ਅਸ ਫਰਮ ਐਨ ਆਬਜੈਕਟ ਆਫ ਏ ਮੈਂਟਲ ਐਂਡ ਮੋਰਲ ਕਲਚਰ ਟੂ ਏ ਮੀਨਸ ਆਫ ਪਿਓਰਲੀ ਵਰਲਡਲੀ ਐਂਬੀਸ਼ਨਸ। ਦੇਖੋ ਇੱਥੇ ਸਾਡਾ ਵਿਦਿਅਕ ਅਦਾਰਾ ਉਹਨੇ ਲਿਆਂਦਾ, ਸਾਡਾ ਢਾਂਚਾ ਲਿਆਂਦਾ
ਕਹਿੰਦਾ ਟਰੂ ਇੰਡੀਜੀਨਸ ਐਜੂਕੇਸ਼ਨ ਆਫ ਪੰਜਾਬ ਵਾਜ ਕ੍ਰਿਪਲਡ, ਚੈਕਡ ਐਂਡ ਨੀਅਰਲੀ ਡਿਸਟਰॉयड, ਉਹਨੂੰ ਖਤਮ ਕੀਤਾ ਗਿਆ। ਫਿਰ ਇੱਕ ਕੰਪੇਨ ਚਲਾਈ, ਲਿਖਦਾ ਕਹਿੰਦਾ 1858 ਵਿੱਚ ਅਸੀਂ 1857 ਦੇ ਗਦਰ ਨੂੰ ਬਹਾਨਾ ਬਣਾ ਕੇ ਕੰਪੇਨ ਚਲਾਈ, ਜਿਹਦੇ ਵਿੱਚ ਅਸੀਂ ਪੰਜਾਬ ਦੇ ਘਰ ਘਰ ਵਿੱਚੋਂ, ਪਿੰਡ ਪਿੰਡ ਦੀ, ਘਰ ਘਰ ਦੀ ਤਲਾਸ਼ੀ ਲੈ ਕੇ ਪੰਜਾਬੀ ਦੇ ਕਾਇਦੇ, A campaign to burn all Punjabi Qaidas was planned in 1858 that searched each and every house of a village, collected Punjabi Qaidas and burned them. ਕਹਿੰਦਾ ਉਹਨੂੰ ਅਸੀਂ ਅੱਗ ਲਾ ਕੇ ਫੂਕ ਕੇ ਰਾਖ ਕਰ ਦਿੱਤਾ ਉਹਨਾਂ ਕੈਦਿਆਂ ਨੂੰ। ਤੁਹਾਨੂੰ ਪਤਾ ਹੈ ਇੰਗਲੈਂਡ ਦੇ ਵਿੱਚ ਰਾਣੀ ਨੇ ਪੰਜਾਬ ਦਾ ਕਬਜ਼ਾ ਕਦੋਂ ਲਿਆ ਸੀ? ਈਸਟ ਇੰਡੀਆ ਕੰਪਨੀ ਨੇ 1849 ਵਿੱਚ ਪੰਜਾਬ ਤੇ ਕਾਬਜ ਹੋ ਗਈ ਸੀ, ਪਰ ਰਾਣੀ ਨੇ ਆਪਣੇ ਅਧਿਕਾਰ 'ਚ ਪੰਜਾਬ ਨੂੰ ਨਹੀਂ ਸੀ ਲਿਆ, ਕਿਉਂਕਿ ਵਿਦਵਾਨਾਂ ਦਾ ਰਾਣੀ ਨੂੰ ਕਹਿਣਾ ਸੀ ਕਿ ਇੱਥੋਂ ਦਾ ਵਿਦਿਅਕ ਢਾਂਚਾ ਬਹੁਤ ਸਟਰੋਂਗ ਹੈ, ਕਿਸੇ ਵੇਲੇ ਵੀ ਬਗਾਵਤ ਹੋ ਸਕਦੀ ਹੈ। ਤੇ 1858 ਵਿੱਚ ਲੈਟਰ ਨੇ ਤੁਹਾਡੇ ਘਰ ਘਰ ਵਿੱਚੋਂ ਪੰਜਾਬੀ ਦੇ ਕਾਇਦੇ ਜਦੋਂ ਸਾੜੇ, ਤਾਂ ਉਸ ਵੇਲੇ ਲੈਟਰ ਨੇ ਇਸ ਗੱਲ ਦੀ ਕਹਿ ਲਓ ਗਵਾਹੀ ਦਿੱਤੀ ਕਿ ਹੁਣ ਨਾ ਰਾਣੀਏ ਘਬਰਾ, ਤੇ ਮੈਂ ਕਾਇਦੇ ਸਾੜ ਦਿੱਤੇ ਨੇ, ਇਹਨਾਂ ਦਾ ਵਿਦਿਅਕ ਢਾਂਚਾ ਤਹਿਸ਼ ਨਹਿਸ਼ ਹੋ ਚੁੱਕਿਆ, ਹੁਣ ਇਹ ਉੱਠਣ ਜੋਗੇ ਨਹੀਂ ਜੇ, ਹੁਣ ਤੂੰ ਲੈ ਸਕਦੀ ਹੈ ਪੰਜਾਬ ਦੇ ਰਾਜ ਨੂੰ। 1858 ਵਿੱਚ ਇਹ ਕਾਇਦੇ ਸਾੜਨ ਤੋਂ ਬਾਅਦ ਰਾਣੀ ਨੇ ਪੰਜਾਬ ਨੂੰ ਮਤਲਬ ਕਿ ਅਫੀਸ਼ੀਅਲ ਤੌਰ ਦੇ ਉੱਤੇ ਆਪਣੇ ਆਪ ਨੂੰ ਪੰਜਾਬ ਦੀ ਰਾਣੀ ਐਲਾਨਿਆ। 1849 ਤੋਂ 1858 ਉਹ ਦੇਖਦੀ ਹੋ ਰਹੀ ਵੀ ਮੇਰੇ ਵਿਦਵਾਨ ਕਦੋਂ ਕਹਿੰਦੇ ਆ ਵੀ ਇਹਨਾਂ ਦਾ ਵਿਦਿਅਕ ਢਾਂਚਾ ਖਤਮ ਕਰ ਦਿੱਤਾ ਹੈ। ਮਤਲਬ ਕਿ ਤੁਸੀਂ ਕਿਸ ਲੈਵਲ ਤੇ ਤੁਹਾਨੂੰ ਤੁਹਾਡੀਆਂ ਜੜ੍ਹਾਂ ਤੋਂ ਤੁਹਾਨੂੰ ਕੱਟਿਆ ਗਿਆ ਤੇ ਅਸੀਂ ਉਹਦਾ ਕਦੀ ਵਿਸ਼ਲੇਸ਼ਣ ਨਹੀਂ ਕਰਦੇ ਵੀ ਉਹ ਵਿਦਿਆ ਹੈ ਕਿਹੋ ਜਿਹੀ ਸੀ। ਦੇਖੋ ਲੈਟਨਰ ਕੀ ਕਹਿੰਦਾ, ਕਹਿੰਦਾ ਅਸੀਂ ਕਾਇਦੇ ਸਾੜਤੇ। ਹੁਣ ਉਹ ਸੋਚਣ ਵਾਲੀ ਗੱਲ ਹੈ ਵੀ ਉਹ ਤੁਹਾਡੇ ਕਾਇਦੇ ਕਿਹੋ ਜਿਹੇ ਹੋਣਗੇ ਜਿਨ੍ਹਾਂ ਤੋਂ ਅੰਗਰੇਜ਼ ਇੰਨਾ ਡਰਦਾ ਸੀ। ਤੇ ਉਸ ਵੇਲੇ ਇਹ ਵੀ ਸੁਣੀਂਦਾ ਹੈ ਕਿ ਅੰਗਰੇਜ਼ ਹਕੂਮਤ ਨੇ ਐਲਾਨ ਕੀਤਾ ਸੀ ਕਿ ਪੰਜਾਬੀਆਂ ਦੇ ਘਰ ਵਿੱਚ, ਜਿਨ੍ਹਾਂ ਦੇ ਘਰ ਵਿੱਚ ਹਥਿਆਰ ਹੈ, ਕੋਈ ਬੰਦੂਕ ਹੈ, ਨੇਜਾ ਆ, ਕਿਰਪਾਨ ਹੈ, ਵਰਸ਼ਾ ਆ, ਉਹ ਸਰਕਾਰ ਨੂੰ ਜਮ੍ਹਾਂ ਕਰਾ ਦਿਓ, ਉਹਦੇ 3 ਆਨੇ ਦੇਵਾਂਗੇ, ਤੇ ਕਾਇਦਾ ਜਮ੍ਹਾਂ ਕਰਾ ਦਿਓ, ਉਹਦੇ 6 ਆਨੇ ਦੇਵਾਂਗੇ। ਕਾਇਦੇ ਦਾ ਮੁੱਲ 6 ਆਨੇ ਤੇ ਹਥਿਆਰ ਦਾ ਮੁੱਲ 3 ਆਨੇ। ਇਮੇਜਿਨ ਕਰੋ, ਗੋਰਾ ਜਾਣਦਾ ਸੀ ਵੀ ਅਸਲ ਤਾਕਤ ਹੈ ਕਿੱਥੇ ਹੈ। ਉਹਨੇ ਕਾਇਦਾ ਪਿੰਡ ਪਿੰਡ ਦਾ ਸਾੜਿਆ। ਤੇ ਉਹ ਤੋਂ ਬਾਅਦ ਫਿਰ ਸਿੱਖਾਂ ਨੇ ਕੀ ਕੀਤਾ, ਉਹ ਵੀ ਲੈਟਰ ਨੂੰ ਲਿਖਦਾ ਵੀ ਕਾਇਦੇ ਤਾਂ ਸਾੜਦੇ, ਸਿੱਖ ਫਿਰ ਕੀ ਕਰਨ ਲੱਗ ਗਏ। ਕਹਿੰਦਾ ਸਿੱਖਾਂ ਨੇ ਕੀ ਕੀਤਾ, ਗੁਰੂਜ਼, ਉਹ ਲਿਖਦਾ ਸਿੱਖਾਂ ਦੇ ਟੀਚਰ ਨੇ ਉਹਨੂੰ ਗੁਰੂ ਸ਼ਬਦ ਲਿਖਦਾ, ਕਿਉਂਕਿ ਉਦੋਂ ਟੀਚਰ ਨੂੰ ਗੁਰੂ ਇਹ ਪ੍ਰਚਲਿਤ ਸ਼ਬਦ ਸੀਗਾ। ਗੁਰੂਜ਼ ਸਟਿਲ ਕੰਟੀਨਿਊ ਟੂ ਟੀਚ ਦਾ ਸੇਕਰਡ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦਾ, ਉਹਨਾਂ ਨੇ ਗੁਰੂ ਗ੍ਰੰਥ ਪੜਾਉਣਾ ਜਾਰੀ ਰੱਖਿਆ। ਕਹਿੰਦਾ ਰਾਈਟਿੰਗ ਦਾ ਵਰਡਸ ਵਿਚ ਕੇਮ ਫਰਮ ਦਾ ਮਾਊਥ ਆਫ ਦਾ ਫਾਊਂਡਰ ਆਫ ਦਾ ਰਿਲੀਜਨ। ਕਹਿੰਦਾ ਉਹ ਬੱਚਿਆਂ ਨੂੰ ਹੱਥ ਨਾਲ ਗੁਰਬਾਣੀ ਲਿਖਾਇਆ ਕਰਦੇ ਸਨ। ਸਾਡੇ ਕੋਲੇ ਕਿੰਨਾ ਅੱਜ ਅਸੀਂ ਸੁਚੇਤ ਆ ਬੱਚਿਆਂ ਨੂੰ ਹੱਥ ਨਾਲ ਗੁਰਬਾਣੀ ਲਿਖਣ ਲਈ ਪ੍ਰੇਰਦੇ ਆ। ਉਹ ਕਹਿੰਦਾ ਹੱਥ ਨਾਲ ਲਿਖਵਾਉਂਦੇ ਸਨ, ਵਿਚ ਕੇਮ ਫਰਮ ਦਾ ਮਾਊਥ ਆਫ ਦਾ ਫਾਊਂਡਰ ਆਫ ਦਾ ਰਿਲੀਜਨ ਗੁਰਮੁਖੀ। ਬਟ ਦੈਨ ਐਜ਼ ਨਾਓ, ਉਸ ਵੇਲੇ ਤੋਂ ਹੁਣ ਤੱਕ ਕੀ ਹੋਇਆ, ਦਾ ਐਲਫਾਬੈਟ ਐਂਡ ਦਾ ਲੈਂਗੁਏਜ ਪੰਜਾਬੀ ਵਰ ਕੰਸੀਡਰਡ ਬਾਰਬਰਸ। ਤੁਸੀਂ ਸਮਝੋ ਬਾਰਬਰਸ ਕੀ ਹੁੰਦਾ ਹੈ? ਜਿਹੜੀ ਸ਼ਬਦ ਬਿਲਕੁਲ ਗਵਾਰਾਂ ਦੀ ਲੈਂਗੁਏਜ ਹੋਵੇ, ਅਨਪੜ੍ਹ ਲੋਕਾਂ ਦੀ ਲੈਂਗੁਏਜ ਹੋਵੇ, ਜਿਹਦਾ ਕੋਈ ਮੂਲ ਨਾ ਹੋਵੇ, ਆਧਾਰ ਨਾ ਹੋਵੇ, ਮਤਲਬ ਕਿ ਜਿਹਨੂੰ ਬੜੀ ਘਿਰਣਾ ਨਾਲ ਦੇਖਿਆ ਜਾਂਦਾ ਹੋਵੇ। ਕਹਿੰਦਾ ਅਸੀਂ ਐਂ ਕੰਮ ਕੀਤਾ, ਭਾਵੇਂ ਸਿੱਖ ਪੜ੍ਹਾਉਂਦੇ ਰਹੇ ਗੁਰਬਾਣੀ, ਲਿਖਾਉਂਦੇ ਰਹੇ ਗੁਰਬਾਣੀ, ਪਰ ਸਾਡਾ ਕੰਮ ਇਹਨੇ ਜ਼ੋਰ ਨਾਲ ਚੱਲਿਆ। ਬਟ ਦੈਨ ਐਜ਼ ਨਾਓ, 1882 ਕੀ ਹੋ ਗਿਆ, ਐਂਡ ਵਰ ਨਾਟ ਯੂਜ਼ਡ ਬਾਈ ਅਸ ਫਾਰ ਪਰਪਸ ਆਫ ਐਲੀਮੈਂਟਰੀ ਸੈਕੂਲਰ ਇੰਸਟਰਕਸ਼ਨ। ਅਸੀਂ ਵਿਦਿਅਕ ਅਦਾਰਿਆਂ 'ਚ ਪੰਜਾਬੀ ਨੂੰ ਬਿਲਕੁਲ ਖਤਮ ਕਰ ਦਿੱਤਾ। ਅੱਗੇ ਕੀ ਕਹਿੰਦਾ, ਕਹਿੰਦਾ ਸੇਕਰਡ ਕਲਾਸੀਕਲ ਲੈਂਗੁਏਜਸ ਵਿਦਾਊਟ ਵਿਚ ਦਾ ਵਰਨੈਕੂਲਰਸ ਕੈਨ ਨਾਟ ਬੀ ਡਿਵੈਲਪਡ। ਤੁਹਾਡੀ ਭਾਸ਼ਾ ਨੂੰ ਪਵਿੱਤਰ ਮੰਨਦਾ ਹੈ, ਕਲਾਸੀਕਲ ਮੰਨਦਾ ਕਿ ਇਹ ਤੋਂ ਬਿਨਾਂ ਦਿਲ ਦਿਮਾਗ ਵਿੱਚ ਹਲੂਣਿਆ ਹੀ ਨਹੀਂ ਜਾ ਸਕਦਾ। ਉਹਨੂੰ ਕਹਿੰਦਾ ਅਸੀਂ ਐਂ ਕੱਟਿਆ, ਇਦਾਂ ਕੱਟਿਆ ਸਮਾਜ ਵਿੱਚੋਂ, ਵਿਦਿਅਕ ਅਦਾਰਿਆਂ ਵਿੱਚੋਂ, ਇਹ ਸਿਰਫ ਗ੍ਰੰਥੀਆਂ ਤੱਕ ਹੀ ਸੀਮਿਤ ਰਹਿ ਗਈ। ਬਿਕੇਮ ਮੋਰ ਐਂਡ ਮੋਰ restricted to the priestly classes। ਤੇ ਮੈਨੂੰ ਕਹਿ ਲੈਣ ਦੇਣਾ, ਅੱਜ ਪ੍ਰੀਸਟਲੀ ਕਲਾਸਿਸ ਦੇ ਕੋਲੋਂ ਵੀ ਛੁੱਟ ਗਈ ਹੈ, ਉਹਨਾਂ ਨੂੰ ਵੀ ਨਹੀਂ ਪਤਾ ਇਹਦਾ ਮਤਲਬ ਕੀ ਹੈ, ਲਿਖਿਆ ਕੀ ਹੋਇਆ। ਲੈਟਰ ਦੀਆਂ ਲਿਖਤਾਂ ਨੂੰ ਪੜ੍ਹੋ, ਉਹਦੇ ਵਿੱਚੋਂ ਇਹ ਗੱਲ ਬਾਰ-ਬਾਰ ਨਿਕਲ ਕੇ ਆ ਰਹੀ ਹੈ ਵੀ ਸਾਨੂੰ ਬਹੁਤ ਜ਼ੋਰ ਲੱਗਿਆ ਸਿੱਖਾਂ ਨੂੰ ਇਹ ਗੱਲ ਸਮਝਾਉਣ ਲਈ ਕਿ
ਵਿਦਿਅਕ ਅਦਾਰਿਆਂ ਵਿੱਚ ਆ ਕੇ ਦੁਨਿਆਵੀ ਤਰੱਕੀ ਲੱਭੋ, ਪੈਸਾ ਲੱਭੋ, ਸ਼ੋਹਰਤ ਲੱਭੋ, ਤੇ ਗੁਰਦੁਆਰਿਆਂ ਵਿੱਚ ਜਾ ਕੇ ਵੀ ਦੁਨਿਆਵੀ ਮੰਗਾਂ ਮੰਗੋ। ਇਹਦੇ ਵਾਸਤੇ ਹੁੰਦੇ ਨੇ। ਉਹ ਕਹਿੰਦਾ ਸਿੱਖ ਕਿੱਥੇ ਮੰਗਦੇ ਸੀ, ਸਿੱਖ ਤਾਂ ਕੁਰਬਾਨੀ ਮੰਗਦੇ ਸੀਗੇ। ਕਹਿੰਦੇ ਸੀ ਮੇਰਾ ਸਰਬੰਸ ਕੌਮ ਦੇ ਲੇਖੇ ਵਾਰ ਲੱਗ ਜਾਵੇ। ਉਹ ਤਾਂ ਮੰਗਦੇ ਕੁਝ ਹੋਰ ਸੀਗੇ। ਜੇ ਭੀੜ ਬਣੇ ਤਾਂ ਪਹਿਲਾਂ ਮੇਰਾ ਸਰਬੰਸ ਲੱਗੇ ਲੇਖੇ। ਕਹਿੰਦਾ ਅਸੀਂ ਸਿਖਾਇਆ ਵੀ ਗੁਰਦੁਆਰੇ ਜਾਣਾ ਤੇ ਜਾ ਕੇ ਮੰਗੋ, ਨੌਕਰੀਆਂ ਮੰਗੋ, ਪੈਸਾ ਮੰਗੋ, ਧਨ ਮੰਗੋ, ਸੁੱਖ ਆਰਾਮ। ਕਹਿੰਦਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਸੁੱਖ ਆਰਾਮ ਵੀ ਮੰਨਣਾ ਹੁੰਦਾ। ਨਾ ਤਾਂ ਇਹ ਸਕੂਲ ਵਿੱਚ ਆ ਕੇ ਮੰਗਦੇ ਸੀ, ਨਾ ਇਹ ਗੁਰਦੁਆਰੇ ਵਿੱਚ ਜਾ ਕੇ ਮੰਗਦੇ ਸੀ। ਤੇ ਇਹੀ ਕਾਰਨ ਸੀ ਇਹਨਾਂ ਲੋਕਾਂ ਦੇ ਬਣਾਏ ਹੋਏ ਸਿੰਘਾਸਣ ਵੱਲ, ਰਾਜ ਵੱਲ ਦੇਖਣਾ ਮਤਲਬ ਕਿ ਹਿੰਮਤ ਨਹੀਂ ਸੀ ਪੈਂਦੀ ਅੰਗਰੇਜ਼ਾਂ ਦੇ ਉਧਰ ਨੂੰ ਦੇਖਣ ਦੀ। ਪਰ ਕਹਿੰਦਾ ਅਸੀਂ ਇਹਨਾਂ ਦੇ ਜ਼ਿਹਨ ਚੋਂ ਗੱਲ ਹੀ ਕੱਢ ਦਿੱਤੀ ਕੁਰਬਾਨੀ ਦੀ, ਜਜ਼ਬੇ ਦੀ, ਪਿਆਰ ਦੀ, ਸਮਰਪਣ ਦੀ, ਰੱਬ ਨੂੰ ਆਪਣੇ ਆਲੇ ਦੁਆਲੇ ਹਾਜ਼ਰ ਨਾਜ਼ਰ ਦੇਖਣ ਦੀ, ਰੱਬ ਦੇ ਪਿਆਰ ਵਿੱਚ ਰੱਬ ਦੀ ਬਣਾਈ ਕਾਇਨਾਤ ਦੀ ਸੇਵਾ ਕਰਨ ਦੀ। ਕਹਿੰਦਾ ਅਸੀਂ ਗੱਲਾਂ ਕੱਢ ਕੇ ਇਹ ਗੱਲਾਂ ਉਹਨਾਂ ਦੇ ਕਲਚਰ ਵਿੱਚੋਂ ਕੱਢੀਆਂ ਤੇ ਸਿਰਫ ਗ੍ਰੰਥੀਆਂ ਦਾ ਪੱਲੇ ਛੱਡ ਦਿੱਤੀਆਂ। ਉਦੋਂ ਵੱਧ ਇਸ ਲੈਂਗੁਏਜ ਨੂੰ ਕਹਿੰਦਾ ਹੁਣ ਕੋਈ ਨਹੀਂ ਜਾਣਦਾ, ਬਸ ਗ੍ਰੰਥੀ ਹੀ ਪੜ੍ਹ ਸਕਦੇ ਨੇ, ਬਾਕੀਆਂ ਨੂੰ ਇਹ ਗੱਲ ਭੁੱਲਣੀ ਸ਼ੁਰੂ ਹੋ ਗਈ। ਦੇਖੋ ਐਗਜ਼ਾਮਪਲ ਦੇ ਰਿਹਾ ਉਹੀ ਪਿੰਡ ਜਿੱਥੇ ਉਹ ਕਹਿੰਦਾ here is a typical Sikh village in which everyone before annexation could read and write, village ਚੂੜੀਆਂ ਕਲਾਂ in the Sialkot district। ਕਹਿੰਦਾ ਹੁਣ 1882 ਚ ਕੀ ਹੋਇਆ। ਕਹਿੰਦਾ out of a population of 1500 only 10% know ਗੁਰਮੁਖੀ and 1 ਉਰਦੂ। ਇਮੇਜਿਨ ਲਾਓ 1500 ਚੋਂ 11 ਬੰਦਾ ਪੜ੍ਹੇ ਲਿਖੇ ਆ, 1% ਤੋਂ ਵੀ ਥੱਲੇ ਸਿੱਟਤਾ ਇਸ ਪਿੰਡ ਦਾ ਲਿਟਰੇਸੀ ਰੇਟ। ਕਿ ਤੁਸੀਂ ਸਾਨੂੰ ਕਦੀ ਕਿਸੇ ਨੇ ਦੱਸਿਆ ਹੀ ਨਹੀਂ ਕਿ ਸਾਡੇ ਨਾਲ ਆਹ ਵਾਪਰਿਆ। ਸਾਨੂੰ ਕਦੀ ਕਿਸੇ ਨੇ ਦੱਸਿਆ ਹੀ ਨਹੀਂ ਕਿ ਅਸੀਂ ਆਪਣੇ ਐਜੂਕੇਸ਼ਨਲ ਸਿਸਟਮ ਨੂੰ ਆਏ ਸਟਰੋਂਗ ਕਰਾਂਗੇ ਤਾਂ ਮੁੜ ਕੇ ਖੜੇ ਹੋਵਾਂਗੇ। ਤੇ ਅੱਜ ਤਾਂ ਹੁਣ ਜਿਹੜੀ ਪੰਜਾਬ ਤੋਂ ਤੁਸੀਂ ਉੱਠ ਕੇ ਗਏ ਹੋ, ਇੱਥੇ ਤਾਂ ਹੁਣ ਡਮੀ ਐਡਮਿਸ਼ਨਾਂ ਦਾ ਐਡਾ ਦੌਰ ਚੱਲਿਆ ਨਾ, ਮਤਲਬ ਕਿ ਪੁੱਛੋ ਹੀ ਕੁਛ ਨਾ। ਰਹੇ ਰੱਬ ਦਾ ਨਾਂ, ਵਿਦਿਆ ਦਾ ਤਾਂ ਵਪਾਰ ਉੱਥੇ ਪਹੁੰਚਿਆ ਹੋਇਆ ਹੈ ਕਿ ਇਹ ਗੱਲਾਂ ਤਾਂ ਜ਼ਮੀਨ ਅਸਮਾਨ ਦਾ ਅੰਤਰ ਹੋ ਗਈਆਂ। ਜਿਹੜੀ ਵਿਦਿਆ ਤੁਹਾਡੇ ਬਜ਼ੁਰਗਾਂ ਨੇ ਸਥਾਪਿਤ ਕੀਤੀ ਸੀ, ਹੁਣ ਤਾਂ ਵਿਦਿਆ ਦਾ ਪੂਰਾ ਵਪਾਰੀਕਰਨ ਹੋ ਚੁੱਕਿਆ ਹੋਇਆ। ਸੋ ਇਹ ਚੀਜ਼ਾਂ ਦਾ ਅਸੀਂ ਭਾਵੇਂ ਜਿੱਥੇ ਵੀ ਬੈਠੇ ਆ, ਜੇ ਸਾਡੇ ਦਿਲ ਵਿੱਚ ਪੰਜਾਬ ਦੀ ਧਰਤੀ ਪ੍ਰਤੀ ਖੇਚਿਆ, ਜੇ ਸਾਡੇ ਵਿਰਸੇ ਪ੍ਰਤੀ ਖੇਚਿਆ, ਇਹਨੂੰ ਬਚਾਉਣ ਲਈ ਕਿ ਭਾਵੇਂ ਤੁਸੀਂ ਇਹ ਬਾਹਰ ਵੀ ਬੈਠੇ ਹੋ ਤਾਂ ਆਪਣੇ ਬੱਚਿਆਂ ਦੇ ਅੰਦਰ ਉਹ ਜ਼ਿਹਨ ਵਿੱਚ ਉਹ ਚੀਜ਼ ਪੈਦਾ ਕਰਨ ਦੇ ਲਈ ਤੁਹਾਨੂੰ ਆਪਣੇ ਜਿਹੜੇ ਵਿਦਿਆ ਦੇ ਮੀਲ ਪੱਥਰ ਤੁਹਾਡੇ ਬਜ਼ੁਰਗਾਂ ਨੇ ਤੈਅ ਕੀਤੇ ਨੇ ਉਹਨਾਂ ਦਾ ਪਤਾ ਹੋਣਾ ਚਾਹੀਦਾ ਹੈ। ਔਰ ਤੁਹਾਡੇ ਅੰਦਰ ਇੱਕ ਤੀਬਰ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਉਹ ਜਿਹੀ ਮਿਆਰੀ ਵਿਦਿਆ ਆਪਣੀ ਪਨੀਰੀ ਨੂੰ ਦੇਣੀ ਹੈ ਤੇ ਉਸ ਪੱਧਰ ਦੇ ਸਚਾਰ ਮਨੁੱਖ ਖੜੇ ਕਰਨੇ ਨੇ ਜਿਸ ਪੱਧਰ ਦੇ ਮਨੁੱਖ ਨਵਾਬ ਕਪੂਰ ਸਿੰਘ ਹੋਰਾਂ ਨੇ, ਜੱਸਾ ਸਿੰਘ ਆਹਲੂਵਾਲੀਆ ਨੇ, ਅਕਾਲੀ ਬਾਬਾ ਫੂਲਾ ਸਿੰਘ ਨੇ, ਸਰਦਾਰ ਹਰੀ ਸਿੰਘ ਨਲੂਏ ਦੀ ਕਮਾਂਡ ਵਿੱਚ ਖੜੇ ਹੋਏ ਤੇ ਬੜਾ ਹਲੀਮੀ ਰਾਜ ਦਾ ਸਿੰਘਾਸਣ ਉਹਨਾਂ ਨੇ 50 ਸਾਲ ਲਈ ਜਿਹੜਾ ਆਪਣਾ ਦੁਨੀਆ ਨੂੰ ਕਰਕੇ ਦਿਖਾਇਆ। ਤੇ ਅੱਗੇ ਲੈਟਰਨ ਕਹਿੰਦਾ ਵੀ ਸਿੱਖਾਂ ਦੇ ਅੰਦਰ ਇੱਛਾ ਤਾਂ ਜ਼ਰੂਰ ਸੀ ਕਿ ਅਸੀਂ ਆਪਣੀ ਕਲਚਰ ਨੂੰ ਸੰਭਾਲ ਕੇ ਰੱਖਣਾ ਹੈ, ਪਰ ਕਹਿੰਦਾ ਅਸੀਂ ਵੀ ਆਪਣਾ ਕੰਮ ਮਤਲਬ ਕਿ ਪੂਰੇ ਜ਼ੋਰ ਨਾਲ ਕੀਤਾ ਤੇ ਨਤੀਜਾ ਕੀ ਨਿਕਲਿਆ। Still the influence of old associations and of the striking invention of modern times combined with the prestige of the ruling race rendered the people susceptible to any form of education that government might wish to foster। ਦੇਖੋ ਦਾ ਮਤਲਬ ਕੀ ਨਿਕਲਦਾ। ਇਹ ਅੰਗਰੇਜ਼ੀ ਲੈਟਨ ਦੀ ਲਿਖੀ ਹੋਈ ਹੈ, ਮੇਰੇ ਸ਼ਬਦ ਨਹੀਂ ਹੈਗੇ। ਕਹਿੰਦਾ ਅਸੀਂ ਵੀ ਕੰਮ ਮਿਹਨਤ ਨਾਲ ਇੰਨੀ ਨਾਲ ਕੀਤਾ ਕਿ ਸਿੱਖਾਂ ਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਵੀ ਜਿੱਦਾਂ ਦੀ ਸਰਕਾਰ ਸਿੱਖਿਆ ਦਿੰਦੀ ਹੈ ਚੱਲ ਠੀਕ ਹੀ ਹੈ, ਉਦਾਂ ਹੀ ਪੜ੍ਹ ਲਵੋ। ਮਤਲਬ ਕਿ ਇਹ ਸਾਡੀ ਹਾਰ ਸੀ ਜਦੋਂ ਅਸੀਂ ਇੱਥੇ ਆਏ। ਸੋ ਹੁਣ ਤੁਸੀਂ ਮੇਰੇ ਖਿਆਲ ਹੈ 20-25 ਪਰਿਵਾਰ ਜੁੜੇ ਹੋਏ ਹੋ ਆਸਟ੍ਰੇਲੀਆ ਤੋਂ। ਮੈਂ ਇਹ ਸਲਾਈਡ ਕਈ ਵਾਰ ਦਿਖਾਇਆ ਕਰਦਾ। ਤੁਸੀਂ ਹੁਣ ਆਪਣਾ ਇੱਕ ਜਿਹੜੀ ਮੈਂ ਗੱਲ ਕੀਤੀ ਹੈ ਇਸ ਗੱਲ ਨੂੰ ਜ਼ਿਹਨ ਵਿੱਚ ਰੱਖਦੇ ਆ, ਹੁਣ ਤੁਸੀਂ ਆਪੋ ਆਪਣਾ ਇੱਕ ਇਮਤਿਹਾਨ ਲੈਣਾ, ਆਪ ਹੀ ਲੈਣਾ ਤੇ ਆਪਣੇ ਆਪ ਨੂੰ ਦੇਣਾ। ਮੈਂ ਤੁਹਾਡੀ ਸਕਰੀਨ ਤੇ 16 ਸ਼ਬਦ ਲਿਖੇ ਨੇ। ਮੇਰਾ ਨਹੀਂ ਖਿਆਲ ਕਿਸੇ ਬੱਚੇ ਨੂੰ, ਕਿਸੇ ਨੌਜਵਾਨ ਨੂੰ, ਕਿਸੇ ਸਿੱਖ ਪਰਿਵਾਰ ਦੇ ਜਿਹੜੇ ਜੁੜੇ ਹੋਏ ਸੰਗਤ ਹੈ, ਕਿਸੇ ਨੂੰ ਇਹਨਾਂ ਦਾ ਮਤਲਬ ਨਾ ਪਤਾ ਹੋਵੇ। ਬੜੇ ਸਿੰਪਲ ਸ਼ਬਦ ਨੇ। ਸਕੂਲ, ਕਾਲਜ, ਕਲਾਸ, ਇੰਜਨ, ਸਰਿੰਜ, ਮਾਡਲ, ਮਾਡਰਨ, ਡਾਕਟਰ, ਕਾਰ, ਫਾਰਮ, ਟੈਕਸ, ਪੇਂਟਰ, ਕਮਿਸ਼ਨ, ਸਕੂਟਰ, ਸਰਕਲ, ਸਰਕਸ, ਸਾਰਿਆਂ ਨੂੰ ਇਹਦੇ ਮਤਲਬ ਪਤਾ ਹੋਣੇ ਨੇ। ਇਹ ਸ਼ਬਦ ਪੰਜਾਬੀ ਚ ਬਹੁਤ ਪ੍ਰਚਲਿਤ ਹੋ ਗਏ ਨੇ, ਆਧਾਰ ਇਹਨਾਂ ਦਾ ਇੰਗਲਿਸ਼ ਹੈ, ਇਹਨਾਂ ਚ ਕੋਈ ਸ਼ਬਦ ਵੀ ਪੰਜਾਬੀ ਦਾ ਨਹੀਂ। ਪਰ
ਇਹ ਸ਼ਬਦ ਈਵਨ ਅਨਪੜ੍ਹ ਲੋਕਾਂ ਨੂੰ ਪੰਜਾਬ ਵਿੱਚ ਵੀ ਆਉਂਦੇ ਨੇ, ਕਿਉਂਕਿ ਨਿੱਤ ਦੀ ਬੋਲ ਚਾਲ ਦਾ ਹਿੱਸਾ ਨੇ। ਹੁਣ ਮੈਂ ਆ 16 ਸ਼ਬਦ ਤੁਹਾਡੀ ਸਕਰੀਨ ਤੇ ਹੋਰ ਰੱਖਣ ਲੱਗਿਆ। ਇਹ 16 ਵਿੱਚੋਂ ਤੁਸੀਂ ਸਾਰਿਆਂ ਨੂੰ, ਮੈਨੂੰ ਪਤਾ 16 ਵਿੱਚੋਂ 16 ਨੰਬਰ ਲੈ ਲਏ ਹੋਣੇ ਆ। ਹੁਣ ਜਿਹੜੇ ਆ 16 ਸ਼ਬਦ ਨੇ ਇਹਨਾਂ ਨੂੰ ਪੜੋ, ਇਹਨਾਂ ਚੋਂ ਆਪੋ ਆਪਣੇ ਨੰਬਰ ਲਾਓ। ਇਹ ਉਹ ਸ਼ਬਦ ਨੇ ਜਿਹੜੇ ਤੁਹਾਡੇ ਬਜ਼ੁਰਗਾਂ ਦੀ ਜ਼ੁਬਾਨ ਦੇ ਉੱਤੇ ਕਾਮਨ ਸੀਗੇ, ਇਹ ਤੁਹਾਡੇ ਸਿਲੇਬਸ ਦਾ ਹਿੱਸਾ ਸੀਗੇ। 16 ਵਿੱਚੋਂ ਕਰੋ ਤਾਂ ਆਪੋ ਆਪਣੀ ਮਾਰਕਿੰਗ, ਮੈਂ ਦੱਸੀ ਜਾਂਦਾ ਇਹਨਾਂ ਦੇ ਮਤਲਬ ਕੀ ਹੈ, ਤੁਸੀਂ ਆਪੋ ਆਪਣੇ ਨੰਬਰ ਆਪੇ ਲਾਈ ਜਾਇਓ। ਉਰ ਹੁੰਦਾ ਹਿਰਦਾ, ਹਰ ਕਾ ਨਾਮ ਰੱਖੋ ਔਰ ਧਾਰ, ਹਾਠ। ਤਾਣ ਹੁੰਦੀ ਹੈ ਤਾਕਤ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਭਾਨ ਉਹ ਕੋਇਨ ਨਹੀਂ ਹੁੰਦੇ, ਸਿੱਕੇ ਨਹੀਂ ਹੁੰਦੇ ਜਿਹਨੂੰ ਆਪਾਂ ਕਹਿੰਦੇ ਆ ਵੀ 10 ਰੁਪਏ ਤੋੜ ਕੇ ਜਵਾਨੀਆਂ ਦਵਾਨੀਆਂ ਦੇ ਦੇ, ਹਨਾ। ਇਹ ਭਾਨ ਹੋ ਨਹੀਂ, ਇਹ ਤੁਸੀਂ ਰੋਜ਼ ਪੜ੍ਹਦੇ ਹੋ। ਨਮੋ ਭਾਨ ਭਾਨੇ, ਨਮੋ ਸੂਰਜ ਸੂਰਜੀ, ਹੈ ਪੜ੍ਹਦੇ ਆ ਆਪਾਂ ਨਾ। ਧੇਨ ਕੀ ਹੁੰਦੀ ਹੈ? ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕਮਲਾਵਤੀ, ਉਪਜੇ ਨਾਹੀ ਦਾਮ। ਗਾਂ ਨੂੰ ਧੇਨ ਕਹਿੰਦੇ ਆ। ਅਸ ਕਿਰਪਾਨ ਖੰਡੋ ਖੜਗ, ਤੁਬਕ ਤਬਰ ਅਰਤੀਰ, ਸੈਫ ਸਰੋਹੀ ਸਹਿਤੀ ਜੈ ਹਮਾਰੇ ਪੀਰ। ਅਸ ਘੋੜਾ ਆ। ਅੱਜ ਕੇ ਵਸ ਗੁਰ ਕੀਨੋ ਕੇਹਰ, ਦੇਖੋ ਕਿੰਨੀ ਪੋਜ਼ਿਟਿਵਿਟੀ ਕਿੰਨੀ ਹੈ। ਇਹ ਤੋਂ ਅੰਗਰੇਜ਼ ਬਹੁਤ ਡਰਦਾ ਸੀ। ਅੱਜ ਕੇ ਵਸ ਗੁਰ ਕੀਨੋ ਕੇਹਰ, ਗੁਰੂ ਦਵੇ ਥਾਪੜਾ ਤੇ ਬੱਕਰੀ ਸ਼ੇਰ ਨੂੰ ਢਾ ਲੈਂਦੀ ਹੈ। ਅੱਜ ਹੁੰਦੀ ਆ ਬੱਕਰੀ, ਤੇ ਆਪਾਂ ਕਹਿੰਦੇ ਕੇਰ ਸਿੰਘ ਬਹੁਤ ਨਾਂ ਰੱਖਿਆ ਹੁੰਦਾ, ਕੇਰ ਸਿੰਘ ਸੁਣਦੇ ਆ। ਕੇਰ ਦਾ ਮਤਲਬ ਹੁੰਦਾ ਸ਼ੇਰ। ਅੱਜ ਕੇ ਵਸ, ਬੱਕਰੀ ਦੇ ਵਸ, ਗੁਰ ਕੀਨੋ ਕੇਹਰ, ਕੁੱਕਰ ਕਿਨੇ ਲਗਾਈ ਰੇ। ਵੀ ਗੁਰੂ ਥਾਪੜਾ ਦਵੇ, ਮੇਰਾ ਕਰੇ, ਤੇ ਬੱਕਰੀ ਸ਼ੇਰ ਨੂੰ ਢਾ ਲੈਂਦੀ ਹੈ। ਅੱਜ ਹੁੰਦੀ ਹੈ ਬੱਕਰੀ। ਗੱਜ ਹੁੰਦਾ ਹਾਥੀ, ਸੂਆ ਹੁੰਦਾ ਤੋਤਾ। ਬਾਂਧਿਓ ਜਿਉ ਨਲਨੀ ਭਰਮ ਸੂਆ। ਸਾਹਸ ਕੀ ਹੁੰਦਾ ਭਲਾ? ਰੋਜ਼ ਪੜ੍ਹਦੇ ਆ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ, ਸਹਸ ਸਿਆਣਪਾਂ ਲੱਖ ਹੋ ਹੈ। ਕੀ ਹੁੰਦਾ ਸਹਸ? ਸ਼ਾਬਾਸ਼, 1000 1000। ਸਹਸ ਹੁੰਦਾ 1000, ਹੈ ਨਾ। ਸਹਸ ਸਿਆਣਪਾਂ, ਹਜ਼ਾਰਾਂ ਸਿਆਣਪਾਂ ਕਿਉਂ ਨਾ ਹੋਣ। ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤੈਂ ਡੂਬੀ ਅਲੇ। ਪੰਕਜ ਕੀ ਹੈ? चिक्कड़, ਚਿੱਕੜ, हाँ ਚਿੱਕੜ, है ना। कुरंग, 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 कुरंग से कूदत हिरन, हिरन है। स्वान पूंछ ज्यों भयो न सुधो, सुहान, कुत्ता जी, कुत्ता। उंदर, चूहा, चूहा, उंदर चूहा है। अजगर, सांप, पाइथन सप, खास किस्म का सप, पाइथन ਨੂੰ ਅਜਗਰ ਕਹਿੰਦੇ। परकट, बांदर, बांदर, मंकी है। करहला, ऊंट, ਦਾ ਬੱਚਾ, ਊਠ ਹੈ। ਸੋ ਇਹ ਸਾਡੇ ਸ਼ਬਦ ਸਨ ਜਿਹੜੇ ਸਾਡੀ ਰਸਨਾ। ਦੇਖੋ ਜੇ ਸਾਨੂੰ ਵੋਕੈਬਲਰੀ ਨਹੀਂ ਆਉਂਦੀ ਤੇ ਫਿਰ ਗੱਲ ਕਿਵੇਂ ਸਮਝ ਆਊਗੀ? ਹੁਣ ਆਪਾਂ ਕਹਿੰਦੇ ਘਰ ਘਰ ਵਿੱਚ ਆਪਾਂ ਗੱਲ, ਕਈ ਵਾਰੀ ਸਾਡੀਆਂ ਸੰਸਥਾਵਾਂ ਤੇ ਅਸੀਂ ਚਰਚਾ ਕਰਦੇ ਹਾਂ, ਨੌਜਵਾਨਾਂ ਦਾ ਗੁਰਬਾਣੀ ਦੇ ਵਿੱਚ ਇੰਟਰਸਟ ਨਹੀਂ। ਮੈਨੂੰ ਦੱਸੋ, ਜੇ ਤੁਹਾਡੇ ਬੱਚੇ ਨੂੰ ਜਿਹੜੇ ਮੁਲਕ ਵਿੱਚ ਜਾ ਰਹੇ ਹੋ ਉਹਦੀ ਭਾਸ਼ਾ ਹੀ ਨਹੀਂ ਆਉਂਦੀ, ਉਹਦਾ ਇੰਟਰਸਟ ਬਣੂਗਾ ਕਿਵੇਂ? ਜਿੱਥੇ ਆਪਣੇ ਬੱਚੇ ਨੂੰ ਲਿਜਾ ਰਹੇ ਹੋ ਗੁਰਦੁਆਰੇ ਵਿੱਚ, ਤੁਹਾਡੇ ਬੱਚੇ ਨੂੰ ਉਹ ਭਾਸ਼ਾ ਹੀ ਨਹੀਂ ਆਉਂਦੀ। ਹੁਣ ਆਈਲੈਟਸ ਦਾ ਰੌਲਾ ਕੀ ਹੈ? ਜੇ ਬਾਹਰ ਜਾਣਾ ਹੁੰਦਾ, ਟੌਫਲ ਕਾਹਦੇ ਵਾਸਤੇ ਹੈ? ਉਹ ਕਹਿੰਦੇ ਸਾਡੀ ਵੋਕੈਬਲਰੀ ਤੇ ਸਮਝ ਲਓ ਜੇ ਇੱਥੇ ਆਉਣਾ ਹੈ। ਹੋਰ ਕੀ ਹੈ? ਵੀ ਸਾਡੇ ਨਾਲ ਆ ਕੇ ਜੇ ਕੰਮਕਾਰ ਕਰਨਾ, ਸਾਡੀ ਵੋਕੈਬਲਰੀ ਤਾਂ ਸਮਝ ਲਵੋ। ਤੇ ਉਹਦੇ ਵਾਸਤੇ ਬੱਚੇ ਆਈਲੈਟਸ ਕਰਦੇ ਨੇ, ਟੌਫਲ ਕਰਦੇ ਨੇ। ਹੁਣ ਜੇ ਤੁਸੀਂ ਬੱਚਿਆਂ ਨੂੰ ਗੁਰਬਾਣੀ ਦੇ ਦੇਸ਼ ਲਿਜਾਣਾ ਹੈ ਤੇ ਤੁਹਾਨੂੰ ਗੁਰਬਾਣੀ ਦੀ ਵੋਕੈਬਲਰੀ ਵੀ ਤਾਂ ਕਰਾਉਣੀ ਹੋ ਪੈਣੀ ਹੈ ਨਾ। ਉਹ ਆਪਾਂ ਕਹਿੰਦੇ ਆ ਵੀ ਉਹ ਤੋਂ ਬਿਨਾਂ ਹੀ ਹੋ ਜਾ। ਉਹ ਕਿਵੇਂ ਹੋ ਜਾ? ਮਤਲਬ ਕਿ ਆਪਾਂ ਸ਼ਾਰਟਕਟ ਲੱਭੀ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਗੱਲ ਚੱਲਣੀ ਕਿਵੇਂ ਹੈ। ਜਦੋਂ ਤੱਕ ਗੁਰਬਾਣੀ ਦੀ ਵੋਕੈਬਲਰੀ ਅਸੀਂ ਆਪਣੇ ਬੱਚਿਆਂ ਨੂੰ, ਇਹ ਤਾਂ ਬੇਸਿਕ ਹੈ ਨਾ, 2 ਦੂਣੀ 4, 2 ਤੀਏ 6, 2 ਚੌਕੇ 8, ਜਦੋਂ ਇਹ ਆਉਂਦਾ ਹੀ ਨਹੀਂ, ਉਦੋਂ ਬਾਅਦ ਮੈਥਮੈਟਿਕਸ ਕਿੱਥੋਂ ਆਊਗਾ? ਵੀ ਜੇ ਉਹਨੂੰ ਅਲਫਾਬੈਟਸ ਨਹੀਂ ਆਉਂਦੇ, ਤੁਹਾਡੇ ਕਲਚਰ ਦੇ ਜਿਹੜੇ ਤੁਹਾਡੇ ਵਿਰਸੇ ਦੇ ਸ਼ਬਦ ਨੇ ਉਹ ਨਹੀਂ ਆਉਂਦੇ, ਤੇ ਫਿਰ ਉਹ ਤੋਂ ਬਿਨਾਂ ਤੁਹਾਡਾ ਜਿਹੜਾ ਬੱਚਾ ਆ ਉਹਦੇ ਅੰਦਰ ਤੁਸੀਂ ਲੱਖ ਜ਼ੋਰ ਲਾ ਲਓ,
ਜਦ ਤੁਸੀਂ ਉਹਨੂੰ ਆਪਣਾ ਬੇਸ ਹੀ ਨਹੀਂ ਮਜ਼ਬੂਤ ਕੀਤਾ ਤੇ ਉਹਦਾ ਇੰਟਰਸਟ ਹੀ ਨਹੀਂ ਕ੍ਰੀਏਟ ਹੋਣਾ। ਉਹਨੂੰ ਅੱਧੀ ਗੱਲ ਸਮਝ ਆਉਣੀ ਹੈ, ਅੱਧੀ ਆਉਣੀ ਕੋਈ ਨਹੀਂ। ਹੁਣ ਜੇ ਤੁਹਾਨੂੰ ਗੱਲ ਸਮਝ ਹੀ ਨਹੀਂ ਆ ਰਹੀ, ਤੁਹਾਨੂੰ ਕੋਈ ਉੱਥੇ ਬਿਠਾ ਰੱਖੇ, ਦੇਖੋ ਇੱਕ ਫਰਕ ਹੈ, ਇੱਕ ਮੇਰੀ ਪੀੜ੍ਹੀ ਹੈ, ਇੱਕ ਮੇਰੇ ਤੋਂ ਉੱਪਰ ਪੀੜ੍ਹੀ ਆ। ਮੈਂ ਡੇਰਾ ਭਾਈ ਮਹਿੰਦਰਪਾਲ ਸਿੰਘ ਹੋਰੀ ਬੈਠੇ ਨੇ ਹੈ, ਤੇ ਇੱਕ ਸਾਡੇ ਤੋਂ ਛੋਟੀ ਪੀੜ੍ਹੀ ਵਾਲੇ ਨੌਜਵਾਨ ਵੀ ਹੋਣੇ ਨੇ। ਇਹ ਬਜ਼ੁਰਗਾਂ ਦੀ ਪੀੜ੍ਹੀ ਹੈ, ਸ਼ਰਧਾ ਬਹੁਤ ਸੀ ਹੈ ਨਾ, ਤੇ ਸਾਡੀ ਪੀੜ੍ਹੀ 'ਚ ਅੱਧੀ ਅੱਧੀ ਰਹਿ ਗਈ, ਇਹ ਥੱਲੇ ਆ ਰਹੀ ਹੈ, ਉਹ ਸ਼ਰਧਾਹੀਨ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਤੇ ਅੱਜ ਕੱਲ੍ਹ ਸਾਡਾ ਦਾ ਪ੍ਰਚਾਰ ਵੀ ਇਦਾਂ ਦਾ, ਮਤਲਬ ਕਿ ਮੀਡੀਆ ਉੱਤੇ ਆ ਰਿਹਾ, ਜਿਹੜੇ ਹਰ ਗੱਲ ਨੂੰ ਮਤਲਬ ਕਿ ਤਰਕ ਨਾਲ ਪੱਟਦੇ ਆ, ਵੀ ਤਰਕ ਜਿੱਥੇ ਖਤਮ ਹੁੰਦਾ ਸਾਡੀ ਤਾਂ ਗੱਲ ਹੀ ਉੱਥੇ ਸ਼ੁਰੂ ਹੁੰਦੀ ਹੈ। ਗੁਰਬਾਣੀ ਨੇ ਜਿਹੜੀ ਗੱਲ ਕੀਤੀ ਹੈ ਉਹ ਵਿਦਵਤਾ ਦਾ ਸਿਰਾ ਜੇ, ਤਰਕ ਨਾਲ ਸਮਝ ਨਹੀਂ ਆਉਂਦੀ। ਹੋਏ ਤਾਂ ਆਇਨਸਟਾਈਨ ਵੀ ਕਹਿ ਗਿਆ ਵੀ ਜਿਹੜੀ ਇਹ ਕੁਦਰਤ ਦਾ ਰਹੱਸ ਹੈ ਨਾ, ਇਹ ਤਰਕ ਨਾਲ ਸਮਝ ਨਹੀਂ ਆਉਣਾ। ਤੁਸੀਂ ਸਾਰਾ ਵੀ ਸਮਝ ਲਵੋ ਤਾਂ ਵੀ, ਕਹਿੰਦਾ ਆਟੇ 'ਚ ਲੂਣ ਵੀ ਨਹੀਂ ਹੈ, ਕਹਿੰਦਾ ਇਹ ਕਿੱਡਾ ਵੱਡਾ ਵਿਗਿਆਨੀ ਹੋਇਆ। ਕਹਿੰਦਾ ਵੀ ਜੇ ਸਾਰੀ ਤੁਸੀਂ ਆਪਣਾ ਢਿੱਲ ਲਾ ਕੇ ਵੀ ਸਮਝ ਲਵੋ ਤਾਂ ਵੀ ਕੁਦਰਤ ਨੇ ਐਡਾ ਗਿਆਨ ਪੈਦਾ ਕੀਤਾ ਹੋਇਆ, ਜਿਹੜਾ ਤੁਸੀਂ ਤੁਹਾਡਾ ਸਮਝਿਆ ਹੋਇਆ ਗੱਲ ਆਟੇ 'ਚ ਲੂਣ ਵੀ ਨਹੀਂ ਰਹਿਣੀ। ਮਤਲਬ ਕਿ ਗੁਰਬਾਣੀ ਦੀਆਂ ਗੱਲਾਂ ਵਿਸਮਾਦੀ ਗੱਲਾਂ ਨੇ, ਬ੍ਰਹਿਮੰਡ ਦੀ ਗੱਲਾਂ ਨੇ। ਗੁਰੂ ਉੱਥੋਂ ਬੋਲਦਾ ਜਿੱਥੇ ਵਿਗਿਆਨ ਅਜੇ ਪਹੁੰਚੀ ਵੀ ਨਹੀਂ। ਅਸੀਂ ਇਹਨਾਂ ਗੱਲਾਂ ਵੱਲ ਵੀ ਅੱਗੇ ਵਧਾਂਗੇ। ਅਗਲੇ ਨੈਕਸਟ ਸੈਸ਼ਨ 'ਚ ਮੈਂ ਤੁਹਾਡੇ ਨਾਲ ਉਹ ਵਿਚਾਰਾਂ ਕਰਾਂਗਾ ਵੀ ਗੁਰਬਾਣੀ ਨੇ ਗੁਰਬਾਣੀ ਦੀ ਪਕੜ ਜਿਹੜੀ ਹੈ ਅੱਜ ਦੇ ਨੌਜਵਾਨ ਨੂੰ ਦੱਸਣ ਦੇ ਲਈ ਸਾਨੂੰ ਗੁਰਬਾਣੀ ਦੇ ਹਵਾਲਿਆਂ ਨੂੰ ਕਿਸ ਸੰਦਰਭ ਵਿੱਚ ਰੱਖਣਾ ਚਾਹੀਦਾ ਹੈ। ਅੱਜ ਮੈਂ ਆਪਣੀ ਗੱਲ ਦਾ ਮੂਲ ਇਹੀ ਰੱਖਿਆ ਕਿ ਸਾਨੂੰ ਇਹ ਗੱਲ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਬੇਸਿਕਸ ਹੈ ਨਾ ਗੁਰਬਾਣੀ ਦਾ ਢਾਂਚਾ, ਜਿਹਦੇ ਵਿੱਚ ਲਿਖਿਆ ਹੋਇਆ ਉਹ ਸ਼ਬਦ ਸਾਡੀ ਪਰਿਵਾਰਾਂ ਦੀ ਬੋਲ ਚਾਲ ਵਿੱਚ, ਆਪਾਂ ਆਪਣੀ ਬੋਲੀ ਵਿੱਚ ਜੇ ਸ਼ਬਦਾਂ ਨੂੰ ਪ੍ਰਚਲਿਤ ਨਹੀਂ ਕਰਾਂਗੇ ਤਾਂ ਤੁਹਾਡੇ ਗੁਰਬਾਣੀ ਨਾਲ ਬੱਚਿਆਂ ਦੀ ਸਾਂਝ ਨਹੀਂ ਬਣੇਗੀ। ਅਸੀਂ ਕੋਈ ਚੀਜ਼ ਚੱਕਣੀ ਹੈ, ਜ਼ੋਰ ਲਾ ਕੇ ਉਹਨੂੰ ਕਹੋ ਕਾਕਾ ਤਾਣ ਲਾ ਕੇ ਚੱਕ ਤਾਣ ਲਾ ਕੇ, ਹੈਨਾ, ਫਿਰ ਉਹਨੂੰ ਸਮਝ ਆਊਗੀ, ਕਹਾਵੋ ਕਿ ਤਾਣ ਹੁੰਦਾ ਕੀ ਹੈ। ਹਾਂਜੀ, ਆਪਾਂ ਡੋਗੀ ਕਰੀ ਜਾਂਦੇ, ਉਹਨੂੰ ਕਹੋ ਸਵਾਨ ਆਏ ਬਈ, ਤੁਹਾਨੂੰ ਇਹ ਪ੍ਰਚਲਿਤ ਕਰਨੇ ਪੈਣੇ ਨੇ। ਲੈਟਨਰ ਕਹਿੰਦਾ ਮੈਨੂੰ 33 ਸਾਲ ਲੱਗੇ ਤੁਹਾਡੀ ਜ਼ੁਬਾਨ ਤੋਂ ਸ਼ਬਦ ਖਤਮ ਕਰਨ ਲਈ, ਤਾਂ ਕਿਤੇ ਮੈਨੂੰ ਜਾ ਕੇ ਸੁੱਖ ਦਾ ਸਾਹ ਆਇਆ ਵੀ ਹੁਣ ਗਏ, ਬਸ ਹੁਣ ਕੰਮ ਲੈ ਲਿਆ। ਜੇ ਤੁਸੀਂ ਉਹਨੂੰ ਦੁਬਾਰਾ ਰਿਵਾਈਵ ਕਰਨਾ ਹੈ ਤਾਂ ਤੁਸੀਂ ਮਤਲਬ ਕਿ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪਣੀ ਗੁਰਮਾਂ ਦੀ ਬੋਲੀ ਨੂੰ, ਪੰਜਾਬੀ ਦੀ ਗੱਲ ਕਰਦੇ ਹਾਂ ਆਪਾਂ, ਪੰਜਾਬੀ ਪੜ੍ਹਨ ਦਾ ਮਤਲਬ ਤਾਂ ਹੀ ਹੈ ਜਿਹੜੀ ਗੁਰਮੁਖੀ ਗੁਰੂ ਸਾਹਿਬ ਨੇ ਲਿਖੀ ਹੈ ਉਹ ਸਾਨੂੰ ਪਤਾ ਹੋਵੇ। ਜੇ ਪੰਜਾਬੀ 'ਚ ਅਸੀਂ ਅੰਗਰੇਜ਼ੀ ਦੇ ਸ਼ਬਦ ਹੀ ਪੜ੍ਹਾਈ ਜਾਣੇ ਨੇ ਤੇ ਫਿਰ ਉਹ ਪੰਜਾਬੀ ਥੋੜਾ ਨਾ ਹੋਈ, ਉਹ ਗੁਰਮੁਖੀ ਵਿੱਚ ਲਿਖੀ ਹੋਈ ਅੰਗਰੇਜ਼ੀ ਹੋਈ। ਸੋ ਇਹ ਚੀਜ਼ ਨੂੰ ਅਸੀਂ ਅੱਜ ਦੀ ਇਸ ਗੱਲ ਵਿੱਚ ਮੈਂ ਸੰਕੋਚਣਾ ਚਾਹੁੰਦਾ ਕਿ ਆਪਾਂ ਇਹ ਯਤਨ ਕਰੀਏ ਕਿ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਇਹ ਗੱਲ ਇੱਕ ਮਨ ਵਿੱਚ ਸੰਕਲਪ ਲੈ ਲਈਏ। ਗੁਰਬਾਣੀ ਜਦੋਂ ਪੜ੍ਹਦੇ ਹਾਂ, ਹਰ ਰੋਜ਼ ਗੁਰਬਾਣੀ ਦਾ ਕੋਈ ਨਾ ਕੋਈ ਸ਼ਬਦ ਆਪ ਸਿੱਖੀਏ ਤੇ ਉਹਨੂੰ ਆਪਣੀ ਰੋਜ਼ ਦੀ ਭਾਸ਼ਾ ਵਿੱਚ ਬੋਲਣ ਦਾ ਯਤਨ ਕਰੀਏ। ਤੇ ਜਿਵੇਂ ਆਪਾਂ ਕਈ ਵਾਰੀ ਬੱਚੇ, ਪੰਜਾਬ ਵਿੱਚ ਤਾਂ ਬੜਾ ਟ੍ਰੈਂਡ ਹੈਗਾ, ਬੱਚਾ ਅੰਗਰੇਜ਼ੀ ਦਾ ਸ਼ਬਦ ਨਵਾਂ ਸਿੱਖ ਲੈਂਦਾ ਤੇ ਸਕੂਲਾਂ ਵਾਲੇ ਨੂੰ ਇਨਾਮ ਦਿੰਦੇ ਆ, ਘਰ ਵਾਲੇ ਛਾਲਾਂ ਮਾਰ ਰਿਹਾ ਅੰਗਰੇਜ਼ੀ ਦਾ ਨਵਾਂ ਸ਼ਬਦ ਸਿੱਖ। ਉਹ ਇੱਕ ਆਪਣਾ ਟ੍ਰੈਂਡ ਚਲਾਓ ਵੀ ਆਹ ਬੱਚੇ ਨੇ ਅੱਜ ਗੁਰਮੁਖੀ ਦਾ ਸ਼ਬਦ ਸਿੱਖਿਆ, ਅੱਜ ਬੱਚੇ ਨੂੰ ਪਰਿਵਾਰ ਵੱਲੋਂ ਖਾਸ ਤੋਹਫਾ ਦੇਣਾ, ਅੱਜ ਇਹਨੇ ਸਿੱਖਿਆ ਧੇਨਗਾਹ ਹੁੰਦੀ ਹੈ। ਮਤਲਬ ਕਿ ਇੱਕ ਕਲਚਰ ਨੂੰ ਪ੍ਰਫੁੱਲਤ ਕਰੀਏ ਆਪਾਂ, ਤੇ ਜੇ ਅਸੀਂ ਗੁਰਬਾਣੀ ਨੂੰ ਅੱਗੇ ਪ੍ਰਮੋਟ ਕਰਨਾ। ਸੋ ਇਹ ਸ਼ਬਦਾਵਲੀ ਲੈਟਨਰ ਕਹਿੰਦਾ ਪ੍ਰਚਲਿਤ ਕਰਨ ਲਈ ਮੈਨੂੰ 33 ਸਾਲ ਲੱਗੇ ਨੇ, ਤੇ ਭਾਈ ਸਾਨੂੰ ਵੀ ਕੋਈ 33 ਸਾਲ ਦੀ ਪਲੈਨਿੰਗ ਬਣਾ ਲੈਣੀ ਚਾਹੀਦੀ ਹੈ। ਪਰ ਖਿਮਾ ਕਰਨਾ, ਮੈਨੂੰ ਕਹਿ ਲੈਣ ਦੇਣਾ, ਸਾਡੇ ਜਦੋਂ ਮੈਂ ਕੌਮ ਦੇ ਕੰਮਾਂ ਨੂੰ ਵੇਖਦਾ, ਸਾਡੇ ਸੰਸਥਾਵਾਂ ਕੋਲੇ, ਸਾਡੇ ਆਲੇ ਦੁਆਲੇ ਕੋਲੇ 33 ਦਿਨ ਦਾ ਪਲਾਨ ਵੀ ਨਹੀਂ ਹੁੰਦਾ ਤੇ 33 ਸਾਲਾਂ ਦੀ ਤਾਂ ਗੱਲ ਦੂਰ ਛੱਡੋ ਤੁਸੀਂ। ਸੋ ਸਾਨੂੰ ਜ਼ਰੂਰਤ ਹੈ ਵੀ ਲੌਂਗ ਟਰਮ ਸੋਚੀਏ। ਤੁਹਾਡਾ ਨਿਸ਼ਾਨਾ ਖਾਲਸਾ ਰਾਜ ਦੀ ਸਥਾਪਨਾ ਤੋਂ ਥੱਲੇ ਦਾ ਨਹੀਂ ਹੋਣਾ ਚਾਹੀਦਾ। ਉਹ ਹੌਲੀਆਂ ਗੱਲਾਂ ਨੇ, ਉਹ ਤਾਂ ਮਤਲਬ ਕਿ ਤੁਸੀਂ ਕਹੋ ਕੀਰਤਨ ਦਰਬਾਰ ਕਰ ਲਿਆ, ਕੋਈ ਮੁਕਾਬਲਾ ਕਰਾ ਲਿਆ, ਦਸਤਾਰ ਸਜਾਉਣ ਕਰਾ ਲਿਆ ਤੇ ਜਾਂ ਹਫ਼ਤੇ 'ਚ ਕਲਾਸਾਂ ਲਾ ਲਈਆਂ, ਉਹ ਕਰਨਾ ਕੀ ਹੈ ਤੁਸੀਂ ਕਲਾਸਾਂ ਲਾ ਕੇ? ਉਹਨਾਂ ਦੇ ਖੂਨ ਵਿੱਚ ਹਰੀ ਸਿੰਘ ਨਲੂਏ ਵਾਂਗੂ ਤਾਂ ਇਹ ਡੋਲੇ ਫੜਕਣੇ ਚਾਹੀਦੇ ਆ। ਨਵਾਬ ਕਪੂਰ ਸਿੰਘ ਵਾਲਾ ਉਹਨਾਂ ਦੇ ਅੰਦਰ ਉਹ ਤਾਕਤ ਹੋਣੀ ਚਾਹੀਦੀ ਆ। ਤੁਰਿਆ ਫਿਰਦਾ ਜੱਸਾ ਸਿੰਘ ਆਹਲੂਵਾਲੀਆ ਨਜ਼ਰ ਆਉਣਾ ਚਾਹੀਦਾ। ਪਤਾ ਹੋਵੇ ਕਿ ਪ੍ਰਮਾਤਮਾ ਆਲੇ ਦੁਆਲੇ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨ ਚਿਰਾਗ ਹੈ ਮੇਰੇ ਆਲੇ ਦੁਆਲੇ ਹੀ ਹੈ, ਕਿ ਜ਼ਾਹਰ ਜ਼ਹੂਰ ਹੈ। ਇਹ ਗੱਲ ਵੀ ਮੈਂ ਤੇਰੇ ਆਸਰੇ ਹਾਂ, ਤੂੰ ਮੇਰਾ ਮਾਲਕ ਹੈ, ਮੈਂ ਸੱਚ ਲਈ ਆਪਣਾ ਆਪਾ ਕੁਰਬਾਨ ਕਰਨਾ। ਇਹ ਤਾਂ ਸਾਡਾ ਗੁਰਬਾਣੀ ਪੜ੍ਹਿਆ, ਇਹਨੂੰ ਕਹਿੰਦੇ ਆ ਗੁਰਬਾਣੀ ਨੂੰ ਜਿਉਣਾ। ਜੀਵੀਏ ਗੁਰਬਾਣੀ ਨਾਲ ਦਾ ਮਤਲਬ ਹੈ ਗੁਰਬਾਣੀ ਨੂੰ ਆਪਣੇ ਜੀਵਨ 'ਚ ਹੰਡਾਉਣਾ ਤੇ ਬਜ਼ੁਰਗਾਂ ਵਾਲੇ ਆਦਰਸ਼ ਰੱਖਣੇ। ਸੋ ਮੇਰੀ ਬੇਨਤੀ ਹੈ ਕਿ
ਅੱਜ ਦੀ ਇਸ ਗੱਲਬਾਤ ਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਹੈ ਤੇ ਉਹਦਾ ਤੱਤ ਸਾਰ ਇਹੀ ਹੈ ਕਿ ਐਜੂਕੇਸ਼ਨ ਸਿਸਟਮ ਆਫ ਪੰਜਾਬ ਵਾਸ ਡਿਸਟਰੋਇਡ ਟੂ ਰਿਊਨ ਪੰਜਾਬ। ਇਹ ਉਹਦੀ ਕਨਕਲੂਜਨ ਹੈ ਲੈਟਨਰ ਦਾ। ਕਹਿੰਦਾ ਅਸੀਂ ਪੰਜਾਬ ਨੂੰ ਲੁੱਟਣ ਦੇ ਲਈ ਪੰਜਾਬ ਦਾ ਸਿਸਟਮ ਕਹਿੰਦਾ ਅਸੀਂ ਡਿਸਟਰੋਏ ਕੀਤਾ ਤੇ ਸਾਡਾ ਇਹ ਫਰਜ਼ ਬਣਦਾ ਹੈ ਇਹਨੂੰ ਅਸੀਂ ਮੁੜ ਸੁਰਜੀਤ ਕਰੀਏ। ਸ਼ੁਰੂਆਤ ਆਪੋ ਆਪਣੇ ਪਰਿਵਾਰਾਂ ਤੋਂ ਕਰਨੀ ਪੈਣੀ ਹੈ। ਆਪਣੇ ਬੱਚਿਆਂ ਦਾ ਜ਼ਿੰਦਗੀ ਦਾ ਮਿਸ਼ਨ ਇਹ ਬਣਾਓ ਕਿ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪਹੁੰਚਣਾ ਹੈ ਔਰ ਆਪਣੇ ਕਲਚਰ ਨੂੰ ਪ੍ਰਮੋਟ ਕਰਨਾ ਹੈ। ਲੋਕਾਂ ਨੂੰ ਦੱਸਣਾ ਹੈ ਕਿ ਸਾਡੀਆਂ ਰਗਾਂ ਵਿੱਚ ਖੂਨ ਕਿਹਦਾ ਵਗਦਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਦੇ ਬਾਲ ਹਾਂ, ਅਸੀਂ ਵਾਰਿਸ ਹਾਂ ਬੰਦਾ ਸਿੰਘ ਬਹਾਦਰ ਦੇ, ਅਸੀਂ ਵਾਰਿਸ ਹਾਂ ਹਰੀ ਸਿੰਘ ਨਲੂਏ ਦੇ, ਅਸੀਂ ਵਾਰਿਸ ਹਾਂ ਅਕਾਲੀ ਬਾਬਾ ਫੂਲਾ ਸਿੰਘ ਦੇ। ਉਹ ਜਿਹਾ ਮਾਹੌਲ ਪੈਦਾ ਕਰਨ ਦੇ ਲਈ ਬੱਚਿਆਂ ਦਾ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਜਿਉਣਾ ਬੜਾ ਇੰਪੋਰਟੈਂਟ ਹੈ। ਸਿਰਫ ਕੋਈ ਦੁਨਿਆਵੀ ਪ੍ਰਾਪਤੀ ਲਈ ਬੱਚੇ ਨੂੰ ਕਹਿਣਾ ਜਪਜੀ ਸਾਹਿਬ ਦੇ ਪਾਠ ਕਰ ਲੈ, ਸੁਖਮਨੀ ਸਾਹਿਬ ਦੇ ਕਰ ਲੈ, ਅਰਦਾਸ ਕਰ ਲੈ, ਅੱਜ ਜਨਮ ਦਿਨ ਹੈ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਪੇਪਰ ਹੈ ਤਾਂ ਮੱਥਾ ਟੇਕਿਆ, ਹੁਣ ਵਿਆਹ ਹੈ ਤਾਂ ਆਪਾਂ ਲਾਵਾਂ ਲੈਣੀਆਂ, ਅੱਜ ਮਰ ਗਿਆ ਤਾਂ ਗੁਰਦੁਆਰੇ ਜਾਣਾ, ਇਹ ਗੱਲਾਂ ਦੁਨਿਆਵੀ ਨੇ। ਇਹ ਸਾਰੇ ਕੰਮਾਂ ਲਈ ਵੀ ਅਸੀਂ ਗੁਰੂ ਦੀ ਓਟ ਲੈਣੀ ਹੈ, ਗੁਰੂ ਦੇ ਆਸਰਾ ਲੈਣਾ ਹੈ, ਇਹ ਛੱਡਣਾ ਨਹੀਂ ਹੈ, ਸਾਰਾ ਕੁਝ ਲੈਣਾ ਹੈ। ਪਰ ਇਹ ਚੋਂ ਮਨੋਰਥ ਇਹ ਹੋਣਾ ਚਾਹੀਦਾ ਹੈ ਕਿ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਇਹ ਅੰਦਰੋਂ ਨਗਾਰਾ ਵੱਜਦਾ ਹੋਵੇ, ਜਿਵੇਂ ਕਬੀਰ ਸਾਹਿਬ ਕਹਿੰਦੇ ਮੈਨੂੰ ਚਾਹ ਚੜਦਾ ਹੈ ਤੇਰੇ ਬੋਲ ਬੋਲ ਉੱਤੇ ਆਪਣਾ ਆਪਾ ਕੁਰਬਾਨ ਕਰ ਦਿੰਦਾ, ਤੇਰੇ ਬੋਲ ਬੋਲ ਉੱਤੇ ਤੇਰੀ ਬਣਾਈ ਹੋਈ ਖਲਕਤ ਦੀ ਸੇਵਾ ਲਈ ਆਪਣਾ ਆਪਾ ਸਮਰਪਣ ਕਰ ਦਿੰਦਾ। ਇਹ ਚੀਜ਼ ਸਾਡੇ ਸਮਾਜ ਵਿੱਚੋਂ ਖਤਮ ਹੋ ਚੁੱਕੀ ਹੈ, ਉਹਨੂੰ ਜਿਉਂਦਿਆਂ ਕਰਨਾ ਜ਼ਰੂਰੀ ਹੈ। ਸਵਾਰਥੀ ਨਹੀਂ ਹੋਣਾ, ਅਸੀਂ ਸੇਵਾਰਥੀ ਬਣਨਾ ਹੈ। ਗੁਰਬਾਣੀ ਨੂੰ ਇਸ ਭਾਵਨਾ ਨਾਲ ਪੜ੍ਹਨਾ ਹੈ। ਜਦੋਂ ਅਰਦਾਸ ਕਰਦੇ ਹਾਂ ਤੇ ਅਰਦਾਸ ਇਹ ਨਿਕਲੇ ਕਿ ਭਾਈ ਮਨੀ ਸਿੰਘ ਦੇ ਜਿਵੇਂ ਬੰਦ ਕੱਟੇ ਗਏ, ਜਿਸ ਤਰ੍ਹਾਂ ਭਾਈ ਤਾਰੂ ਸਿੰਘ ਦਾ ਖੋਪੜ ਉਤਰ ਗਿਆ, ਰੱਬਾ ਮੇਰਾ ਵੀ ਰੋਮ ਰੋਮ ਕੌਮ ਦੇ ਲੇਖੇ ਲੱਗ ਜਾਵੇ, ਮੇਰਾ ਵੀ ਸਵਾਸ ਸਵਾਸ ਕੌਮ ਦੇ ਲੇਖੇ ਲੱਗ ਜਾਵੇ, ਮੇਰਾ ਵੀ ਨਾਮ ਅਰਦਾਸ ਵਿੱਚ ਸ਼ਾਮਿਲ ਹੋ ਜਾਵੇ ਕਿ ਮੈਂ ਤੇਰੇ ਸਿੱਖੀ ਨੂੰ ਸਵਾਸਾਂ ਦਾ ਕੇਸਾਂ ਸਵਾਸਾਂ ਨਾਲ ਨਿਭਾ ਗਿਆ। ਇਹੋ ਜਿਹੇ ਜਹਨ ਵਿੱਚ ਤਾਕਤ ਨੌਜਵਾਨਾਂ ਦਾ ਕਾਫਲਾ ਪੈਦਾ ਕਰਨ ਦੀ ਲੋੜ ਹੈ। ਜਜ਼ਬਾਤ ਤੋਂ ਕੰਮ ਲੈਣ ਦੀ ਲੋੜ ਨਹੀਂ, ਹੋਸ਼ ਦੇ ਨਾਲ ਇੱਕ ਇਹੋ ਜਿਹੀ ਢਾਂਚਾ ਖੜਾ ਕਰਨ ਦੀ ਲੋੜ ਹੈ ਜਿਹੜਾ ਸਾਡੇ ਬਜ਼ੁਰਗਾਂ ਨੇ ਤਿਆਰ ਕੀਤਾ, ਪਰ ਉਹਦੇ ਵਿੱਚ ਵੀ ਆਪਾ ਸਮਰਪਣ ਕੁਰਬਾਨੀ ਦੀ ਮੁਕੰਮਲ ਭਾਵਨਾ ਓਤ-ਪੋਤ ਹੋਈ ਹੋਣੀ ਚਾਹੀਦੀ ਹੈ। ਸੋ ਮੈਂ ਆਸ ਕਰਾਂਗਾ ਅੱਜ ਦੀ ਵਿਚਾਰ ਵਿੱਚੋਂ ਜਿਹੜੇ ਪਰਿਵਾਰ ਜੁੜੇ ਨੇ ਉਹਨਾਂ ਦੇ ਹਰ ਪਰਿਵਾਰ ਵਿੱਚੋਂ ਕੁਝ ਮੈਂਬਰ ਇਸ ਗੱਲ ਨੂੰ ਸਮਝਣਗੇ। ਔਰ ਅਸੀਂ ਯਤਨ ਕਰ ਰਹੇ ਹਾਂ ਪੰਜਾਬ ਦੇ 300 ਸਕੂਲਾਂ ਦੇ ਵਿੱਚ ਅਸੀਂ ਇਹ ਕਾਰਜ ਕਿਵੇਂ ਕਰ ਰਹੇ ਹਾਂ, ਅਸੀਂ ਅਗਲੇ ਐਤਵਾਰ ਉਹਦੀ ਵਿਚਾਰ ਕਰਾਂਗੇ ਤਾਂ ਕਿ ਤੁਸੀਂ ਵੀ ਉਹਨੂੰ ਆਪੋ ਆਪਣੇ ਪਰਿਵਾਰਾਂ ਵਿੱਚ ਜਾਂ ਆਪਣੇ ਆਲੇ ਦੁਆਲੇ ਵਿੱਚ ਲਾਗੂ ਕਰ ਸਕੋ ਤੇ ਆਪਾਂ ਇੱਕ ਕਾਫਲਾ ਬਣਾ ਕੇ ਚੱਲੀਏ ਤੇ ਮਨ ਵਿੱਚ ਇਹ ਸੰਕਲਪ ਹੋਵੇ ਕਿ ਅਸੀਂ ਚਾਰ ਮਨੁੱਖਾਂ ਦਾ ਕਾਫਲਾ ਬਣਾ ਕੇ ਆਪਣੇ ਬਜ਼ੁਰਗਾਂ ਵਰਗਾ ਇੱਕ ਇਹੋ ਜਿਹਾ ਹਲੀਮੀ ਦੇਸ਼, ਹਲੀਮੀ ਰਾਜ ਪੈਦਾ ਕਰਨਾ ਹੈ। ਉਹ ਦੁਨੀਆ ਦਾ ਹਰ ਨੁੱਕਰ ਵਿੱਚ ਜਿੱਥੇ ਵੀ ਬੈਠੇ ਹੋ, ਉਹ ਤੁਹਾਡੇ ਪਰਿਵਾਰ ਵਿੱਚ ਵੀ ਤੁਹਾਡਾ ਰਾਜ ਹੋ ਸਕਦਾ ਹੈ, ਤੁਹਾਡੇ ਮਹੱਲੇ 'ਚ ਵੀ ਹੋ ਸਕਦਾ ਹੈ, ਤੁਹਾਡੇ ਇੱਕ ਖਿੱਤੇ ਵਿੱਚ ਵੀ ਹੋ ਸਕਦਾ ਹੈ, ਪਰ ਉੱਥੇ ਸੱਚ ਦੀ ਆਵਾਜ਼ ਗੂੰਜਦੀ ਹੋਵੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਬਗਦਾਦ ਵਿੱਚ ਜਾ ਕੇ ਜਿੱਥੇ ਆਗਿਆ ਵੀ ਨਹੀਂ ਸੀ ਸੰਗੀਤ ਦੀ, ਉੱਥੇ ਵੀ ਗੁਰੂ ਸਾਹਿਬ ਨੇ ਉਹ ਐਲਾਪ ਕਰ ਦਿੱਤਾ ਸੀ ਕਿ ਸੱਚ ਦਾ ਪ੍ਰਕਾਸ਼ ਮਿਲ ਕੇ ਇਹ ਅੱਜ ਵੀ ਹੋਵੇਗਾ ਜਿਵੇਂ ਜਿਵੇਂ ਅਸੀਂ ਗੁਰੂ ਨਾਲ ਜੁੜਾਂਗੇ। ਪਰ ਇਸ ਕੰਮ ਲਈ ਸਾਨੂੰ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ, ਇੱਕ ਸਾਨੂੰ ਟੀਮ ਸਪਿਰਿਟ ਪੈਦਾ ਕਰਨੀ ਜ਼ਰੂਰੀ ਹੈ, ਇੱਕ ਕਾਫਲਾ ਬਣਾਉਣਾ ਜ਼ਰੂਰੀ ਹੈ। ਸੋ ਇੰਨੀਆਂ ਕੋਈ ਬੇਨਤੀਆਂ ਮੈਂ ਅੱਜ ਦੀ ਇਸ ਵਿਚਾਰ ਨੂੰ ਸੰਕੋਚ ਰਿਹਾ। ਸੋ ਮੈਂਬਰਾਂ ਨੂੰ ਬੇਨਤੀ ਹੈ ਵੀ ਸਾਡੇ ਇਹ ਸੋਸ਼ਲ ਮੀਡੀਆ ਦੇ ਲਿੰਕ ਜ਼ਰੂਰ ਤੁਸੀਂ ਸਬਸਕ੍ਰਾਈਬ ਤੇ ਵਿਜ਼ਿਟ ਕਰ ਲੈਣਾ, ਕਿਉਂਕਿ ਮੈਂ ਮੇਰੇ ਕੋਲ ਤੁਹਾਡੇ ਕੋਲ ਗੱਲਬਾਤ ਕਰਨ ਲਈ 2 ਸੈਸ਼ਨ ਨੇ, ਅੱਜ ਦਾ ਅਸੀਂ ਅਗਲੇ ਹਫ਼ਤੇ ਕਰਾਂਗਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਇੰਨੇ ਸੀਮਤ ਸਮੇਂ 'ਚ ਨਹੀਂ ਕਰ ਸਕਾਂਗਾ, ਤੁਸੀਂ ਸਾਡੇ ਇਸ YouTube ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਸੀਂ ਸਮੇਂ-ਸਮੇਂ ਤੇ ਰੈਗੂਲਰ ਵਰਕਸ਼ਾਪਸ ਕਰਦੇ ਹਾਂ, ਤੁਹਾਨੂੰ ਉਹਦੇ ਅਪਡੇਟਸ ਮਿਲ ਸਕਦੇ ਨੇ ਤੇ ਸ਼ਾਇਦ ਇਹਨਾਂ ਵਿਚਾਰਾਂ ਦੇ ਇਸ ਕਾਫਲੇ 'ਚੋਂ ਲਾਹਾ ਮਿਲ ਸਕੇ ਤਾਂ ਸਾਨੂੰ ਸੀਸੜੀਆਂ ਦੇਣੀਆਂ ਕਿ ਸਾਡਾ ਜੀਵਨ ਵੀ ਕੌਮ ਦੀ ਸੇਵਾ ਦੇ ਲੇਖੇ ਵਿੱਚ ਤੁਹਾਡੀ ਸੰਗਤ ਵਿੱਚ ਤੁਹਾਡੇ ਸਹਿਯੋਗ ਨਾਲ ਹੋਰ ਅੱਗੇ ਵੱਧ ਸਕੇ। ਸੋ ਇੰਨੀ ਕੁ ਬੇਨਤੀ ਨਾਲ ਮੈਂ ਖਿਮਾ ਦਾ ਜਾਚਕਾਂ ਵੀਰ ਮਨਲੀਤ ਸਿੰਘ, ਜਸਪ੍ਰੀਤ ਸਿੰਘ, ਜਿਹੜੇ ਹੋਰਾਂ ਨੂੰ ਮੈਂ ਜਾਣਦਾ ਨਹੀਂ ਸਾਰਿਆਂ ਨੂੰ, ਤੇ ਮਹਿੰਦਰ ਪਾਸੀ ਦੇ ਮੈਂ ਦਰਸ਼ਨ ਕਰ ਰਿਹਾ, ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਸੰਗਤ ਦੇ ਦਰਸ਼ਨ ਕਰਾਏ ਨੇ। ਸੋ ਕੋਈ ਸ਼ਬਦ ਭਾਈ ਸਾਹਿਬ ਜੀ? ਹਾਂਜੀ ਭਾਈ ਮਨਮੀਤ ਸਿੰਘ ਜੀ। ਹਾਂਜੀ, ਮੈਂ ਤਾਂ ਇਹ ਬੇਨਤੀ ਕਰਨੀ ਸੀ ਸੰਗਤ ਜੀ ਵੀ ਗੁਰੂ ਸਾਹਿਬ ਦਾ ਫਰਮਾਨ ਹੈ, ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਅੱਜ ਆਪਾਂ ਸਾਰੇ ਦੇਖੋ, ਮੇਰੇ ਵੀ ਬੱਚੇ ਹਨ, ਸਾਰੇ ਅਸੀਂ ਅੱਜ ਪਰਿਵਾਰਾਂ ਵਾਲੇ ਹਨ, ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸਪਸ਼ਟ ਕਹਿ ਕੇ ਕਹਿਤਾ ਕਿ ਅਤ ਸੁੰਦਰ ਬੱਚਾ ਹੋਵੇ, ਅਤ ਦੁਨੀਆਦਾਰੀ ਵੱਲੋਂ ਕੁਲੀਨ ਉੱਚੀ ਕੁਲ ਵਿੱਚ ਪੈਦਾ ਹੋਇਆ ਹੋਵੇ, ਅਤ ਗਿਆਨ ਵਾਲਾ ਹੋਵੇ, ਪਰ ਜੇ ਅਸੀਂ ਉਹਨੂੰ ਗੁਰੂ ਦੀ ਪ੍ਰੀਤ ਅਤੇ ਗੁਰਬਾਣੀ ਨਾਲ ਨਹੀਂ ਜੋੜ ਸਕੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਮ੍ਰਿਤਕ ਕਹੀਏ ਨਾਨਕਾ
ਜੇ ਪ੍ਰੀਤ ਨਹੀਂ ਭਗਵੰਤ। ਨਹੀਂ ਭਗਵਾਨ। ਤੇ ਗੁਰੂ ਸਾਹਿਬ ਨੇ ਉਸ ਨੂੰ ਆਤਮਿਕ ਤੌਰ ਤੇ ਮ੍ਰਿਤਕ ਜਾਣਿਆ। ਹਾਂ, ਦੇਹ ਕਰਕੇ ਉਹ ਜੀ ਰਿਹਾ ਪਰ ਉਹ ਆਤਮਿਕ ਤੌਰ ਤੇ ਮ੍ਰਿਤਕ ਹੈ। ਮੈਂ ਸੰਗਤ ਦੀ ਚਰਨਾਂ ਵਿੱਚ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਮੈਂ ਆਪਣੇ ਬੱਚਿਆਂ ਲਈ, ਤੇ ਇੱਥੇ ਅਸੀਂ ਅੱਜ ਤੋਂ 3 ਜਾਂ 4 ਸਾਲ ਪਹਿਲਾਂ ਜਦੋਂ ਆਤਮ ਪ੍ਰਕਾਸ਼ ਪਬਲੀਕੇਸ਼ਨ ਦੇ ਵਿੱਚ ਥੋੜੀਆਂ ਕਿਤਾਬਾਂ ਇਹਨਾਂ ਨੇ ਸ਼ੁਰੂਆਤ ਕੀਤਾ ਸੀਗਾ, ਇਹ ਸੰਗਤ ਵਿੱਚ ਕਾਫੀ ਕਿਤਾਬਾਂ ਵੰਡੀਆਂ ਸਨ, ਜਿਨ੍ਹਾਂ ਦਾ ਮੁੱਖ ਮਨੋਰਥ ਇਹੀ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਜਿਹੜੀ ਮੁੱਢਲੀ ਗੁਰਮੁਖੀ ਜਿਹੜੀ ਹੈ ਸ਼ਬਦਾਵਲੀ ਉਹ ਨਾਲ ਜੋੜਿਆ ਜਾਏ। ਸੋ ਅਸੀਂ ਉਸ ਵੇਲੇ ਉਹ ਸੈੱਟ ਮੰਗਾਇਆ ਸੀਗਾ ਤੇ ਸੰਗਤ ਵਿੱਚ ਅਸੀਂ ਉਹਦਾ ਭਰਪੂਰ ਸਾਰੀ ਸੰਗਤਾਂ ਨੂੰ ਉਹਦੇ ਗੱਫੇ ਵੰਡੇ ਸਨ। ਤੇ ਹੁਣ ਉਹ ਸੈੱਟ ਜਿਹੜੇ ਹੈ ਉਹ 5 ਕਿਤਾਬਾਂ, ਉਦੋਂ ਮੇਰੇ ਖਿਆਲ 5 ਕਿਤਾਬਾਂ ਸੀ ਭਾਈ ਸਾਹਿਬ ਜੀ, ਵਰਿੰਦਰਪਾਲ ਸਿੰਘ ਜੀ, ਡਾਕਟਰ ਸਾਹਿਬ? ਉਦੋਂ 12 ਸੀਗੀਆਂ ਜੀ। 12 ਕਿਤਾਬਾਂ, ਹਾਂਜੀ ਸੌਰੀ, 12 ਕਿਤਾਬਾਂ ਤੋਂ ਉਹ ਵੱਧ ਕੇ ਤਕਰੀਬਨ ਡਬਲ ਤੇ ਉਸ ਤੋਂ ਵੀ ਜ਼ਿਆਦਾ 2.5 ਗੁਣਾ ਹੋ ਚੁੱਕਾ, ਜਿਹਦੇ ਵਿੱਚ ਹੁਣ ਗ੍ਰਾਮਰ ਵੀ ਆ ਗਈ ਹੈ ਤੇ ਗੁਰਬਾਣੀ ਲਿਖਣ ਦਾ ਵੀ ਆ ਗਿਆ, ਛੋਟੇ ਬੱਚਿਆਂ ਦੀ ਕਲਰਿੰਗ ਵੀ ਆ ਗਈ ਹੈ। ਸੋ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇਹ ਤੁਸੀਂ ਉਪਰਾਲਾ ਕਰ ਸਕਦੇ ਹੋ ਤੇ ਇਹ ਆਪਾਂ ਵੀ ਕਰ ਸਕਦੇ ਜੇ ਸਾਰੀ ਸੰਗਤ ਦਾ ਇੱਕ ਰਲਵਾਂ ਸੁਝਾਅ ਬਣ ਜਾਏ ਕਿ ਹਰ ਇੱਕ ਦੇ ਘਰ ਦੇ ਵਿੱਚ ਉਹ ਇੱਕ ਸੈੱਟ ਹੋਵੇ। ਦੇਖੋ ਮੇਰੇ 2 ਬੱਚੇ ਹਨ, 3, ਮੇਰੇ ਕੋਲ 3 ਸੈੱਟ ਹਨ। ਏਦਾਂ ਹੀ ਜਿਹੜੇ ਗੁਰਸਿੱਖਾਂ ਨੇ ਉਸ ਵੇਲੇ ਲੋੜ ਮਹਿਸੂਸ ਕੀਤੀ, ਅਸੀਂ ਉਹਨਾਂ ਨੂੰ ਸੈੱਟ ਪ੍ਰੋਵਾਈਡ ਕੀਤੇ। ਉਹ ਸੈੱਟ ਦਾ ਫਾਇਦਾ ਹੈ ਕਿ ਜਦੋਂ ਵੀ ਬੱਚਾ ਉਹਦਾ ਮਨ ਕਰੇ ਉਹ ਉੱਠ ਕੇ ਉਸ ਬੁੱਕ ਦੇ ਵਿੱਚੋਂ ਗੁਰਬਾਣੀ ਦੀ ਇੱਕ ਤੁਕ ਉਸ ਪੇਜ ਦੇ ਵਿੱਚ ਉੱਪਰ ਲਿਖੀ ਹੁੰਦੀ ਹੈ, ਥੱਲੇ ਉਹ ਪ੍ਰੈਕਟਿਸ ਕਰ ਸਕਦਾ ਹੈ। ਤੇ ਜਿੱਦਾਂ ਭਾਈ ਸਾਹਿਬ ਦੇ ਲੈਕਚਰਾਂ ਵਿੱਚ ਤੁਸੀਂ ਅੱਗੇ ਵੀ ਸੁਣੋਗੇ ਜਾਂ ਭਾਈ ਸਾਹਿਬ ਪਹਿਲਾਂ ਵੀ ਦੱਸਦੇ ਆ ਕਿ ਗੁਰਬਾਣੀ ਜਿਹੜੀ ਆ ਤੁਕ ਹੈ, ਇਹਨੂੰ ਜਿੱਦਾਂ ਆਪਾਂ ਘਰੋਂ ਨਿਕਲਦੇ ਆ ਜਾਂ ਕਿਤੇ ਜਾਣਾ ਹੁੰਦਾ ਜਾਂ ਆਪਾਂ ਕਈ ਵਾਰ ਸੋਚਦੇ ਆ ਨਾ, ਚੱਲ ਯਾਰ ਇੱਕ ਟੌਫੀ ਮੂੰਹ 'ਚ ਰੱਖ ਲੈਂਦੇ ਆ, ਚੱਲ ਯਾਰ ਚੱਲਦੇ ਨਾਲ ਭਾਈ ਸਾਹਿਬ ਦੇ ਲੈਕਚਰਾਂ ਵਿੱਚ ਮੈਂ ਗੱਲ ਸੁਣੀ ਕਿ ਗੁਰਬਾਣੀ ਦੀਆਂ ਇਹਨਾਂ ਸਤਰਾਂ ਨੂੰ ਇੱਕ ਟੌਫੀ ਵਾਂਗੂ ਮੂੰਹ 'ਚ ਰੱਖ ਲਓ, ਨਾਲ ਬਾਣੀ ਕੰਠ ਹੋ ਜਾਂਦੀ ਹੈ ਤੇ ਨਾਲ ਉਸ ਬਾਣੀ ਦੇ ਵਿੱਚੋਂ ਤੁਹਾਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਸੰਗਤ ਜੀ, ਇਹ ਕੋਈ ਹੁਣ ਤੁਸੀਂ ਦੇਖ ਹੀ ਲਿਆ ਕਿ ਕਿੱਦਾਂ ਸਾਡੀਆਂ ਜਿਹੜੀਆਂ ਇਤਿਹਾਸ ਨੂੰ ਖਤਮ ਕੀਤਾ ਗਿਆ, ਔਰ ਹਰ ਇੱਕ ਇਤਿਹਾਸ ਨੂੰ ਗੋਰਿਆਂ ਨੇ ਏਦਾਂ ਹੀ ਖਤਮ ਕੀਤਾ। ਜਿੱਥੇ ਗਏ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਦਾ ਕਲਚਰ ਖਤਮ ਕੀਤਾ। ਸੋ ਹੁਣ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹਨਾਂ ਗੁਰਸਿੱਖਾਂ ਨੂੰ ਮਿਹਰ ਕਰਕੇ ਕਿ ਇਹਨਾਂ ਦੇ ਹੱਥੋਂ ਕੜੀ ਲੱਗ ਗਈ ਹੈ ਤੇ ਇਹ ਹੁਣ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੋ ਸਾਨੂੰ ਸਾਰਿਆਂ ਨੂੰ ਇਹ ਫਰਜ਼ ਬਣਦਾ ਕਿ ਆਪਣਾ ਇੱਕ ਸੈੱਟ ਜ਼ਰੂਰ ਆਰਡਰ ਕਰੀਏ। ਸੋ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਦੇ ਚੈਨਲਸ ਨੂੰ ਫੋਲੋ ਕਰਕੇ ਤੇ ਇਹਨਾਂ ਵੱਲੋਂ ਇੱਕ ਇਹ ਸੈੱਟ ਜਿਹੜਾ ਹੈ ਆਪਣੇ ਘਰਾਂ ਵਿੱਚ ਜ਼ਰੂਰ ਮੰਗਾਓ ਜੀ। ਬਾਕੀ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਦਾ ਅਗਲਾ ਸੈਸ਼ਨ ਵੀ ਸਾਡੇ ਨਾਲ ਹੈ, ਜਿਨ੍ਹਾਂ ਵਿੱਚ ਭਾਈ ਸਾਹਿਬ ਦੱਸਣਗੇ ਵੀ ਆਪਾਂ ਕਿਹੜੇ ਟੈਕਨੀਕਸ ਜਿਹੜੇ ਆਪਣੇ ਬੱਚਿਆਂ ਨਾਲ ਰੋਜ਼ ਉਹਨਾਂ ਦੇ ਜਿਹੜੇ ਡੇਲੀ ਰੂਟੀਨ ਦੇ ਵਿੱਚ ਹੈਂਡਲ ਕਰ ਸਕਦੇ ਹਾਂ। ਤੇ ਇੱਕ ਮੈਂ ਹੋਰ ਬੇਨਤੀ ਕਰਨਾ ਚਾਹਾਂਗਾ, ਜਿਵੇਂ ਆਪ ਜੀ ਨੇ ਈਮੇਲ ਦੇ ਵਿੱਚ ਦੇਖਿਆ ਕਿ ਇੱਕ ਤਾਂ ਸਮਾਂ ਸਾਰਣੀ ਉੱਥੇ ਵਿੱਚ ਹੈ, ਤੇ ਸਮਾਂ ਸਾਰਣੀ ਹਰ ਇੱਕ ਦੇ ਲਾਈਫ ਦੇ ਵਿੱਚ ਉਨੀ ਇੰਪੋਰਟੈਂਟ ਹੈ। ਸਮੇਂ ਸਾਰਣੀਆਂ ਨਾਲ ਹੀ ਜਿਹੜੇ ਆ ਦੇਸ਼ ਜਿਹੜੇ ਆ ਇਹ ਤਰੱਕੀ ਕਰ ਰਹੇ ਹਨ। ਸੋ ਸਮਾਂ ਸਾਰਣੀ ਸਾਡੇ ਲਈ ਵੀ ਉਨੀ ਇੰਪੋਰਟੈਂਟ ਹੈ। ਉਹਦੇ ਵਿੱਚ ਇੱਕ ਐਪ ਵੀ ਭਾਈ ਸਾਹਿਬ ਉਹਨਾਂ ਨੇ ਬਣਾਈ ਹੈ, ਆਤਮ ਪ੍ਰਕਾਸ਼ ਐਪ, ਜਿਹਦੇ ਵਿੱਚ ਤੁਹਾਨੂੰ ਬਹੁਤ ਰਿਸੋਰਸ ਮਿਲਣਗੇ। ਇੱਕ ਰਿਸੋਰਸ ਨਹੀਂ, ਤੁਹਾਨੂੰ ਆਪਣੇ ਬੱਚਿਆਂ ਨੂੰ ਟ੍ਰੇਨ ਕਰਨ ਲਈ ਬਹੁਤ ਰਿਸੋਰਸ ਮਿਲਣਗੇ। ਟਾਈਮ ਟੇਬਲ ਵੀ ਇਨ ਬਿਲਟ ਹੈ ਉਸ ਐਪ ਦੇ ਵਿੱਚ, ਸੋ ਤੁਸੀਂ ਉਸ ਐਪ ਦਾ ਵੀ ਫਾਇਦਾ ਚੱਕ ਸਕਦੇ ਹੋ। ਬੇਨਤੀ ਇੰਨੀ ਹੈ ਕਿ ਸਾਡਾ ਸਾਰੇ ਜਿਹੜੇ ਇਸ ਔਜ਼ੀ ਸਿੱਖ ਫੈਮਿਲੀ ਜਾਂ ਸਾਰੇ ਸੇਵਾਦਾਰਾਂ ਦਾ ਮਨੋਰਥ ਇੰਨਾ ਹੀ ਹੈ ਕਿ ਸੰਗਤ ਤੱਕ ਜਿੰਨਾ ਕਿਤੇ ਕੋਈ ਵਧੀਆ ਰਿਸੋਰਸ ਪਿਆ ਹੈ ਉਹ ਪਹੁੰਚਾਇਆ ਜਾਵੇ। ਪਰ ਸੰਗਤ ਜੀ, ਅਸੀਂ ਬੇਨਤੀ ਆਪ ਜੀ ਦੇ ਚਰਨਾਂ 'ਚ ਇਹੀ ਕਰਦੇ ਹਾਂ, ਤੁਸੀਂ ਇਹਨਾਂ ਦਾ ਫਾਇਦਾ ਲਓ, ਸੁਣ ਕੇ ਅਪਣਾਓ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਨ ਲਾਓ। ਇਸ ਤੀਰਥ ਦੇ ਉੱਤੇ ਨਹਾਉਣਾ ਸਾਡੇ ਲਈ ਸਾਰਿਆਂ ਲਈ ਜ਼ਰੂਰੀ ਹੈ, ਜਿਹੜਾ ਸਾਡੇ ਅੰਦਰ ਹੈ। ਪਰ ਉਹਦੇ ਲਈ ਸਾਨੂੰ ਸੁਣ ਕੇ ਮੰਨਣਾ ਪਏਗਾ, ਆਪਣੇ ਗੁਰੂ ਦੀ ਗੱਲ ਸੁਣਨੀ ਪਏਗੀ। ਗੁਰਸਿੱਖਾਂ ਦੇ ਮੂੰਹਾਂ ਚੋਂ ਗੁਰੂ ਬਚਨ ਕਢਾਉਂਦਾ ਹੈ, ਉਹਨਾਂ ਨੂੰ ਸੁਣ ਕੇ ਮੰਨ ਕੇ ਤੇ ਆਪਣਾ ਜਨਮ ਸਫਲ ਕਰੋ ਜੀ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਦੀ ਸਾਰੀ ਟੀਮ ਲਈ ਅਸੀਂ ਸੰਗਤ ਵੱਲੋਂ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਰੇ ਜਿੱਦਾਂ ਹੀ ਆਤਮ ਪ੍ਰਕਾਸ਼ ਦੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਵੱਧ ਤੋਂ ਵੱਧ ਕੌਮ ਦੀ ਸੇਵਾ ਕਰਨ। ਭਾਈ ਜਸਪ੍ਰੀਤ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਡਾਕਟਰ ਵਿੰਦਰਪਾਲ ਸਿੰਘ ਜੀ, ਭਾਈ ਮਨਮੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸੰਗਤਾਂ ਨਾਲ ਵਿਚਾਰ ਸ਼ੇਅਰ ਕਰਨ ਲਈ। ਡਾਕਟਰ ਸਾਹਿਬ, ਜਿਵੇਂ ਤੁਸੀਂ ਸ਼ੇਅਰ ਕੀਤਾ ਕਿ ਇਹ ਹੌਲੀ ਹੌਲੀ ਜਿਵੇਂ ਜਿਹੜੇ ਸ਼ਬਦ ਨੇ ਅੰਗਰੇਜ਼ੀ ਭਾਸ਼ਾ ਦੇ ਕਿਸ ਤਰ੍ਹਾਂ ਪੰਜਾਬੀ 'ਚ ਘੁਸਪੈਠ ਕਰ ਗਏ ਹੈ ਨਾ, ਉਸੇ ਚੀਜ਼ ਨਾਲ ਭਾਈ ਸਾਹਿਬ ਜਿਹੜਾ ਆਪ ਜੀ ਨੇ ਬੁੱਕਸ ਦੀ ਗੱਲ ਕੀਤੀ ਭਾਈ ਮਨਮੀਤ ਸਿੰਘ ਜੀ ਨੇ, ਉਹ ਕਾਫੀ ਸੰਗਤ ਨੇ ਪਹਿਲਾਂ ਵੀ ਪੁੱਛਿਆ ਸੀਗਾ ਜੀ ਦਾਸ ਕੋਲੋਂ ਵੀ ਕਿ ਜਿਹੜੀਆਂ ਬੁੱਕਸ ਨੇ ਉਹਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੁੰਦੇ ਆ ਜੀ ਕਿ ਇਹ ਉਮਰ ਦੇ ਹਿਸਾਬ ਨਾਲ ਜਿਹੜੀਆਂ ਕਿਤਾਬਾਂ ਡਾਕਟਰ ਸਾਹਿਬ ਉਹਨਾਂ ਨੇ ਆਤਮ ਪ੍ਰਕਾਸ਼
ਫਾਸਟ ਜਿਹੜੀਆਂ ਬਣਾਈਆਂ ਨੇ ਕਿ ਛੋਟੀ ਉਮਰ ਤੋਂ ਲੈ ਕੇ ਜਿਵੇਂ ਜਿਵੇਂ ਬੱਚਾ ਹਰ ਸਾਲ ਵੱਡਾ ਹੁੰਦਾ ਜਾਂਦਾ, ਜਿਵੇਂ ਕਲਾਸ ਦੇ ਵਿੱਚ ਸੈਕੰਡ ਕਲਾਸ 'ਚ ਥਰਡ ਕਲਾਸ 'ਚ ਉਹਦੇ 'ਚ ਜਿਵੇਂ ਜਿਵੇਂ ਕਿਤਾਬਾਂ ਨਵੀਆਂ ਲੱਗਦੀਆਂ ਜਾਂਦੀਆਂ, ਉਵੇਂ ਹੀ ਇਹਨਾਂ ਨੇ ਬੱਚੇ ਦੀ ਜਿਹੜੀ ਕੈਪੇਬਿਲਿਟੀ ਦੇ ਹਿਸਾਬ ਨਾਲ, ਉਮਰ ਦੇ ਹਿਸਾਬ ਨਾਲ ਉਹ ਕਿਤਾਬਾਂ ਦਾ ਲੈਵਲ ਜਿਹੜਾ ਵੱਧਦਾ ਜਾਂਦਾ ਆ। ਤੇ ਆਪਾਂ ਜ਼ਰੂਰ ਉਹ ਇੱਕ ਸੈੱਟ ਜੇ ਆਪਾਂ ਲੈ ਆਈਏ ਹਰ ਪਰਿਵਾਰ ਦੇ ਵਿੱਚ, ਤਾਂ ਉਹਦੇ ਨਾਲ ਇਹ ਆ ਵੀ ਹਰ ਇੱਕ ਪਰਿਵਾਰ ਦੇ ਵਿੱਚ ਜੇ ਕੁਝ ਸੈੱਟ ਹੋਣ, ਜਿੰਨੇ ਬੱਚੇ ਉਹਨੇ ਸੈੱਟ, ਤਾਂ ਉਹਦੇ ਨਾਲ ਉਹ ਬੱਚੇ ਜਿਹੜੇ ਆਪਣੀ ਉਮਰ ਦੇ ਹਿਸਾਬ ਨਾਲ ਅਗਲੀ ਕਿਤਾਬ ਵੱਲ ਨੂੰ ਵੱਧਦੇ ਜਾਣਗੇ ਤੇ ਆਪਣੀ ਪੰਜਾਬੀ ਨਾਲ, ਗੁਰਮੁਖੀ ਨਾਲ, ਗੁਰਬਾਣੀ ਨਾਲ ਜੁੜੇ ਰਹਿਣਗੇ। ਤੇ ਭਾਈ ਸਾਹਿਬ ਜੀ ਇੱਥੇ ਇੱਕ ਸਵਾਲ ਵੀ ਦਾਸ ਨੂੰ ਆਇਆ ਸੀਗਾ ਇਸ ਸੈਸ਼ਨ ਤੋਂ ਪਹਿਲਾਂ ਕਿ ਕਾਫੀ ਸਿੰਘਾਂ ਨੇ ਆਤਮ ਪ੍ਰਗਾਸ ਦੀ ਐਪ ਜਿਹੜੀ ਆ ਡਾਊਨਲੋਡ ਕਰਕੇ ਇੰਸਟਾਲ ਕੀਤੀ ਜੀ। ਤੇ ਮੈਨੂੰ ਯਾਦ ਹੈ ਕਿ ਕੁਝ ਮਹੀਨੇ ਪਹਿਲਾਂ ਆਪ ਜੀ ਨੇ ਇੱਕ ਸੈਸ਼ਨ ਰੱਖਿਆ ਸੀਗਾ ਐਪ ਦੇ ਬਾਰੇ ਜਾਣਕਾਰੀ ਦੇਣ ਲਈ ਕਿ ਕਿਵੇਂ ਉਹਨੂੰ ਵਰਤਣਾ ਆ। ਉਹ ਸਟੂਡੈਂਟ ਵਾਸਤੇ ਐਪ ਦਾ ਜਿਹੜਾ ਮੂੰਹ ਮੁਹਾਂਦਰਾ ਹੋਰ ਹੈ, ਜਿਹੜਾ ਟੀਚਰ ਵਾਸਤੇ ਹੋਰ ਆ ਤੇ ਜਿਹੜਾ ਪੇਰੈਂਟ ਵਾਸਤੇ ਹੋਰ ਆ। ਉਹ ਅੱਜ ਇੱਕ ਸਵਾਲ ਵੀ ਆਇਆ ਸੀਗਾ ਦਾਸ ਨੂੰ ਕਿ ਡਾਕਟਰ ਸਾਹਿਬ ਨੂੰ ਪੁੱਛ ਲੈਣਾ ਕਿ ਜੇ ਉਹਦੀ ਕੋਈ ਵੀਡੀਓ ਹੈ, ਕਿਉਂਕਿ ਇੱਕ ਦੋ ਪਰਿਵਾਰਾਂ ਨੇ ਇੱਥੇ ਡਾਊਨਲੋਡ ਕੀਤੀ ਸੈਸ਼ਨ ਤੋਂ ਪਹਿਲਾਂ, ਤੇ ਉਹ ਕਹਿੰਦੇ ਕਿ ਸਾਨੂੰ ਥੋੜਾ ਜਿਹਾ ਔਖਾ ਲੱਗ ਰਿਹਾ ਸੀ, ਸਮਝ ਨਹੀਂ ਲੱਗ ਰਹੀ ਸੀ ਕਿ ਕਿੱਧਰ ਨੂੰ ਜਾਈਏ ਤੇ ਉੱਥੇ ਜਾ ਕੇ ਸਾਨੂੰ ਕੀ ਉਤੋਂ ਅਸੀਂ ਐਕਸਪੈਕਟ ਕਰੀਏ ਤੇ ਕਿੱਦਾਂ। ਜੇ ਮੇਰੇ ਖਿਆਲ ਜਿਹੜਾ ਸੈਸ਼ਨ ਸੀਗਾ ਉਦੋਂ ਹੋਇਆ ਜੀ, ਹਾਂਜੀ ਉਹ ਰਿਕਾਰਡਡ ਹੈਗਾ, ਮੈਂ ਤੁਹਾਨੂੰ ਦਾ ਲਿੰਕ ਭੇਜ ਦਵਾਂਗਾ, ਤੁਸੀਂ ਸ਼ੇਅਰ ਕਰ ਲਿਓ ਸੰਗਤ ਨਾਲ। ਹਾਂਜੀ ਫਿਰ ਇਹ ਆ ਵੀ ਅਗਲੇ ਹਫਤੇ ਦੇ ਸੈਸ਼ਨ ਤੋਂ ਪਹਿਲਾਂ ਜੇ ਪਰਿਵਾਰ ਨੇ ਐਪ ਨੂੰ ਕਰ ਲਿਆ ਡਾਊਨਲੋਡ, ਜੇ ਕੋਈ ਸਵਾਲ ਹੋਏ ਤਾਂ ਅਗਲੇ ਹਫਤੇ ਪੁੱਛ। ਬਿਲਕੁਲ, ਮੈਂ ਤੁਹਾਨੂੰ ਹੁਣੇ ਹੀ ਖਤਮ ਹੋ ਜਾ ਸੈਸ਼ਨ ਹੁੰਦਾ, ਮੈਂ ਮਨਮੀਤ ਵੀਰ ਜੀ ਦਾ ਨੰਬਰ ਮੇਰੇ ਕੋਲ ਹੈਗਾ, ਤੁਹਾਡਾ ਤਾਂ ਮੇਰੇ ਕੋਲ ਹੈ ਨਹੀਂ ਨੰਬਰ। ਠੀਕ ਹੈ ਜੀ, ਕੋਈ ਗੱਲ ਨਹੀਂ, ਮੈਂ ਭੇਜ ਦਿੰਦਾ ਉਹਨਾਂ ਨੂੰ ਲਿੰਕ, ਤੇ ਉਹ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਿਓ ਨਾ। ਹਾਂਜੀ ਭਾਈ ਸਾਹਿਬ ਜੀ। ਉਸ ਤੋਂ ਇਲਾਵਾ ਇੱਥੇ ਸੰਗਤ ਵੱਲੋਂ ਜਿਹੜੀ ਬੇਨਤੀ ਆ ਰਹੀ ਹੈ ਜੀ ਕਿ ਜਿਹੜੇ ਕਿਤਾਬਾਂ ਦੇ ਸੈੱਟ ਨੇ ਉਹ ਵੀ ਜੇ ਅਰੇਂਜ ਹੋ ਜਾਣ, ਆਪਾਂ ਉਹਦੀ ਇੱਥੇ ਭੇਟਾ ਜਿਹੜੀ ਭੇਜ ਦਿਆਂਗੇ ਜੀ। ਜੇ ਉਹ ਜੇ ਬਲਕ ਦੇ ਵਿੱਚ ਕੋਰੀਅਰ ਉਹਦਾ ਤਿਆਰ ਹੋ ਜੇ ਵੀ, ਜੇ 20-25 ਸੈੱਟ। ਹਾਂਜੀ ਠੀਕ ਹੈ, ਬਲਕ 'ਚ ਹੀ ਫਾਇਦਾ, ਕਿਉਂਕਿ ਉਦਾਂ ਨਾ ਫਿਰ ਉਹਦਾ ਕੋਰੀਅਰ ਦੇ ਚਾਰਜ ਜ਼ਿਆਦਾ ਪੈ ਜਾਂਦੇ। ਹਾਂਜੀ ਉਹੀ ਜੀ, ਉਹ ਫਿਰ ਇਕੱਠੇ ਮੰਗਾ ਲਈਏ ਜੀ ਆਪਾਂ ਰਲ ਮਿਲ ਕੇ, ਜਿੰਨੇ ਮੰਗਾਉਣੇ ਇਕੱਠੇ ਮੰਗਾ ਲਿਓ, ਭੇਜ ਦੇਵਾਂਗੇ ਜੀ। ਠੀਕ ਹੈ ਭਾਈ ਸਾਹਿਬ ਜੀ। ਸੋ ਸੰਗਤ ਜੀ, ਜੇ ਆਪ ਜੀ ਦਾ ਕੋਈ ਹੋਰ ਸਵਾਲ ਹੋਵੇ ਤਾਂ ਆਪ ਜੀ ਅਗਲੇ ਹਫਤੇ ਤੋਂ ਪਹਿਲਾਂ ਉਹ ਸਵਾਲ ਵੀ ਸਾਨੂੰ ਈਮੇਲ ਤੇ ਭੇਜ ਸਕਦੇ ਹੋ ਜਾਂ WhatsApp ਤੇ ਭੇਜ ਸਕਦੇ ਹੋ, ਜਾਂ ਫਿਰ ਆਪ ਜੀ ਇਹ ਜਿਹੜੀ ਚੈਟ ਵਿੰਡੋ 'ਚ ਵੀ ਆਪਣੇ ਸਵਾਲ ਲਿਖ ਸਕਦੇ ਹੋ। ਤਾਂ ਆਪਾਂ ਡਾਕਟਰ ਸਾਹਿਬ ਨੂੰ ਸਵਾਲਾਂ ਦੇ ਜਵਾਬ ਜਿਹੜੇ ਬੇਨਤੀ ਕਰ ਸਕਦੇ ਹਾਂ, ਉਹਨਾਂ ਸਵਾਲਾਂ ਦੀ ਬੇਨਤੀ ਕਰਕੇ ਤੇ ਆਪਾਂ ਜਵਾਬਾਂ ਵਾਸਤੇ ਬੇਨਤੀ ਕਰ ਸਕਦੇ ਹਾਂ ਜੀ। ਸੋ ਸੰਗਤ ਜੀ, ਆਪ ਜੀ ਦਾ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਜੀ ਕਿ ਇੱਕ ਭੈਣ ਜੀ ਨੇ ਇੱਥੇ ਸ਼ੇਅਰ ਕੀਤਾ ਜੀ, ਜਸਬੀਰ ਕੌਰ ਨਾਮ ਤੋਂ ਇੱਥੇ ਸ਼ੇਅਰ ਕੀਤਾ ਜੀ ਉਹਨਾਂ ਨੇ ਵੀਡੀਓ, ਜਿਹਦੇ 'ਚ ਉਹਨਾਂ ਨੇ ਲਿਖਿਆ ਆ, ਇਹ ਵੀਡੀਓ ਦਾ ਲਿੰਕ ਹੈ ਜੀ, ਆਤਮ ਪ੍ਰਗਾਸ ਐਪ ਨੂੰ ਵਰਤਣਾ ਕਿਵੇਂ ਜੀ, ਕਿਵੇਂ ਯੂਜ਼ ਕਰਨਾ। ਬਸ ਠੀਕ ਹੈ ਜੀ, ਇਹਨੂੰ ਵਰਤੋ। ਹਾਂਜੀ ਆਪ ਜੀ ਸਾਰੇ ਇਸ ਲਿੰਕ ਨੂੰ ਕਾਪੀ ਕਰ ਲਓ। ਆਪਾਂ ਅਗਲੀ ਈਮੇਲ ਦੇ ਵਿੱਚ ਵੀ ਇਹ ਲਿੰਕ ਆਪ ਜੀ ਨਾਲ ਸ਼ੇਅਰ ਕਰਾਂਗੇ ਜੀ। ਸੋ ਉਮੀਦ ਕਰਦੇ ਹਾਂ ਕਿ ਅਗਲੇ ਹਫਤੇ ਵੀ ਆਪ ਜੀ ਇਸੇ ਤਰ੍ਹਾਂ ਜਿਹੜਾ ਆ ਭਰਪੂਰ ਹੁੰਗਾਰਾ ਭਰ ਕੇ ਆਪ ਜੀ ਜੁਆਇਨ ਕਰੋਗੇ। ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅਗਲੇ ਹਫਤੇ ਆਪ ਜੀ ਨੂੰ ਆਪ ਜੀ ਦਰਸ਼ਨ ਕਰਾਂਗੇ ਜੀ ਫਿਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।